ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਰਖੀ ਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਿਜਰ ਸਾਹਿਬ, ਕੀ ਹਾਲ ਨੇ? ਮੈਂ ਆਊਟ ਹੋ ਗਿਆ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਿਜਰ ਸਾਹਿਬ, ਕੀ ਕਹਿ ਰਹੇ ਸੀ ਆਪ? ਨਹੀਂ, ਮੈਂ ਤਾਂ ਫਤਿਹ ਬੁਲਾ ਰਿਹਾ ਸੀ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸ਼ੁਰੂ ਕਰੀਏ ਨਿਜਰ ਸਾਹਿਬ, ਲੇਟ ਹੋ ਗਏ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਿਸ਼ਾਨ ਆ ਰਿਹਾ ਹੱਥ ਦਾ। ਹਾਂਜੀ, ਨਿਸ਼ਾਨ ਹੱਥ ਦਾ ਆ ਰਿਹਾ ਤੁਹਾਡਾ। ਮੇਰਾ ਹੱਥ ਲਓ ਜੀ, ਹੱਥ ਥੱਲੇ ਕਰਤਾ ਜੀ। ਅੱਜ ਮੈਂ ਵੀ ਹੱਥ ਖੜਾ ਕਰਤਾ। ਅੱਜ ਆਪਾਂ 1365 ਅੰਗ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ 21ਵਾਂ ਸ਼ਲੋਕ ਲੈਣ ਲੱਗੇ ਹਾਂ ਕਬੀਰ ਜੀ ਦਾ। ਇਹ ਕਬੀਰ ਜੀ ਦੇ ਸ਼ਲੋਕ ਜਿਹੜੇ ਹੈਗੇ ਬਹੁਤ ਹੀ ਕੀਮਤੀ ਹੈ। ਇੱਕ ਇੱਕ ਸ਼ਲੋਕ ਦੇ ਵਿੱਚ ਭਰਪੂਰ ਗਿਆਨ ਹੈਗਾ। ਕਬੀਰ ਸੁਖ ਨਾ ਇਹ ਜੁਗੇ ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੇ ਏਕ ਸਿਉ ਤੇ ਸੁਖ ਭਾਵੇਂ ਨੀਤ। ਕਬੀਰ ਸੁਖ ਨਾ ਇਹ ਜੁਗੇ, ਜੁਗ ਦੇ ਵਿੱਚ ਕਹਿ ਰਹੇ ਆ, ਜੱਗ ਦੇ ਵਿੱਚ ਨਹੀਂ ਕਹਿ ਰਹੇ, ਜੁਗ ਦੇ ਵਿੱਚ ਕਹਿ ਰਹੇ। ਜਿਹੜੇ ਵੀ ਯੁੱਗ 'ਚ ਤੂੰ ਆਇਆ ਹੈ ਪਿਆਰਿਆ, ਯਾਦ ਰੱਖ ਲਾ, ਜਿੰਨੇ ਵੀ ਮਿੱਤਰ ਬਣਾਏਗਾ ਤੇ ਸੁਖੀ ਨਹੀਂ ਹੋ ਪਾਏਗਾ। ਕਰੇ ਜੋ ਬਹੁਤੇ ਮੀਤ। ਦੁਨੀਆ ਦੇ ਵਿੱਚ ਜਿਹੜੇ ਵੀ ਹੈਗੇ, ਜਿਹੜੇ ਵੀ ਦਿਸਦੇ ਆਕਾਰ ਦੇ ਵਿੱਚ ਹੈਗੇ, ਜੇ ਉਹਨਾਂ ਨੂੰ ਮਿੱਤਰ ਬਣਾਏਗਾ ਤੇ ਸੁਖੀ ਨਹੀਂ ਹੋ ਸਕਦਾ। ਕਬੀਰ ਸੂਖ ਨਾ ਇਹ ਜੁਗੇ ਕਰੇ ਜੋ ਬਹੁਤੇ ਮੀਤ, ਜੋ ਚਿੱਤ ਰਾਖੇ ਏਕ ਸਿਉ ਤੇ ਸੁਖ ਪਾਵੇਂ ਨੀਤ। ਔਰ ਇੱਕ ਗੱਲ ਯਾਦ ਰੱਖ ਲਾ, ਜਿਹੜੇ ਵੀ ਪਰਮਾਤਮਾ ਨੂੰ ਮਿੱਤਰ ਬਣਾਉਂਦੇ ਆ, ਇੱਕ ਦੇ ਨਾਲ ਪ੍ਰੀਤ ਕਰਦੇ ਆ, ਜਿਹੜੇ ਆਪਣੇ ਚਿੱਤ ਦੇ ਵਿੱਚ ਪਰਮਾਤਮਾ ਨਾਲ ਕਿਵੇਂ ਮਿੱਤਰਤਾ ਕਰਨੀ ਆ, ਉਹਨੂੰ ਆਪਣੇ ਚਿੱਤ ਦੇ ਵਿੱਚ ਰੱਖਣਾ ਹੈ। ਚਿੱਤ ਕੀ ਹੁੰਦਾ? ਉਹਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ। ਚਿੱਤ ਜਿੱਥੇ ਵਿਚਾਰ ਚੱਲਦੇ ਉੱਥੇ ਪਰਮਾਤਮਾ ਆਏ। ਜੋ ਚਿੱਤ ਰਾਖੇ ਏਕ ਸਿਉ ਤੇ ਸੁਖ ਪਾਵੇਂ ਨੀਤ, ਉਹ ਹਮੇਸ਼ਾ ਹੀ ਸੁਖ ਪਾਉਂਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਇੱਥੇ ਜਿਹੜਾ ਸੁੱਖ ਦੇਣ ਵਾਲੀ ਚੀਜ਼ ਆ ਉਹ ਆਤਮਾ ਹੀ ਆ। ਬਿਲਕੁਲ ਆਤਮਾ ਹੀ ਆ। ਆਤਮਾ ਨੂੰ ਛੱਡ ਕੇ ਤੂੰ ਬਾਹਰ ਮੁਖੀ ਹੋ ਕੇ ਸੰਸਾਰ ਦੇ ਵਿੱਚ ਤੂੰ ਜਿੰਨਾ ਮਰਜ਼ੀ ਪਿਆਰ ਕਰ ਲਾ, ਆਖਰ ਤੇ ਸਵਾਦ ਇਹਦਾ ਖੱਟਾ ਹੀ ਆ। ਬਿਲਕੁਲ। ਤੇ ਇਸ ਕਰਕੇ ਇਹ ਜਿਹੜਾ ਬਾਹਰੀ ਜਿਹੜੇ ਆਪਾਂ ਜਿੰਨੇ ਮਰਜ਼ੀ ਵੀ, ਚਲੋ ਆਪਾਂ ਇਹ ਸੰਸਾਰ 'ਚ ਰਹਿੰਦੇ ਆ, ਰਿਸ਼ਤਿਆਂ ਦੀ ਲੋੜ ਤੇ ਪੈਂਦੀ ਆ, ਪਰ ਤੁਸੀਂ ਇੱਕ ਗੱਲ ਯਾਦ ਰੱਖਣਾ, ਆਪਾਂ ਸਾਰੇ ਇਕੱਲੇ ਆ। ਇਹ ਸੱਚ ਹੈ, ਇਹ ਬਹੁਤ ਵੱਡਾ ਸੱਚ ਹੈ, ਪਰ ਬੰਦੇ ਨੂੰ ਹਜਮ ਨਹੀਂ ਹੁੰਦਾ, ਬਹੁਤ ਔਖਾ। ਤੁਸੀਂ ਆਖਰ ਤੱਕ ਇਸ ਸੰਸਾਰ ਤੋਂ ਚੱਲ ਜਾਓਗੇ, ਤੁਸੀਂ ਇਕੱਲੇ ਹੀ ਰਹਿਣਾ, ਤੁਹਾਡਾ ਕੋਈ ਵੀ ਨਹੀਂ ਹੈਗਾ। ਲੱਗਦੇ ਜ਼ਰੂਰ ਲਾਗੇ ਖਲੋਤੇ ਨੇ, ਸਭ ਭੀੜ ਪਈ ਆ, ਪੂਰਾ ਬੱਲੇ ਬੱਲੇ ਹੁੰਦੀ ਆ, ਪਰ ਉਹ ਕੇਵਲ ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨਹੀਂ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ। ਤੁਹਾਡੇ ਦੁੱਖ ਦੇ ਭਾਈਵਾਲ ਨੇ। ਤੁਹਾਡੇ ਸੁੱਖ ਦੇ ਭਾਈਵਾਲ ਨੇ।
ਤੁਹਾਡੇ ਤੋਂ ਕੁਝ ਮਿਲੇਗਾ, ਕੁਝ ਫਾਇਦਾ ਹੈ, ਤਾਂ ਹੀ ਉਹ ਤੁਹਾਡੇ ਮੀਤ ਨੇ। ਜਿਹੜੀ ਆਤਮਾ ਤੱਤ ਆ ਉਹਦੇ ਵਿੱਚ ਜਦ ਤੱਕ ਅਸੀਂ ਜਾਂਦੇ ਨਹੀਂ ਆ ਤਦ ਤੱਕ ਸਾਨੂੰ ਯਥਾਰਕ ਸੱਚ ਜਿਹੜਾ ਸੁੱਖ ਮਿਲਦਾ ਨਹੀਂ। ਅਖੰਡ ਸੁੱਖ ਕਹਿੰਦੇ ਉਹਨੂੰ, ਸੱਚ ਚਿੱਤ ਆਨੰਦ। ਉਸ ਆਨੰਦ ਨੂੰ ਪ੍ਰਾਪਤ ਕਰਨ ਦੇ ਲਈ ਉਹਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਭਗਤੀ ਹੈ। ਤੇ ਇਹ ਸੰਸਾਰ ਦੇ ਵਿੱਚ ਉਹਦੀ ਸੰਗਤ ਚਾਹੀਦੀ ਆਤਮਾ ਦੀ। ਹਾਂ, ਆਤਮਾ ਦੀ ਸੰਗਤ ਹੈ। ਆਤਮਾ ਦੀ ਸੰਗਤ ਜਿਹੜੀ ਕਰਨੀ ਉਹ ਤੁਹਾਡੀ ਸੁਰਤੀ ਨੇ ਕਰਨੀ। ਠੀਕ ਹੈ ਨੇ ਸਾਹਿਬ? ਬਿਲਕੁਲ ਬਿਲਕੁਲ ਠੀਕ ਹੈ ਜੀ। ਹਾਂਜੀ, ਅੱਗੇ ਚੱਲੀਏ। ਇਸੇ ਨੂੰ ਭਗਤੀ ਕਹਿੰਦੇ ਆ, ਇਸੇ ਨੂੰ ਧਿਆਨ ਸਿਮਰਨ ਕਹਿੰਦੇ। ਹਾਂ, ਧਿਆਨ ਦਾ ਮਤਲਬ ਹੁੰਦਾ ਹੈ ਕਿ ਆਪਣੀ ਸੁਰਤੀ ਦਾ ਇਕਾਗਰ ਕਰ ਲੈਣਾ, ਮਨ ਦਾ ਸਥਿਰ ਕਰ ਲੈਣਾ। ਅਨਮਨੀ ਅਵਸਥਾ ਕਹਿੰਦੇ ਆ, ਅਨੁਭਵ ਰਹਿਤ ਅਨੁਭਵ ਕਹਿੰਦੇ ਆ, ਜਿੱਥੇ ਅਨੁਭਵ ਕਰਨ ਵਾਲਾ ਤੇ ਜਿਹਦਾ ਅਨੁਭਵ ਹੋ ਰਿਹਾ ਦੋਨੋਂ ਇੱਕ ਹੋ ਜਾਣ। ਬਿਲਕੁਲ, ਉਸ ਅਵਸਥਾ ਨੂੰ ਹੀ ਭਗਤੀ ਕਿਹਾ ਗਿਆ ਹੈ। ਉਹਨੂੰ ਅਨਮਨੀ ਅਵਸਥਾ ਕਿਹਾ ਗਿਆ ਹੈ, ਸਹਿਜ ਅਵਸਥਾ ਕਿਹਾ ਗਿਆ ਹੈ, ਅਜੱਪਾ ਜਾਪ ਕਿਹਾ ਗਿਆ ਹੈ। ਬਹੁਤ ਜਿਹੜੇ ਸ਼ਬਦ ਨੇ ਕੇਵਲ ਉਸੇ ਅਵਸਥਾ ਦੇ ਲਈ ਹੀ ਦੱਸੇ ਗਏ ਹਨ। ਬਿਲਕੁਲ ਠੀਕ ਹੈ ਜੀ ਸਰ? ਬਿਲਕੁਲ ਜੀ। ਔਰ ਇਹਦੇ ਵਾਸਤੇ ਜਿਹੜਾ ਹੈਗਾ ਬਾਹਰੀ ਮਿੱਤਰ ਜਿਹੜੇ ਹੈਗੇ ਉਹਨਾਂ ਤੋਂ ਧਿਆਨ ਆਪਾਂ ਨੂੰ ਹਟਾਉਣਾ ਪੈਣਾ ਹੈ। ਬਸ ਇੰਨੀ ਕੀ ਕਾਰਵਾਈ ਕਰਨੀ ਪੈਣੀ ਹੈ। ਹਾਂਜੀ, ਪਰ ਨਿਜਾ ਸਾਹਿਬ ਇਨਸਾਨ ਤੇ ਬਾਹਰ ਹੀ ਬੈਠਾ ਹੈ ਨਾ, ਉਹ ਤੇ ਬਾਹਰੀ ਲੋਕਾਂ ਕੋ ਸੁੱਖ ਭਾਲਦਾ ਫਿਰਦਾ। ਬਸ ਆਹੀ ਗੱਲ ਹੈ। ਉਹਦਾ ਰਿਮੋਟ ਕੰਟਰੋਲ ਲੋਕਾਂ ਦੇ ਹੱਥ 'ਚ ਹੈ। ਤੇ ਬ੍ਰਹਮ ਗਿਆਨੀ ਕਹਿੰਦੇ ਆ ਕਿ ਤੂੰ ਜਿਹੜਾ ਰਿਮੋਟ ਕੰਟਰੋਲ ਹੈ, ਤੂੰ ਕੋਈ ਮਦਾਰੀ ਥੋੜੀ। ਬਿਲਕੁਲ, ਤੈਨੂੰ ਕੋਈ ਹਸਾਵੇ, ਤੈਨੂੰ ਕੋਈ ਰਵਾਵੇ, ਤੂੰ ਆਪਣਾ ਕੰਟਰੋਲ ਆਪਣੇ ਹੱਥ 'ਚ ਰੱਖ। ਬਿਲਕੁਲ ਠੀਕ ਹੈ ਜੀ, ਕਿਉਂਕਿ ਯਾਤਰਾ ਆਪਣੀ ਆ, ਡੁੱਬਣਾ ਆਪਾਂ ਨੇ ਆ, ਤਰਨਾ ਆਪਾਂ ਨੇ ਆ। ਹਾਂ, ਉਹ ਕਹਿੰਦੇ ਕਿ ਕੰਟਰੋਲ ਤੁਹਾਡੇ ਹੱਥ 'ਚ ਚਾਹੀਦਾ ਵਾ। ਤੇ ਅਸੀਂ ਤੇ ਹੁਣ ਕੰਟਰੋਲ ਜਦੋਂ ਲੋਕਾਂ ਨੂੰ ਦੇ ਦਿੰਦੇ ਆ, ਫਿਰ ਲੋਕੀ ਓਦਾਂ ਹੀ ਆਪਰੇਟ ਕਰੀ ਜਾਂਦੇ ਸਨ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। कबीर जिस मरने ते जग डरै, मेरे मन मने आनंद, मरने ही ते पाइए पूर्ण परमानंद। कहते दुनिया डरदी आ अपने मन नूं मारन वास्ते, दुनिया डरदी आ ਇਹ ਸਵਾਦਾਂ ਤੋਂ, ਇਹ ਦੁਨੀਆ ਦੇ ਪਦਾਰਥਾਂ ਤੋਂ, ਇਹ ਬਾਹਰੀ ਮਿੱਤਰਾਂ ਤੋਂ ਸੰਕੋਚ ਕਰਨ ਵਾਸਤੇ, ਮਨ ਨੂੰ ਹਟਾਉਣ ਵਾਸਤੇ ਦੁਨੀਆ ਡਰਦੀ ਆ। ਕਹਿੰਦੇ ਮੇਰੇ ਮਨ 'ਚ ਤਾਂ ਆਨੰਦ ਹੁੰਦਾ, ਮੇਰੇ ਮਨ 'ਚ ਖੁਸ਼ੀ ਹੁੰਦੀ ਹੈ। ਜਿਉਂ-ਜਿਉਂ ਮੈਂ ਮਨ ਨੂੰ ਹਟਾਉਣਾ ਆ, ਮਨ ਨੂੰ ਮਾਰਦਾ ਹੈ, ਅਤੇ ਤਿਉਂ-ਤਿਉਂ ਮੇਰੇ ਮਨ ਦੇ ਵਿੱਚ ਆਨੰਦ ਹੁੰਦਾ ਹੈ, ਤਿਉਂ-ਤਿਉਂ ਖੁਸ਼ੀ ਹੁੰਦੀ ਹੈ। ਮੈਨੂੰ ਪਤਾ ਲੱਗ ਗਿਆ ਬਈ ਇਹ ਮਨ ਨੂੰ ਜਿਹੜਾ ਹੈਗਾ ਮਾਰ ਕੇ ਹੀ ਜਿਹੜਾ ਹੈਗਾ ਪੂਰਨ ਪਰਮਾਨੰਦ, ਉਹ ਪਰਮ ਆਨੰਦ, ਉਹ ਮਾਲਕ ਪਰਮਾਤਮਾ, ਉਹ ਆਤਮਾ, ਉਹਦਾ ਸਾਥ ਪਾਇਆ ਜਾ ਸਕਦਾ ਹੈ। ਹਾਂਜੀ ਵੀਰ ਜੀ। ਹਾਂਜੀ, ਤੁਕ ਉਹੀ ਆ ਗਈ ਜੀ ਜਿਹੜੀ ਤੁਕ ਦਾ ਆਪਾਂ ਇਸਤੇਮਾਲ ਕਰਦੇ ਹਾਂ। ਬਿਲਕੁਲ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਹੁਣ ਇਨਸਾਨ ਵੇਖੋ, ਕਾਮ ਦਾ ਮਰ ਜਾਣਾ, ਕ੍ਰੋਧ ਦਾ ਮਰ ਜਾਣਾ, ਲੋਭ ਦਾ ਮਰ ਜਾਣਾ, ਮੋਹ ਦਾ ਮਰ ਜਾਣਾ, ਹੰਕਾਰ ਦਾ ਮਰ ਜਾਣਾ। ਇਸ ਨੂੰ ਮਰਨ ਤੇ ਹੀ ਜੀਵਨ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੈ। ਇਹ ਮਰ ਜਾਣੇ ਚਾਹੀਦੇ। ਜਿਹਦੀ ਵਾਸਨਾਵਾਂ ਮਰ ਜਾਣ, ਇੱਛਾਵਾਂ ਮਰ ਜਾਣ, ਇਹ ਉਹਨਾਂ ਚਿਰ ਤੱਕ ਨਹੀਂ ਮਰਦੇ ਜਿੰਨਾ ਚਿਰ ਤੱਕ ਤੁਹਾਡੀ ਸੁਰਤੀ ਆਤਮਾ ਤੱਤ 'ਚ ਨਹੀਂ ਠਹਿਰਦੀ। ਕਿਉਂਕਿ ਸੰਸਾਰ ਦੀ ਪਕੜ ਜਿਹੜੀ ਹੈਗੀ ਹੈ ਨਾ, ਉਹ ਹੈਗੀ ਆ ਜਿੰਨਾ ਚਿਰ ਤੱਕ ਮਨ ਬਾਹਰ ਮੁਖੀ ਹੈ। ਜਦੋਂ ਮਨ ਆਤਮਾ ਲੀਨ ਹੋ ਜਾਂਦਾ ਨਾ, ਤੇ ਫਿਰ ਉੱਥੇ ਇਹ ਪਦਾਰਥ ਨਹੀਂ ਜਾ ਸਕਦੇ। ਉੱਥੇ ਪਰਮ ਅਵਸਥਾ ਹੈ, ਆਨੰਦਮਈ ਅਵਸਥਾ ਹੈ। ਔਰ ਜਦੋਂ ਤੁਸੀਂ ਉੱਥੇ ਪਹੁੰਚ ਗਏ ਨਾ, ਤੇ ਤੁਹਾਡੇ ਉੱਪਰ ਇਸ ਸੰਸਾਰ ਦੇ ਪਦਾਰਥਾਂ ਦਾ ਪ੍ਰਭਾਵ ਨਹੀਂ ਪਵੇਗਾ। ਚਾਹੇ ਸੰਸਾਰ ਦੇ ਵਿੱਚ ਸੁੱਖ ਹੈ, ਚਾਹੇ ਦੁੱਖ ਹੈ, ਪਰ ਤੁਸੀਂ ਇੱਕ ਆਤਮਕ ਸਥਿਤੀ ਵਿੱਚ ਰਹਿਣਾ ਹੈ। ਉੱਥੇ ਜਦੋਂ ਬੰਦਾ ਪਹੁੰਚ ਜਾਂਦਾ ਵਾ, ਵੀ ਜਦੋਂ ਭਗਤੀ ਕਰਦਾ ਤਾਂ ਉਹਨੇ ਪਹੁੰਚ ਹੀ ਜਾਣਾ। ਉੱਥੇ ਜਾ ਕੇ ਤੁਸੀਂ ਉਸ ਪਰਮ ਆਨੰਦ ਨੂੰ ਅਨੁਭਵ ਕਰ ਸਕਦੇ ਜੋ, ਕਿਉਂਕਿ ਹੁਣ ਜਿਹੜੀਆਂ ਇੱਛਾਵਾਂ ਨੇ ਉਹ ਖਤਮ ਹੋ ਚੁੱਕੀਆਂ ਨੇ। ਔਰ ਹੁਣ ਕੋਈ ਇੱਛਾ ਨਹੀਂ ਹੈਗੀ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੰਮ ਕਰਨਾ ਬੰਦ ਕਰ ਦੇਣਾ। ਕੰਮ ਤੇ ਤੁਸੀਂ ਕਰੋਗੇ, ਪਰ ਅੰਦਰ ਇੱਛਾ ਨਹੀਂ ਹੈਗੀ, ਭੜਕਣਾ ਨਹੀਂ ਹੈਗੀ। ਉਹ ਸਾਰਾ ਕੁਝ ਜਿਹੜਾ ਅੰਦਰ ਤਰੰਗਾਂ ਸਨ, ਉਹ ਸਭ ਖਤਮ ਹੋ ਚੁੱਕੀਆਂ, ਸ਼ਾਂਤ ਹੋ ਗਈਆਂ ਨੇ। ਹੁਣ ਝੀਲ ਜਿਹੜੀ ਹੈ ਨਾ, ਪਹਿਲਾਂ ਕੀ ਹੁੰਦੀ ਸੀ, ਕਿਤੇ ਕਾਮ ਦੀ ਤਰੰਗ ਪੈਦਾ ਹੋ ਗਈ ਚਿੱਤ 'ਚ, ਕਿਤੇ ਲੋਭ ਦੀ, ਕਿਤੇ ਮੋਹ ਦੀ। ਉਹ ਕਹਿੰਦੇ ਨਾ, ਮੇਰਾ ਚਿੱਤ ਨਾ ਚੱਲੇ ਮਨ ਭਏ ਅਪੰਗ, ਮਨ ਪਿਓ ਪੰਗ। ਹਾਂ, ਪੰਗ ਹੋ ਗਿਆ, ਲੂਲਾ ਲੰਗੜਾ ਹੋ ਗਿਆ। ਤੇ ਹੁਣ ਉਹ ਜਦੋਂ ਲੂਲਾ ਲੰਗੜਾ ਹੋ ਗਿਆ, ਤੇ ਫਿਰ ਉਸ
ਉਸ ਗਤੀਹੀਨ ਅਵਸਥਾ ਦੇ ਵਿੱਚ ਹੀ ਸੁੱਖ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਸੁੱਖ ਦਾ ਮਤਲਬ ਇੱਥੇ ਆਤਮਾ ਹੈ। ਆਤਮਾ ਦੇ ਵਿੱਚ ਹੀ ਸਭ ਕੁਝ ਸੁੱਖ ਹੈ। ਔਰ ਰਾਤ ਨੂੰ ਸੁਖਾਪਤੀ ਅਵਸਥਾ ਜੋ ਤੁਸੀਂ ਜਾਂਦੇ ਜੋ, 3 ਅਵਸਥਾ ਦੇ ਵਿੱਚ ਆਪਣਾ ਜੀਵਨ ਬਤੀਤ ਹੁੰਦਾ ਹੈ, ਜਾਗਰਤ, ਸਪਨ ਤੇ ਸੁਖਾਪਤੀ। ਇਹਦੇ ਵਿੱਚ ਹੀ ਸੰਸਾਰ ਪੈਦਾ ਹੋ ਰਿਹਾ, ਇਹਦੇ ਵਿੱਚ ਹੀ ਸੰਸਾਰ ਨਸ਼ਟ ਹੋ ਜਾਂਦਾ। ਕੋਈ ਚੰਦ ਮਨੁੱਖ ਹੁੰਦੇ ਨੇ, ਕੋਟਣ ਮੇ ਏਕ, ਜਿਹੜੇ ਭਗਤੀ ਕਰਦੇ, ਨਾਮ ਜਪਦੇ, ਧਿਆਨ ਸਿਮਰਨ ਕਰਦੇ, ਉਹ ਤੁਰਿਆ ਜਾਗਰਤ ਚੱਲਿਆ, ਅਵਸਥਾ, ਉਹ ਤੁਰਿਆ ਚ ਪਹੁੰਚਦੇ। ਹਾਂ, ਜਾਗਰਤ ਅਵਸਥਾ ਜਿੱਦਾਂ ਆਪਾਂ ਕਥਾ ਕਰ ਰਹੇ ਹਾਂ, ਇਹਨੂੰ ਜਾਗਰਤ ਅਵਸਥਾ ਕਹਿੰਦੇ ਆ। ਇਹਦੇ ਵਿੱਚ ਆਪਾਂ ਬਾਹਰੋਂ ਜਾਗ ਰਹੇ ਹਾਂ ਪਰ ਮਨ ਅੰਦਰ ਚਿੰਤਨ ਚੱਲਦਾ। ਹੁਣ ਤੁਸੀਂ ਵੇਖੋ ਤੁਹਾਡੇ ਅੰਦਰ ਚਿੰਤਨ ਚੱਲਣ ਦਿਆ, ਇੱਕ ਉਹ ਕਿਸੇ ਹੋਰ ਵਿਸ਼ੇ ਬਾਰੇ ਚੱਲਣ ਦਿਆ। ਬੇਸ਼ੱਕ ਆਪ ਕਥਾ ਸੁਣਦੇ ਪਏ, ਜਦੋਂ ਆਪ ਥੋੜਾ ਟਾਈਮ ਕਥਾ ਸੁਣਦੇ ਗਏ, ਭਗਤੀ ਕਰਦੇ ਗਏ, ਫਿਰ ਤੁਹਾਡਾ ਮਨ ਜਿਹੜਾ ਸੈਂਟਰ ਹੋ ਜਾਣਾ। ਇਹਨੇ ਕੀ ਕਰਨਾ ਹੈ, ਇਹਨੇ ਆਪਣੇ ਆਪ ਚ ਲੀਨ ਹੋ ਜਾਣਾ। ਫਿਰ ਤੁਹਾਡੀ ਕਥਾ ਹੀ ਏਦਾਂ ਦੀ ਹੋਊਗੀ, ਤੁਸੀਂ 10 ਮਿੰਟ 5 ਮਿੰਟ ਕਥਾ ਸੁਣੀ, ਤੁਹਾਡੀ ਸੁਰਤੀ ਚੜ ਜਾਏਗੀ ਆਟੋਮੈਟਿਕਲੀ। ਇਹ ਹੁਣ ਇਹ ਜਾਗਰਤ ਅਵਸਥਾ। ਫਿਰ ਇਸ ਤੋਂ ਅੱਗੇ ਵੀ ਸੁਪਨ ਅਵਸਥਾ ਹੈ, ਜਦੋਂ ਆਪਾਂ ਸੌਂ ਜਾਂਦੇ ਹਾਂ। ਮਨ ਫਿਰ ਇੱਕ ਸੁਪਨਿਆਂ ਦਾ ਸੰਸਾਰ, ਇੱਕ ਨਕਲੀ ਸੰਸਾਰ ਬਣਾ ਲੈਂਦਾ, ਉਹਨੂੰ ਸੁਪਨ ਅਵਸਥਾ ਕਹਿੰਦੇ ਆ। ਉਸ ਤੋਂ ਬਾਅਦ ਇੱਕ ਸੁਖਾਪਤੀ ਅਵਸਥਾ ਹੈ, ਜਿੱਥੇ ਕੁਛ ਨਹੀਂ ਹੈਗਾ, ਨਾ ਤੁਸੀਂ ਹੈਗੇ, ਨਾ ਮਨ ਹੈਗਾ, ਨਾ ਬੁੱਧੀ, ਨਾ ਚੇਤਨਾ, ਹੰਕਾਰ। ਉੱਥੇ ਕੇਵਲ ਸ਼ੁੱਧ ਚੇਤਨਾ ਹੈ। ਜਿਹੜੀ ਬਾਲਟੀ ਸੀ ਸਮੁੰਦਰ ਦੇ ਵਿੱਚ ਗਈ, ਉਹਦਾ ਰੂਪ ਹੋ ਗਈ। ਪਰ ਉੱਥੇ ਇਹ ਪ੍ਰੋਬਲਮ ਹੈ ਕਿ ਆਪਾਂ ਉੱਥੇ ਬੇਹੋਸ਼ ਹੋ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ। ਬਹੁਤ ਗਹਿਰੀ ਸਲੀਪ ਕਹਿੰਦੇ, ਉਹਨੂੰ ਡੀਪ ਸਲੀਪ ਕਹਿੰਦੇ ਆ। ਜਦੋਂ ਬੰਦਾ ਕੋਈ ਬਹੁਤਾ ਬਿਮਾਰ ਹੋ ਜਾਏ, ਮਾਨਸਿਕ ਚਿੰਤਾ, ਪਰੇਸ਼ਾਨੀਆਂ ਜਾਂ ਸਰੀਰ 'ਚ ਕੋਈ ਕਸ਼ਟ, ਫਿਰ ਉਹਨੂੰ ਡਾਕਟਰ ਕਰਦੇ ਆ, ਦਵਾਈ ਦਿੰਦੇ ਆ, ਉਹਨੂੰ ਡੀਪ ਸਲੀਪ 'ਚ ਭੇਜਦੇ। ਡੀਪ ਸਲੀਪ ਦਾ ਮਤਲਬ ਆਤਮਾ ਦਾ ਸਪਰਸ਼। ਜਿਹੜੇ ਬੰਦੇ ਅਮਰੀਕਨ ਨੇ, ਬਹੁਤ ਸਾਰੇ ਪਾਗਲ ਨੇ, ਦੇਖੋਗੇ ਅਮਰੀਕਾ ਦੇ ਵਿੱਚ ਨਾ ਮਾਨਸਿਕ ਰੋਗਾਂ ਦੇ ਡਾਕਟਰ ਬਹੁਤ ਨੇ ਉੱਥੇ। ਕਿਉਂਕਿ ਚਿੱਤ ਦੇ ਵਿੱਚ ਗੰਦ ਮੰਦ ਸੁੱਟ ਲਿਆ, ਜ਼ਿਆਦਾ ਲੋੜ ਤੋਂ ਜ਼ਿਆਦਾ ਇਨਫੋਰਮੇਸ਼ਨ ਪ੍ਰਾਪਤ ਕਰ ਲਈ ਆ, ਉਹ ਫਿਰ ਬੰਦਾ ਮਾਨਸਿਕ ਪਰੇਸ਼ਾਨ ਹੋ ਜਾਂਦਾ। ਇਸ ਕਰਕੇ ਇਹਨਾਂ ਸਾਰਿਆਂ ਨੂੰ ਰਾਤ ਦੀਆਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਣਾ ਪੈਂਦਾ। ਇਹ ਬਿਲਕੁਲ ਸੱਚ ਹੈ। ਨੀਂਦ ਨਹੀਂ ਆਉਂਦੀ, ਨੀਂਦ ਦਾ ਘੱਟ ਜਾਣਾ ਜਾਂ ਨੀਂਦ ਦਾ ਨਾ ਆਉਣਾ, ਇਹ ਤੁਹਾਡੇ ਜੀਵਨ ਦੇ ਉੱਪਰ ਬਹੁਤ ਪ੍ਰਭਾਵ ਪਾਉਂਦਾ। ਦੂਜੀ ਤਰਫ ਜੇ ਤੁਸੀਂ ਭਗਤੀ ਕਰਦੇ ਜੋ, ਉਹਦੇ ਵਿੱਚ ਵੀ ਨੀਂਦ ਘੱਟ ਜਾਂਦੀ ਆ। ਉਹ ਇੱਕ ਅਲੱਗ ਚੀਜ਼ ਹੈ। ਜਿਹੜੀ ਤੁਸੀਂ 8-9 ਘੰਟੇ 10 ਘੰਟੇ ਸੌਂ ਕੇ ਨੀਂਦ ਦੀ ਜਿਹੜੀ ਤੁਹਾਡੀ ਵਰਤੋਂ ਪੂਰੀ ਹੁੰਦੀ ਸੀ, ਤੁਸੀਂ 4 ਘੰਟੇ 5 ਘੰਟੇ ਵੀ ਸੌਂ ਲਿਆ ਨਾ ਤਾਂ ਬਹੁਤ ਹੋ ਗਿਆ। ਨਿੱਜਰ ਸਾਹਿਬ, ਇਹ ਤੁਹਾਡੇ ਨਾਲ ਏਦਾਂ ਹੋਇਆ? ਬਿਲਕੁਲ ਹੋਇਆ ਜੀ, ਬਿਲਕੁਲ ਸਹੀ ਹੈ। ਠੀਕ ਹੈ। ਇੱਕ ਸਾਧਨ ਦਾ ਪੜਾਅ ਹੈ। ਇਹ ਨਾ ਸੋਚੋ ਕਿ ਨੀਂਦ ਘੱਟ ਗਈ, ਨੀਂਦ ਘਟੀ ਨਹੀਂ, ਨੀਂਦ ਦੀ ਕੁਆਲਿਟੀ ਵੱਧ ਗਈ। ਇਸ ਕਰਕੇ ਥੋੜੀ ਨੀਂਦ ਦੇ ਵਿੱਚ ਵੀ ਤੁਹਾਡਾ ਜਿਹੜਾ ਕੋਟਾ ਪੂਰਾ ਹੋ ਜਾਂਦਾ। ਦਿਨੇ ਤੁਹਾਡਾ ਖੇੜਾ ਪੂਰਾ ਰਹੂਗਾ, ਤੁਸੀਂ ਐਨ ਸੱਪ ਦੇ ਵਾਂਗੂ ਰਹੋਗੇ, ਪਰ ਨੀਂਦ ਤੁਹਾਡੀ ਘੱਟ ਜਾਣੀ, ਕੁਝ ਸਮੇਂ ਲਈ ਘਟੇਗੀ। ਇਸ ਕਰਕੇ 2 ਵਾਰੀ ਸੌਂ ਲਿਆ ਕਰੋ। ਪਹਿਲਾਂ ਸੌਂ ਲਿਆ, ਫਿਰ ਜੇ ਉੱਠ ਕੇ ਅੱਧਾ ਘੰਟਾ ਕੋਈ ਪੜ੍ਹ ਲਿਆ, ਫਿਰ ਸੌਂ ਜਾਓ, ਤੁਹਾਨੂੰ ਫਿਰ ਨੀਂਦ ਆ ਜਾਏਗੀ। ਖਾਸ ਕਰਕੇ ਸਾਧਨਾ ਕਰਨ ਤੋਂ ਬਾਅਦ 1-ਅੱਧਾ ਘੰਟਾ ਸੌਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਧਨਾ ਦੇ ਵਿੱਚ ਸ਼ਕਤੀ ਬਹੁਤ ਲੱਗਦੀ ਹੈ। ਤੇ ਨੀਂਦ ਦੇ ਵਿੱਚ ਤੁਹਾਡੀ ਫਿਰ ਸਮਾਧੀ ਗਹਿਰੀ ਹੋ ਜਾਊਗੀ। ਫਿਰ ਖੱਬੇ ਬੰਨੇ ਮੂੰਹ ਕਰ ਲਓ ਜਾਂ ਸੱਜੇ ਬੰਨੇ ਕਰ ਲਓ, ਉਸੇ ਤਰ੍ਹਾਂ ਵਿੰਗੇ ਹੋ ਕੇ ਸੌਂ ਜਾਓ। ਬਸ ਅੱਖਾਂ ਬੰਦ ਕਰਕੇ ਬੈਠੇ ਰਹੋ, ਤੁਹਾਨੂੰ ਨੀਂਦ ਆ ਜਾਏਗੀ। ਤੁਹਾਨੂੰ ਨੀਂਦ ਨਹੀਂ ਵੀ ਆਉਂਦੀ, ਸੁੱਤੇ ਰਹਿਣਾ, ਅੱਖਾਂ ਨਹੀਂ ਖੋਲਣੀਆਂ, ਭਾਵੇਂ ਤੁਸੀਂ ਜਾਗ ਰਹੇ ਜੋ ਨਾ, ਫਿਰ ਵੀ ਨੀਂਦ ਪੂਰੀ ਹੋ ਜਾਂਦੀ ਜੋ ਇਕੱਲੇ ਸੌਣ ਦੇ ਨਾਲ। ਠੀਕ ਹੈ ਨਿੱਜਰ ਸਾਹਿਬ? ਹਾਂਜੀ। ਅੱਗੇ ਆ ਗਿਆ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ। ਇਹ ਹੁਣ ਜਿਹੜਾ ਹੈਗਾ ਜਨਰਲੀ, ਹੁਣ ਜਿਹੜਾ ਵੀ ਜਿਹਨੂੰ ਵੀ ਇਹ ਭਗਤੀ 'ਤੇ ਚੱਲਦਾ ਹੈ, ਕੁਛ ਪ੍ਰਾਪਤੀ ਹੋ ਜਾਂਦੀ ਆ, ਉਹ ਚਾਹੁੰਦਾ ਹੈ ਕਿ ਵੀ ਇਹਨੂੰ ਵੀ ਦੇ ਦਾਂ, ਇਹਨੂੰ ਵੀ ਦੇ ਦਾਂ, ਇਹਨੂੰ ਵੀ ਦੇ ਦਾਂ। ਕਿਉਂਕਿ ਉਹਨੂੰ ਜਿਹੜੀ ਚੀਜ਼ ਵਧੀਆ ਚੀਜ਼ ਮਿਲੀ ਹੁੰਦੀ ਹੈ, ਉਹ ਚਾਹੁੰਦਾ ਹੈ ਕਿ ਸਾਰੇ ਜਿਹੜੇ ਲੈ ਲੈਣ। ਕਬੀਰ ਜੀ ਕਹਿੰਦੇ ਨਹੀਂ ਭਾਈ ਨਹੀਂ, ਇਹ ਜਿਹੜਾ ਹੈਗਾ ਇਹਦੇ ਨਾਲ ਤੈਨੂੰ ਫਾਇਦਾ ਨਹੀਂ ਹੋਣ ਵਾਲਾ। ਕਹਿੰਦੇ ਇੱਥੇ ਕੋਈ ਹੈ ਹੀ ਨਹੀਂ ਭਾਈ, ਲੈਣ ਵਾਲਾ ਹੀ ਨਹੀਂ ਹੈਗਾ। ਜਿੱਥੇ ਕੋਈ ਲੈਣ ਵਾਲਾ ਮਿਲੂਗਾ, ਆਪੇ ਉਹਨਾਂ ਨੇ ਜਿਹੜਾ ਹੈਗਾ ਡਿਮਾਂਡ ਕਰ ਲੈਣੀ ਹੈ। ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਇੱਥੇ ਤਾਂ ਕੋਈ ਸ਼ਹਿਰ ਹੀ ਨਹੀਂ ਹੈਗਾ ਭਾਈ, ਕੋਈ ਪਰਖ ਕਰਨ ਵਾਲਾ ਵੀ ਨਹੀਂ ਹੈਗਾ ਇਸ ਰਾਮ ਪਦਾਰਥ, ਇਸ ਨਾਮ ਪਦਾਰਥ ਨੂੰ ਲੈਣ ਵਾਲਾ ਕੋਈ ਗ੍ਰਾਹਕ ਹੀ ਨਹੀਂ ਹੈਗਾ। ਨਾ ਹੀ ਕੋਈ ਜਿਹੜਾ ਹੈਗਾ ਆਪਣਾ ਮਨ ਦੇਣ ਵਾਲਾ ਹੈ, ਮਨ ਦੇ ਕੇ ਜਿਹੜਾ ਹੈਗਾ ਇਹਦੀ ਕੀਮਤ ਦੇਣ ਵਾਲਾ ਕੋਈ ਨਹੀਂ ਹੈਗਾ। ਹਾਂਜੀ ਵੀਰ ਜੀ। ਹੁਣ ਦੇਖੋ ਜੀ, ਸਧਾਰਨ ਤੌਰ ਤੇ
ਆਪਾਂ ਬਾਜ਼ਾਰੋਂ ਕੋਈ ਚੀਜ਼ ਖਾਂਦੇ ਆ, ਕੋਈ ਕੱਪੜਾ ਵਧੀਆ ਮਿਲ ਗਿਆ, ਜੁੱਤੀ ਵਧੀਆ ਮਿਲ ਗਈ, ਜਾਂ ਕੋਈ ਦਰਜੀ ਜਾਂ ਕੋਈ ਸਮਾਨ, ਆਪਾਂ ਕੀ ਕਰਦੇ ਆ ਕਿ ਆਪਾਂ ਲੋਕਾਂ ਨੂੰ ਦੱਸਦੇ ਆ ਕਿ ਬਈ ਉਹ ਦੁਕਾਨ ਤੇ ਸਮਾਨ ਬਹੁਤ ਵਧੀਆ, ਉੱਥੋਂ ਲਓ। ਠੀਕ ਹੈ। ਪਰ ਕਬੀਰ ਜੀ ਕਹਿੰਦੇ ਨੇ ਕਿ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ। ਕਹਿੰਦਾ ਜਦੋਂ ਤੈਨੂੰ ਆਤਮਾ ਤੱਤ ਦੀ ਪ੍ਰਾਪਤੀ ਹੋ ਗਈ ਤੇ ਬਈ ਏਦਾਂ ਕਰ ਕਿ ਤੂੰ ਐਵੇਂ ਨਾ ਥਾਂ ਥਾਂ ਦੇ ਗੰਢ ਖੋਲੀ। ਉਹਦਾ ਕਾਰਨ ਕਿ ਦੂਜੀ ਤੁਕ ਚ ਫੇਰ ਸਮਝਾਉਂਦੇ ਨੇ, ਕਹਿੰਦੇ ਨਾ ਪੱਟਣ ਨੂੰ ਨਹੀਂ ਪੱਟਣ ਕਹਿੰਦੇ ਆ। ਪਟਨਾ ਜਿਵੇਂ ਸ਼ਹਿਰ ਹੈਗਾ, ਦਰਿਆ ਦੇ ਕੰਢੇ ਤੇ ਜਿਹੜੇ ਸ਼ਹਿਰ ਹੁੰਦੇ ਉਹਨਾਂ ਨੂੰ ਪੱਟਣ ਕਹਿੰਦੇ ਆ। ਕਹਿੰਦੇ ਨਾ ਤਾਂ ਸ਼ਹਿਰ ਹੈਗਾ ਤੇ ਨਾ ਪਾਰਖੂ ਹੈਗਾ ਤੇ ਨਾ ਗਾਹਕ ਹੈ ਤੇ ਨਾ ਹੀ ਮੁੱਲ ਤਾਰਨ ਵਾਲਾ ਹੈ, ਕੋਈ ਮੁੱਲ ਦੇਣ ਵਾਲਾ ਹੈ। ਹਾਂ, ਉਹ ਕਹਿੰਦੇ ਕਿ ਇਹ ਜਿਹੜੀ ਤੇਰੀ ਮਹਿੰਗੀ ਵਸਤੂ ਹੈ ਇਹ ਨਾ ਤੇ ਪਹਿਲੀ ਗੱਲ ਤੇ ਕਿਸੇ ਦੇ ਪੱਲੇ ਪੈਣੀ। ਹੁਣ ਤੁਸੀਂ ਇੱਕ ਬੰਦੇ ਨੂੰ ਜਿਹੜਾ ਬਾਹਰੀ ਮੁਖੀ ਹੈ, ਤੁਸੀਂ ਕਿਸੇ ਪੂਜਾ ਪਾਠ ਕਰਨ ਵਾਲੇ ਬੰਦੇ ਨੂੰ ਕਹੋ ਕਿ ਉਹ ਆਤਮਾ ਦੀ ਭਗਤੀ ਕਰੀਏ ਤੇ ਉਹ ਕਹਿੰਦਾ ਕਿ ਕਿਹੜੀ ਭਗਤੀ ਭਾਈ? ਨਾ, ਮੈਂ ਤਾਂ ਪਹਿਲਾਂ ਹੀ ਕਰ ਰਿਹਾ। ਉਹ ਕਹਿੰਦਾ ਤੂੰ ਮੈਨੂੰ ਕੋਈ ਭਗਤੀ ਸਿਖਾਉਣੀ ਭਾਈ? ਮੈਂ ਤੇ ਆਲਰੇਡੀ ਕਰ ਰਿਹਾ, 20-25 ਸਾਲ ਤੋਂ ਕਰ ਰਿਹਾ। ਤੁਸੀਂ ਕਹਿ ਕੇ ਵੇਖ ਲਿਓ, ਇਹ ਤੁਹਾਨੂੰ ਪਤਾ ਲੱਗ ਜੂਗਾ ਕਬੀਰ ਜੀ ਕੀ ਕਹਿਣਾ ਚਾਹੁੰਦੇ ਆ। ਏਦਾਂ ਨੀ ਪਤਾ ਲੱਗਣਾ। ਪਹਿਲਾਂ ਆਪਣੇ ਆਂਢੀਆਂ ਗੁਆਂਢੀ ਨੂੰ ਕਹੋ, ਜਾ ਕੇ ਕਿਤੇ 100 ਬੰਦੇ ਨੂੰ ਕਹੋਗੇ ਕਿ ਇੱਕ ਬੰਦੇ ਦੇ ਮਾੜੀ ਕੰਨ ਤੇ ਜੂੰ ਸਰਕਣੀ ਆ, ਕਿਉਂਕਿ ਉਹ ਬੰਦੇ ਉੱਥੇ ਪਾਰਖੂ ਨਹੀਂ ਹੈਗੇ, ਨਾ ਪਤਾ ਹੈ। ਉਸ ਤੋਂ ਬਾਅਦ ਉਹਨਾਂ ਦਾ ਚਿੱਤ ਜਿਹੜਾ ਉਹ ਕਿਸੇ ਹੋਰ ਜੀ ਨੂੰ ਸਵੀਕਾਰ ਕਰਕੇ ਬੈਠਾ। ਆਖਰ ਤੱਕ ਉਹ ਬੰਦੇ ਜਿਹੜੇ ਉੱਥੋਂ ਉੱਠਣਾ ਨਹੀਂ ਚਾਹੁੰਦੇ। ਕਬੀਰ ਜੀ ਨੇ ਇੱਕ ਤੁਕ ਚ ਕਹੇ ਨਾ, ਜਦ ਮੈਂ ਵੇਖਿਆ ਬੇੜਾ ਜਰਜਰਾ ਤੇ ਉਤਰ ਗਿਆ ਪਚਾਕ। ਬੰਦਾ ਉੱਥੋਂ ਨੂੰ ਤਿਆਰ ਹੀ ਨਹੀਂ ਹੈ। ਬਿਲਕੁਲ। ਇਹਦਾ ਮਤਲਬ ਕਬੀਰ ਜੀ ਨੇ ਬਹੁਤ ਟਰਾਈ ਕੀਤੀ। ਇਹਦੇ ਵਿੱਚ ਨਾ ਤੁਹਾਨੂੰ ਮੈਂ ਪਹਿਲਾਂ ਵੀ ਕਥਾ ਸੁਣਾਉਂਦਾ ਸਾਂ, 2 ਪੰਥ ਹੈਗੇ ਨੇ ਮਹਾਤਮਾ ਬੁੱਧ ਦੇ, ਇੱਕ ਹੀਨ ਜਾਨ ਤੇ ਇੱਕ ਮਹਾਜਾਨ। ਮਹਾਜਾਨ ਵਾਲੇ ਕਹਿੰਦੇ ਆ ਕਿ ਆਪਾਂ ਵੱਡਾ ਜਾਨ, ਵੱਡੀ ਕਿਸ਼ਤੀ ਤਿਆਰ ਕਰੀਏ, ਉਹਦੇ ਤੇ ਸਾਰੇ ਪਿੰਡ ਨੂੰ ਲੱਦੀਏ ਤੇ ਫਿਰ ਉਹਨਾਂ ਨੂੰ ਨਦੀ ਪਾਰ ਲੰਘੀਏ। ਤੇ ਜਿਹੜੇ ਹੀਨ ਜਾਨ ਵਾਲੇ ਉਹ ਕਹਿੰਦੇ ਨਹੀਂ, ਉਹ ਕਹਿੰਦੇ ਤੇਰੀ ਕਿਸ਼ਤੀ ਤੂੰ ਬਣਾ ਕੇ ਬੈਠਾ ਰਹਿ, ਕਹਿੰਦੇ ਤੇਰੀ ਕਿਸ਼ਤੀ ਤੇ ਚੜ੍ਹਨਾ ਹੀ ਨਹੀਂ, ਕਿਉਂਕਿ ਲੋਕ ਇੰਟਰਸਟਡ ਨਹੀਂ ਹੈਗੇ। ਉਹ ਕਹਿੰਦਾ ਕਿ ਤੂੰ ਏਦਾਂ ਕਰ ਕਿ ਤੂੰ ਵੱਡੀ ਕਿਸ਼ਤੀ ਨੂੰ ਛੱਡ, ਤੂੰ ਛੋਟੀ ਜਿਹੀ ਕਿਸ਼ਤੀ ਤਿਆਰ ਕਰ ਜਿਹਦੇ ਤੂੰ ਕੱਲਾ ਬਹਿ ਜਾਏ। ਤੂੰ ਏਦਾਂ ਕਰ, ਕੱਲਾ ਪਰਲੇ ਪਾਰ ਚੱਲ ਜਾ, ਤੈਨੂੰ ਵੇਖ ਕੇ ਦੂਜੇ ਵੀ ਆ ਜਾਣ। ਹੁਣ ਦੋਨੋਂ ਆਪਣੀ ਜਗ੍ਹਾ ਤੇ ਸਹੀ ਨੇ। ਕਿਉਂਕਿ ਦੇਖੋ ਗ੍ਰੰਥਾਂ ਚ ਤੇ ਸਾਨੂੰ ਉਹ ਨਾ ਦੱਸ ਕੇ ਜਾਂਦੇ ਤੇ ਨੱਜਾ ਸਾਹਿਬ ਕਿੱਦਾਂ ਪਤਾ ਲੱਗਦਾ? ਨਾ ਕਿਸੇ ਨੇ ਨਹੀਂ ਤੁਰਨਾ ਸੀਗਾ ਜੀ, ਬਿਲਕੁਲ ਪਤਾ ਹੀ ਨਹੀਂ ਲੱਗਣਾ ਸੀ। ਉਹ ਗਿਆਨ ਜਿਹੜਾ ਤੁਹਾਡੇ ਅੰਦਰ ਹੀ ਰਹਿ ਜਾਣਾ ਸੀ। ਕਿਤਾਬਾਂ ਚ ਨਾ ਲਿਖ ਕੇ ਜਾਂਦੇ ਤੇ ਸਾਨੂੰ ਕਿੱਥੋਂ ਪਤਾ ਲੱਗਣਾ ਸੀ? ਤਾਂ ਮਾਰਗ ਦੇ ਦਰਸ਼ਨ ਹੁੰਦਾ। ਪਰ ਉਹ ਇੱਥੇ ਇਹ ਸਮਝਾਉਣਾ ਚਾਹੁੰਦੇ ਨੇ ਕਿ ਬਈ ਜਦੋਂ ਨਹੀਂ ਅਗਲਾ ਪਾਰਖੂ ਹੈਗਾ ਤੇ ਫਿਰ ਜੇ ਪਾਰਖੂ ਨਹੀਂ ਹੈਗਾ ਤੇ ਉਹਨੇ ਤੇਰੀ ਚੀਜ਼ ਦੀ ਵੈਲਿਊ ਨਹੀਂ ਕਰਨੀ, ਕਿਉਂਕਿ ਉਹਨੂੰ ਪਤਾ ਨਹੀਂ। ਹੁਣ ਇੱਕ ਤੁਸੀਂ ਲੁਹਾਰ ਨੂੰ ਹੀਰਾ ਦੇ ਆਓ, ਉਹਨੂੰ ਪੁੱਛੋ ਵੀ ਕਿ ਇਹ ਹੀਰੇ ਦਾ ਦੱਸ ਕੀ ਹਿਸਾਬ ਆ, ਉਹ ਕਹਿੰਦਾ ਭਰਾ ਮੈਨੂੰ ਨਹੀਂ ਪਤਾ, ਇਹ ਕੱਚ ਹੈਗਾ। ਉਹਨੇ ਤਾਂ ਉਹਦੇ ਤੇ ਐਨਵਿਲ ਦੇ ਉੱਤੇ ਰੱਖ ਕੇ ਤੇ ਥੋੜੀ ਮਾਰ ਕੇ ਉਹਦੇ ਟੋਟੇ ਕਰ ਦੇਣੇ। ਹਾਂ, ਉਹਨੂੰ ਨਹੀਂ ਵਿਚਾਰੇ ਨੂੰ ਪਤਾ। ਇਸ ਲਈ ਕਹਿੰਦੇ ਕਿ ਇਹ ਗਿਆਨ ਨੂੰ ਦੇਣ ਦੇ ਲਈ ਵੀ ਅਗਲੇ ਬੰਨੇ ਪਾਤਰਤਾ ਚਾਹੀਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਗੁਰੂਕੁਲ ਹੁੰਦੇ ਸੀ ਨਾ, ਸਾਰਿਆਂ ਬੱਚੇ ਨੂੰ ਥੋੜੀ ਉਹ ਗਿਆਨ ਦਿੰਦੇ ਸੀ, ਬ੍ਰਹਮ ਗਿਆਨ। ਜਿਵੇਂ ਭਗਤੀ ਦੀ ਗੱਲ ਕਰਦਾ, ਸਾਰਿਆਂ ਨੂੰ ਭਗਤੀ ਵੀ ਨਹੀਂ ਸਿਖਾਉਂਦੇ ਸੀ, ਕੇਵਲ ਉਹਨੂੰ ਹੀ ਸਿਖਾਉਂਦੇ ਸੀ ਜਿਹੜਾ ਪਾਤਰਤਾ ਹੈਗਾ, ਜਿਹਦੇ ਬਰਤਨ ਚ ਪੱਲੇ ਹੈਗਾ ਕੁਛ, ਜਿਹੜਾ ਫਿਰ ਉਹਦੀ ਇਮਤਿਹਾਨ ਲੈਂਦੇ ਸੀ। ਛੋਟੇ ਇਮਤਿਹਾਨ ਲੈਣੇ, ਇੰਜ ਕਰ ਬਈ ਇੰਜ ਕਰ, ਚੱਲ ਇੱਧਰ, ਉਹ ਕੰਮ ਕਰ, ਉਹ ਕਰ। ਫਿਰ ਕੋਈ ਬੱਚਾ ਬਹੁਤਾ ਜ਼ਿਆਦਾ ਜਦੋਂ ਉਹਨਾਂ ਦਾ ਆਗਿਆਕਾਰੀ ਹੁੰਦਾ ਸੀ, ਫਿਰ ਉਹਨੂੰ ਇਕੱਲੇ ਨੂੰ ਉਹ ਗਿਆਨ ਦਿੰਦੇ ਸੀ ਭਗਤੀ। ਫਿਰ ਉਹਨੂੰ ਗਿਆਨ ਦਿੰਦੇ ਸੀ ਕਿ ਬਈ ਨਹੀਂ, ਹੁਣ ਤੇਰਾ ਜਿਹੜਾ ਇਮਤਿਹਾਨ ਪੂਰਾ ਹੋ ਗਿਆ, ਹੁਣ ਤੂੰ ਇਸ ਵਸਤੂ ਨੂੰ ਲੈਣ ਦੇ ਲਾਇਕ ਹੈਗਾ। ਪਰ ਹੁਣ ਇੱਕੋ ਕਲਯੁਗ ਹੈ, ਕਲਯੁਗ ਦੇ ਵਿੱਚ ਓਪਨ ਹੈਗਾ, ਜੇ ਕੋਈ ਚਾਹਵੇ ਤੇ ਪ੍ਰਾਪਤ ਕਰ ਸਕਦਾ। ਹਾਂਜੀ ਨਜਰ ਸਾਹਿਬ। ਅਗਲਾ ਸ਼ਲੋਕ ਆ ਗਿਆ, ਕਬੀਰ ਤਾਸਿਓ ਪ੍ਰੀਤ ਕਰ ਜਾਕੋ ਠਾकुर ਰਾਮ, ਪੰਡਿਤ ਰਾਜੇ ਭੂਪਤੀ ਆਵੇਂ ਕੋਨੇ ਖਾਮ। ਬਹੁਤ ਵੱਡਾ ਨੁਕਤਾ ਦੇ ਰਹੇ ਕਬੀਰ ਜੀ। ਆਪਾਂ ਦੇਖੋ ਦੁਨੀਆ ਦੇ ਵਿੱਚ ਜਿਹੜੇ ਹੈਗੇ ਸਾਰਿਆਂ ਦੀ ਆਦਤ ਹੁੰਦੀ ਹੈ, ਸਾਰੇ ਚਾਹੁੰਦੇ ਆ ਵੀ ਵੱਡੇ ਤੋਂ ਵੱਡਾ ਜਿਹੜਾ ਹੈਗਾ ਮਿਨਿਸਟਰ ਹੈਗਾ, ਥਾਣੇਦਾਰ ਹੈਗਾ, ਜਾਂ ਹੋਰ DSP SP ਹੈਗੇ, ਵੱਡੇ ਜਿਹੜੇ ਹੈਗੇ MLA MP ਹੈਗੇ, ਉਹਨਾਂ ਦੇ ਨਾਲ ਦੋਸਤੀ ਹੋਏ ਵੀ ਕਿਤੇ ਕੰਮ ਆਉਣਗੇ ਆਪਣੇ। ਕਬੀਰ ਜੀ ਇਸ ਤੋਂ ਉਲਟ ਕਹਿ ਰਿਹਾ, ਕਬੀਰ ਤਾਸਿਓ ਪ੍ਰੀਤ ਕਰ ਜਾਕੋ ਠਾकुर ਰਾਮ। ਕਹਿੰਦੇ ਜੇ ਪ੍ਰੀਤ ਕਰਨੀ ਆ ਪਿਆਰਿਆ
ਤੇ ਸਤਸੰਗੀ ਜਿਹੜੇ ਜਿਨ੍ਹਾਂ ਦਾ ਮਾਲਕ, ਜਿਹੜੇ ਰਾਮ ਦੀ ਭਗਤੀ ਕਰਦੇ ਆ, ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਆ, ਜਿਨ੍ਹਾਂ ਦਾ ਠਾਕੁਰ, ਜਿਨ੍ਹਾਂ ਦਾ ਮਾਲਕ ਰਾਮ ਹੈਗਾ, ਉਹਨਾਂ ਦੇ ਨਾਲ ਮਿੱਤਰਤਾ ਕਰ ਜੇ ਕਰਨੀ ਆ। ਤੇ ਪੰਡਿਤ ਰਾਜੇ ਭੂਪਤੀ ਆਵੇਂ ਕੌਣੇ ਕਾਮ, ਇਹ ਗਿਆਨੀ ਜਿਹੜੇ ਸੋ ਕਾਲਡ ਗਿਆਨੀ, ਖੱਲੇ ਗਿਆਨੀ ਜਿਹੜੇ ਹੈਗੇ, ਜਿਨ੍ਹਾਂ ਨੂੰ ਕੱਲਾ ਗਿਆਨ ਹੈਗਾ, ਤੇ ਰਾਜੇ ਤੇ ਭੂਪਤ ਜ਼ਮੀਨ ਦੇ ਮਾਲਕ, ਕਹਿੰਦੇ ਇਹਨਾਂ ਨੇ ਕਿਹੜੇ ਕੰਮ ਆਉਣਾ ਹੈ ਤੇਰੇ ਪਿਆਰਿਆ, ਕਿਹੜੇ ਕੰਮ ਆਉਣਾ ਹੈ। ਹਾਂਜੀ ਵੀਰ ਜੀ। ਫਿਰ ਦੇਖੋ ਕਬੀਰ ਜੀ ਸਮਝਾ ਰਹੇ ਨੇ, ਕਹਿੰਦੇ ਕਬੀਰ ਜੀ ਕਹਿ ਰਹੇ ਨੇ ਜਿਨ੍ਹਾਂ ਦਾ ਰਾਮ ਹੈ ਠਾਕੁਰ, ਜਿਨ੍ਹਾਂ ਦੀ ਪ੍ਰੀਤ ਹੈ, ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੈ ਪਰਮਾਤਮਾ, ਆਤਮਾ ਤੱਤ, ਔਰ ਉਹਨੂੰ ਜਾਣਦੇ ਨੇ, ਉਹਨੂੰ ਜਾਣਨ ਦੇ ਲਈ ਪੂਰਾ ਜ਼ੋਰ ਲਗਾਉਂਦੇ, ਫਿਰ ਆਪਣਾ ਜੀਵਨ ਬਤੀਤ ਕਰਦੇ ਆ। ਕਹਿੰਦੇ ਕਿ ਉਹਨਾਂ ਦੀ ਦੋਸਤੀ ਕਰ। ਹੋ ਸਕਦਾ ਹੈ ਕਿ ਤੂੰ ਉਹਨਾਂ ਦੀ ਦੋਸਤੀ ਕਰੇਂਗਾ ਤੇ ਤੇਰਾ ਜੀਵਨ ਉੱਚਾ ਹੋ ਜਾਊਗਾ, ਕਿਉਂਕਿ ਉੱਚਿਆਂ ਦੇ ਨਾਲ ਤੂੰ ਦੋਸਤੀ ਪਾੜੀ ਹੈ। ਕਹਿੰਦੇ ਇਹਨਾਂ ਤੋਂ ਦੂਰ ਰਹੀਂ, ਪੰਡਿਤ ਰਾਜੇ ਭੂਪਤੀ ਆਵੇਂ ਕੌਣੇ, ਇਹਨਾਂ ਤੋਂ ਕਹਿੰਦੇ ਕਹਿੰਦੇ ਇਹ ਬੰਦੇ ਜਿਹੜੇ ਹੈਗੇ ਨੇ, ਇਹ ਬੰਦੇ ਤੇ ਪਰਮੇਸ਼ਰ ਦੇ ਵੱਲ ਵਹਿੰਦੇ ਹੀ ਨਹੀਂ। ਇਹਨਾਂ ਨੇ ਤੇਰੇ ਕਿਸ ਕੰਮ ਆਉਣਾ, ਕਿਉਂਕਿ ਇਹਨਾਂ ਨੇ ਆਪਣੇ ਜੀਵਨ ਦਾ ਜਿਹੜਾ ਮਕਸਦ ਕੁਝ ਹੋਰ ਬਣਾ ਲਿਆ। ਹੁਣ ਜਿਹੜਾ ਪੰਡਿਤ ਹੈ, ਪੰਡਿਤ ਹੈਗਾ ਤੋਤਾ। ਹੁਣ ਤੁਹਾਨੂੰ ਪਤਾ ਚੁੰਝ ਗਿਆਨ ਬੜਾ ਮਾੜਾ ਹੁੰਦਾ, ਉਹ ਤੇ ਪੜ੍ਹ ਲਓ ਤੁਸੀਂ ਵੀ 4-5 ਕਿਤਾਬਾਂ, ਫਿਰ ਤੁਹਾਨੂੰ ਚੈਨ ਨਹੀਂ ਹੋਣਾ, ਤੁਸੀਂ ਲੋਕਾਂ ਨੂੰ ਸੁਣਾਉਣ ਡੈ ਪੈਣਾ, ਫਲਾਣੇ ਗ੍ਰੰਥ ਚਾਹ ਲਿਖਿਆ, ਫਲਾਣੇ ਚਾਹ ਲਿਖਿਆ, ਫੀਲਿੰਗ ਆ ਜਾਣੀ ਆ ਕਿਸੇ ਦੇ। ਜਦੋਂ ਫੀਲਿੰਗ ਤੇ ਆਉਂਦੀ ਨਾ ਬ੍ਰਹਮ ਗਿਆਨੀ ਵਾਲੀ, ਹਾਂ ਫੀਲਿੰਗ ਆ ਜਾਣੀ ਹੈ ਬ੍ਰਹਮ ਗਿਆਨੀ ਵਾਲੀ। ਪਰ ਪੰਗਾ ਤੇ ਇਹ ਆ ਕਿ ਇਕੱਲੀ ਫੀਲਿੰਗ ਨੇ ਸਾਨੂੰ ਕੋਈ ਦੇਣਾ ਨਹੀਂ ਹੈ। ਤੁਹਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ, ਸੁੱਖ ਨਹੀਂ ਮਿਲਣਾ, ਕਿਉਂਕਿ ਕੇਵਲ ਪੜ੍ਹਿਆ ਹੈ, ਉਹਨੂੰ ਜਾਣਿਆ ਨਹੀਂ। ਜਦ ਤੱਕ ਤੁਸੀਂ ਉਹਨੂੰ ਜਾਣੋਗੇ ਨਹੀਂ, ਦੱਸੋ ਇਹ ਰੋਟੀ ਦੇ ਬਾਰੇ ਪੜ੍ਹ ਲਓ, ਪੜ੍ਹੀ ਜਾਓ, ਕੀ ਹੋਊਗਾ? ਪੜ੍ਹਨ ਦੇ ਨਾਲ ਥੋੜ੍ਹੀ ਦਾ ਢਿੱਡ ਭਰਨਾ, ਉਹ ਤੇ 2 ਬੁਰਕੀਆਂ ਤੁਸੀਂ ਮੂੰਹ ਚ ਪਾ ਲਓ। ਇਸੇ ਲਈ ਗ੍ਰੰਥਾਂ ਦੇ ਵਿੱਚ ਜਿਹੜਾ ਗਿਆਨ ਦਿੱਤਾ ਹੈ, ਉਹ ਕੇਵਲ ਸਾਡਾ ਮਾਰਗ ਦਰਸ਼ਨ ਕਰਨ ਵਾਸਤੇ ਦਿੱਤਾ ਹੈ। ਪਰ ਜਦੋਂ ਅਸੀਂ ਉਹਨੂੰ ਪੜ੍ਹੀ ਜਾਵਾਂਗੇ, ਉਹਦੇ ਤੇ ਅਮਲ ਨਹੀਂ ਕਰਦੇ, ਉਦਾਂ ਦੀ ਜਿੱਦਾਂ ਦੀ ਉਹਨਾਂ ਨੇ ਸਾਨੂੰ ਐਡਵਾਈਸ ਕੀਤਾ, ਸਲਾਹ ਦਿੱਤੀ ਹੈ, ਉਹਨੂੰ ਨਹੀਂ ਫੋਲੋ ਕਰਦੇ, ਤੇ ਫਿਰ ਸਾਡੇ ਜੀਵਨ ਚ ਉਹ ਅਵਸਥਾ ਥੋੜ੍ਹੀ ਬਣ ਜਾਣੀ ਆ ਇਕੱਲੇ ਪੜ੍ਹਨ ਦੇ ਨਾਲ। ਹਾਂਜੀ ਨੇ ਜਸਾ, ਇਸੇ ਕਰਕੇ ਪੰਡਿਤ ਲੋਕ ਕਰਦੇ ਨੇ, ਫਿਰ ਉਹ ਪੜ੍ਹ ਲੈਂਦੇ ਨੇ, ਫਿਰ ਲੋਕਾਂ ਨਾਲ ਬਹਿਸਾਂ ਬਸਾਈਆਂ ਕਰਦੇ ਆ, ਨਹੀਂ ਇਹਦਾ ਮਤਲਬ ਆਹ ਵਾ, ਨਹੀਂ ਇਹਦਾ ਮਤਲਬ ਆਹ ਵਾ। ਫਿਰ ਬਾਣੀ ਕਹਿੰਦੀ ਗਲੀਆਂ ਅਸੀਂ ਚੰਗੀਆਂ ਤੇ ਆਚਾਰੀ ਬੁਰੀਆਂ, ਗੱਲੀ ਬਹੁਤ ਚੰਗੇ, ਪਰ ਪ੍ਰੈਕਟੀਕਲੀ ਇਹ ਬੰਦੇ ਫੇਲ ਹੋ ਜਾਂਦੇ। ਪ੍ਰੈਕਟੀਕਲੀ ਤੁਸੀਂ ਦੇਖੋ, ਕਹਿੰਦੇ ਕਿ ਹਮ ਦੇਖੇ ਟੈ ਡੁੱਬੇ ਆਲੇ, ਮੈਂ ਵੇਖਦਾ ਹੈ ਡੁੱਬ ਜਾਂਦੇ ਨੇ। ਪੜ੍ਹ ਕੇ ਵੀ ਹਾਥ ਦੀਪਕ ਕੂਏ ਪੈਰ। ਇੱਕ ਤੇ ਗਿਆਨ ਪੜ੍ਹਿਆ ਸੀ, ਜੇ ਇਹਨਾਂ ਦਾ ਗਿਆਨ ਪੜ੍ਹਿਆ ਇਹਨਾਂ ਨੂੰ ਮਦਦ ਕਰਦਾ, ਤੇ ਫਿਰ ਖੂਹ ਚ ਛਾਲ ਨਾ ਮਾਰਦੇ। ਦੀਪਕ ਹੱਥ ਚ ਹੋਵੇ, ਤੁਸੀਂ ਆਪ ਸਿਆਣੇ ਜੋ, ਤੁਹਾਡੀ ਗੱਡੀ ਦੀ ਲਾਈਟ ਜਗਦੀ ਹੋਵੇ ਤੇ ਤੁਸੀਂ ਸਾਹਮਣੇ ਖੱਡਾ ਵੇਖ ਕੇ ਉਹ ਚ ਮਾਰੋਗੇ ਆਪਣੀ ਗੱਡੀ? ਨਜ਼ਰ ਸਾਹਿਬ ਨਾ, ਪਰ ਇਹ ਮਾਰ ਲੈਂਦੇ ਨੇ। ਇਹਦਾ ਮਤਲਬ ਕਿ ਇਹਨਾਂ ਦੀ ਲਾਈਟ ਖਰਾਬ ਆ, ਲਾਈਟ ਜਿਹੜੀ ਲਾਈਟ ਦੇ ਬਾਰੇ ਪੜਿਆ, ਲਾਈਟ ਔਨ ਨਹੀਂ ਕੀਤੀ। ਹਾਂਜੀ ਨਜ਼ਰ ਸਾਹਿਬ ਅੱਗੇ ਚਲੀ। ਕਬੀਰ ਪ੍ਰੀਤ ਇੱਕ ਸਿਉਂ ਕੀਏ, ਆਨ ਡੁੱਬਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰੜ ਮੁੰਡਾਏ। ਹੁਣ ਇੱਥੇ ਆਪਾਂ ਰੁਕਾਂਗੇ, ਕਿਉਂਕਿ ਇਹ ਜਿਹੜਾ ਹੈਗਾ ਬਹੁਤ ਹੀ ਇੰਪੋਰਟੈਂਟ ਹੈਗਾ। ਕਬੀਰ ਪ੍ਰੀਤ ਇੱਕ ਸਿਉਂ ਕੀਏ, ਆਨ ਡੁੱਬਦਾ ਜਾਏ। ਕਬੀਰ ਜੀ ਕਹਿੰਦੇ, ਦੇਖ ਪਿਆਰਿਆ, ਇੱਕ ਮਾਲਕ ਪਰਮਾਤਮਾ ਦੇ ਨਾਲ ਪ੍ਰੀਤ ਕਰੇਗਾ ਤੇ ਤੇਰੀ ਆਨ ਦੁਬਦਾ ਜਿਹੜੀ ਹੈ, ਜੋ ਮਾਲਕ ਨੇ ਦੁਬਦਾ, ਜੋ ਸੰਸਾਰ, ਜੋ ਆਕਾਰ, ਜੋ ਪਦਾਰਥ, ਜੋ ਸਵਾਦ ਪਾਏ ਹੋਏ ਆ, ਇਹ ਤੇਰੀ ਚਲੇ ਜਾਏਗੀ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰੁਣ ਮੁੰਡਾਏ। ਹੁਣ ਇਹ ਜਿਹੜਾ ਹੈਗਾ, ਇਹਦੇ ਵਾਸਤੇ ਦੇਖ ਲਓ, ਜੋਗੀ ਲੋਕ ਲੰਬੇ ਕੇਸ ਕਰਦੇ ਸੀ, ਉਹ ਤਾਂ ਜਿਹੜੇ ਹੈਗੇ ਹੋਰ ਕੇਸ ਵਧਾਉਣ ਵਾਸਤੇ ਜਿਹੜਾ ਹੈਗਾ, ਅੱਕ ਨਹੀਂ ਆਪਣੇ, ਕੀ ਉਹਨੂੰ ਕਹਿੰਦੇ ਆ, ਬੋੜ ਦਾ ਜਿਹੜਾ ਹੈਗਾ, ਉਹਦਾ ਦੁੱਧ ਜਿਹਾ ਜਿਹੜਾ ਹੈਗਾ ਉਹ ਲਾਉਂਦੇ ਸੀ। ਵਾਹੁੰਦੇ ਹੀ ਨਹੀਂ ਸੀ ਕੇਸ, ਕੋਈ ਕੇਸ ਡਿੱਗੇ ਹੀ ਨਾ, ਪੂਰੀਆਂ ਜਟਾਵਾਂ ਬਣ ਜਾਣ। ਕਬੀਰ ਜੀ ਕਹਿੰਦੇ, ਨਹੀਂ ਭਾਈ, ਭਾਵੇਂ ਤੂੰ ਉਸ ਤਰ੍ਹਾਂ ਜਟਾਵਾਂ ਬਣਾ ਲਾ, ਭਾਵੇਂ
ਭਾਵੇਂ ਇਹ ਕੇਸ ਜਿਹੜੇ ਹੈਗੇ ਇਹਨਾਂ ਨੂੰ ਤੂੰ ਮੁੰਡਾ ਦੇ। ਤੇਰੀ ਜਿਹੜੀ ਹੈਗੀ ਪਰਮਾਤਮਾ ਵੱਲ ਦੀ ਯਾਤਰਾ ਨਹੀਂ ਹੋਣ ਵਾਲੀ ਇਹਦੇ ਨਾਲ। ਬਾਹਰੀ ਜਿਹੜਾ ਹੈਗਾ ਭੇਖ ਦੇ ਨਾਲ ਜੇ ਤੂੰ ਕਹੇ ਵੀ ਕੇਸ ਵਧਾ ਕੇ ਜਾਂ ਕਹੇ ਕੇਸ ਨੂੰ ਮੁੰਡਾ ਕੇ ਤੇ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਲਏਗਾ, ਉਹ ਨਹੀਂ ਹੋ ਸਕਦਾ। ਮਾਲਕ ਦੇ ਨਾਲ ਪ੍ਰੀਤ ਕਰਨੀ ਪਊਗੀ, ਆਤਮਾ ਦੇ ਨੇੜੇ ਹੋਣਾ ਪਊਗਾ, ਧਿਆਨ ਸਿਮਰਨ ਕਰਨਾ ਪਊਗਾ। ਇਹਦੇ ਵਿੱਚ ਜਿਹੜਾ ਹੈਗਾ ਕਬੀਰ ਜੀ ਇਹ ਨਹੀਂ ਕਹਿ ਰਹੇ ਕਿ ਜਿਹੜੇ ਮਾਲਕ ਪਰਮਾਤਮਾ ਨੇ ਆਪਾਂ ਨੂੰ ਕੇਸ ਦਿੱਤੇ ਹੋਏ ਆ, ਇਹ ਕੇਸ ਦਿੱਤੇ ਆ ਉਸ ਮਾਲਕ ਪਰਮਾਤਮਾ ਨੇ। ਉਹਨੇ, ਉਹ ਡਿਜ਼ਾਈਨਰ ਨੇ, ਉਹ ਇੰਜੀਨੀਅਰ ਨੇ। ਆਦਮੀ ਔਰ ਔਰਤ ਦੋ ਬਣਾਏ ਆ ਉਸ ਮਾਲਕ ਪਰਮਾਤਮਾ ਨੇ। ਦੋਨਾਂ ਦਾ ਅਲੱਗ-ਅਲੱਗ ਡਿਜ਼ਾਈਨ ਬਣਾਇਆ, ਦੋਨਾਂ ਦਾ ਸਟਰਕਚਰ ਅਲੱਗ-ਅਲੱਗ ਬਣਾਇਆ ਮਾਲਕ ਪਰਮਾਤਮਾ ਨੇ। ਇਹਦੇ ਵਿੱਚ ਜਿਹੜਾ ਹੈਗਾ ਆਪਾਂ ਉਹ ਜਿਹੜਾ ਹੈਗਾ ਕੇਸਾਂ ਨੂੰ ਜਿਹੜਾ ਹੈਗਾ ਇਨਸਾਨ ਕੀ ਕਰਦਾ ਹੈ, ਕੇਸਾਂ ਨੂੰ ਜਿਹੜਾ ਹੈਗਾ ਮੁੰਨ ਦਿੰਦਾ ਹੈ। ਉਹ ਆਪਾਂ ਇੱਥੋਂ ਜਿਹੜਾ ਹੈਗਾ ਆਪਾਂ ਮਾਲਕ ਪਰਮਾਤਮਾ ਦਾ ਹੁਕਮ ਜਿਹੜਾ ਹੈਗਾ, ਮਾਲਕ ਨੂੰ ਆਪਾਂ ਨੇ ਕਿਹਾ ਕਿ ਉਹ ਇੰਜੀਨੀਅਰ ਜਿਹੜਾ ਹੈਗਾ ਉਹਦੇ ਵਿੱਚ, ਉਹਦੀ ਇੰਜੀਨੀਅਰਿੰਗ ਦੇ ਵਿੱਚ ਜਿਹੜਾ ਹੈਗਾ ਕਮੀ ਹੈਗੀ ਆ। ਉਹਨੇ ਐਵੇਂ ਹੀ ਮੂੰਹ 'ਤੇ ਦਾੜੀ ਦੇ ਦਿੱਤੀ, ਕੇਸ ਦੇ ਦਿੱਤੇ। ਉਹ ਮਾਲਕ ਨੇ ਕਮੀ ਹੈਗੀ ਆ ਜਿਹੜੀ ਕਿ ਮੈਂ ਦੂਰ ਕਰ ਲੈਣਾ। ਆ ਜਿਹੜਾ ਹੈਗਾ ਆਪਾਂ ਮਾਲਕ ਦੇ ਹੁਕਮ ਅਦੂਲੀ ਕਰਦੇ ਹਾਂ ਭਾਈ। ਇਹ ਜਿਹੜੀ ਹੈਗੀ ਆ ਇਹਦੇ 'ਚ ਜੇ ਆਪਾਂ ਕਹੀਏ 9 ਕਿਉਂ ਹੈ, 9 ਹੈਗੇ, 9 ਵੱਧਦੇ ਆ, ਫਲਾਨਾ ਹੈ, ਇਹ ਸਾਰਾ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਧੋਖਾ ਦੇਣ ਵਾਲੀ ਗੱਲ ਹੈਗੀ ਆ। 9 ਨੇ ਆਪੇ ਟੁੱਟ ਜਾਣਾ। ਜਿਹੜੇ 9 ਜੇ ਨਹੀਂ ਕੱਟੋਗੇ ਤੇ 9 ਜਾਨਵਰਾਂ ਦੇ ਜਾਨਵਰ ਜਿਹੜੇ ਹੈਗੇ ਵੱਧ ਜਾਂਦੇ, ਜਾਨਵਰਾਂ ਦੇ 9 ਉਹਨਾਂ ਨੂੰ ਕੀ ਪ੍ਰੋਬਲਮ ਆ ਜਾਂਦੀ ਹੈ। ਇਹ ਜਿਹੜੇ ਹੈਗੇ ਇਹ ਸਾਰੇ ਨੁਕਤੇ ਹੈਗੇ। ਆਪਾਂ ਮਾਲਕ ਦੇ ਕਿਉਂ ਔਰ ਕਰਦੇ ਕਿਉਂ ਆਪਾਂ ਕਿਉਂ ਜਿਹੜਾ ਹੈਗਾ ਆਦਮੀ ਜਿਹੜਾ ਹੈਗਾ, ਆਦਮੀ ਨੂੰ ਲਈਏ ਕਿਉਂ ਜਿਹੜਾ ਦਾੜੀ ਕੇਸ ਕਤਲ ਕਰਦਾ, ਕਿਉਂਕਿ ਜਿਹੜਾ ਹੈਗਾ ਉਹ ਚਾਹੁੰਦਾ ਹੈ, ਇਹਦੇ ਵਿੱਚ ਕਾਮ ਦੀ ਭਾਵਨਾ ਹੁੰਦੀ ਇਨਸਾਨ ਦੇ ਅੰਦਰ, ਸੋਹਣਾ ਦਿਖਣਾ ਚਾਹੁੰਦਾ ਹੈ ਦੁਨੀਆ ਦੇ ਨਾਲ, ਉਹਦਾ ਰੂਪ ਜਿਹੜਾ ਹੈਗਾ ਸੋਹਣਾ ਲੱਗੇ। ਬਸ ਇੰਨੀ ਕੀ ਇਹਦੇ ਵਿੱਚ ਹੈਗੀ ਆ। ਹੋਰ ਜਿਹੜਾ ਹੈਗਾ ਕੋਈ ਇਹਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਹੈਗਾ ਕੋਈ ਜਿਹੜਾ ਹੈਗਾ ਇਹਦੇ ਵਿੱਚ ਕੋਈ ਜਿਹੜੀ ਹੈਗੀ। ਔਰ ਐਕਚੁਅਲੀ ਜਿਹੜਾ ਹੈਗਾ ਇਹ ਰੋਜ਼ ਆਪਾਂ ਕਰਦੇ ਹਾਂ। ਦੇਖੋ ਇਨਸਾਨ ਰੋਜ਼ ਸ਼ੇਪ ਕਰਦਾ, ਰੋਜ਼ ਕੇਸ ਆ ਜਾਂਦੇ ਆ। ਉਹ ਉਹਨਾਂ ਨੂੰ ਜਿਹੜਾ ਹੈਗਾ ਬੰਦ ਤਾਂ ਕਰ ਨਹੀਂ ਸਕਦਾ। ਰੋਜ਼ ਜਿਹੜਾ ਹੈਗਾ ਮਾਲਕ ਤੋਂ ਡਿਫੀਟ ਖਾ ਜਾਂਦਾ ਹੈ। ਪਰਮਾਤਮਾ ਜਿਹੜਾ ਹੈਗਾ ਉਹਨੂੰ ਰੋਜ਼ ਜਿਹੜਾ ਹੈਗਾ ਚਾਹੁੰਦਾ ਹੈ ਉਹਦੇ ਅਗੇਂਸਟ ਜਾਣਾ, ਔਰ ਮਾਲਕ ਜਿਹੜਾ ਹੈਗਾ ਉਹਨੂੰ ਰੋਜ਼ ਜਿਹੜਾ ਹੈਗਾ ਉਹਦੇ ਮੂੰਹ 'ਤੇ ਥੱਪੜ ਲਾ ਦਿੰਦਾ ਹੈ। ਫਿਰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਮੰਨਦਾ ਨਹੀਂ ਹੈ। ਇਸ ਕਰਕੇ ਭਾਈ ਆ ਜਿਹੜਾ ਹੈਗਾ ਜੋ ਰੂਪ ਮਾਲਕ ਨੇ ਜਿਸ ਤਰ੍ਹਾਂ ਦਿੱਤਾ ਹੈ ਮਾਲਕ ਨੇ, ਉਹਦੀ ਡਿਜ਼ਾਈਨਿੰਗ ਦੇ ਵਿੱਚ ਜਿਹੜਾ ਹੈਗਾ ਕੋਈ ਕਮੀ ਨਹੀਂ ਹੈਗੀ। ਉਹਦੀ ਡਿਜ਼ਾਈਨਿੰਗ ਦੇ ਵਿੱਚ ਕੋਈ ਕਮੀ ਨਹੀਂ ਹੈਗੀ। ਔਰ ਉਹਨੂੰ ਜਿਹੜਾ ਹੈਗਾ ਆਪਾਂ ਉਸੇ ਤਰੀਕੇ ਦੇ ਨਾਲ ਰਹਿਣਾ ਚਾਹੀਦਾ ਹੈ। ਔਰ ਜਿਹੜੇ ਵੀ ਬ੍ਰਹਮ ਗਿਆਨੀ ਜਿਹੜੇ ਹੈਗੇ, ਕੋਈ ਦੁਨੀਆ ਦਾ ਹੋਏ, ਕੋਈ ਗੋਰਾ ਹੋਏ, ਕਾਲਾ ਹੋਏ, ਕੋਈ ਜਿਹੜਾ ਹੈਗਾ ਦੇਖ ਲਓ ਰਵਿੰਦਰਨਾਥ ਟੈਗੋਰ ਦੇ ਲਓ, ਟਾਲਸਟਾਏ ਲੈ ਲਓ, ਜਿਹੜਾ ਹੈਗਾ ਇਹ ਆਪਣੇ ਜਿਹੜੇ ਹੈਗੇ ਹੋਰ ਜਿਹੜੇ ਹੈਗੇ ਉਹ ਕੀ ਉਹਨਾਂ ਦਾ ਨਾਂ ਸੀਗਾ, ਇੱਕ ਆਪਣੇ ਜਿਹੜੇ ਬੰਗਾਲ ਦੇ ਹੋਏ ਆ ਉਹ ਜੀਸਸ ਕ੍ਰਾਈਸਟ ਵੀ ਸੀ। ਹਾਂਜੀ ਜੀਸਸ ਕ੍ਰਾਈਸਟ ਵੀ ਸੀਗੇ। ਅਤੇ ਇਹ ਜਿਹੜੇ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਕੇਸਾਧਾਰੀ ਹੋਏ ਆ ਭਾਈ। ਕਿਉਂਕਿ ਜਿਹੜਾ ਹੈਗਾ ਇਹ ਕੁਦਰਤ ਦੇ ਅਗੇਂਸਟ ਕਿਉਂ ਜਾਣਗੇ ਭਾਈ। ਜਿਸ ਮਾਲਕ ਨੂੰ ਪਾਉਣਾ ਆ ਉਸ ਮਾਲਕ ਨੂੰ ਜਿਹੜਾ ਹੈਗਾ ਉਹਦੇ ਅਗੇਂਸਟ ਉਹਨੂੰ ਜਿਹੜਾ ਹੈਗਾ ਆਪਾਂ ਕਹੀਏ ਵੀ ਉਹਦੀ ਡਿਜ਼ਾਈਨਿੰਗ ਦੇ ਵਿੱਚ ਕਮੀ ਹੈਗੀ ਆ। ਨਾ ਬਈ ਨਾ, ਇਹ ਗੱਲ ਨਹੀਂ ਹੈਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਬੀਰ ਸਾਹਿਬ ਕਹਿ ਰਹੇ ਨੇ ਕਿ ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰ ਮੁੰਡਾਏ। ਕਬੀਰ ਜਗ ਹੈ ਨਾ, ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਡੁੱਬਦਾ ਜਾਏ। ਹੁਣ ਕਹਿੰਦੇ ਜਦ ਤੱਕ ਤੂੰ ਇੱਕ ਪਰਮਾਤਮਾ ਦੇ ਨਾਲ ਸੰਬੰਧ ਨਹੀਂ ਨਾ ਜੋੜਦਾ, ਉਹਨਾਂ ਚਿਰ ਤੱਕ ਤੇਰੀ ਜ਼ਿੰਦਗੀ ਦੀ ਦੁਬਦਾ ਦੂਰ ਨਹੀਂ ਹੋਣੀ। ਹੁਣ ਕਈ ਬੰਦੇ ਹੁੰਦੇ ਵੇਖੋ, ਇੱਥੋਂ ਟੋਆ ਪੁੱਟਣਾ, ਉੱਥੋਂ ਟੋਆ ਪੁੱਟਣਾ, ਉੱਥੇ ਚਲ ਗਏ, ਉੱਥੋਂ 2-4 ਗੱਲਾਂ ਸੁਣ ਲਈਆਂ, ਉੱਥੇ ਚਲ ਗਏ, ਉੱਥੇ 2-4 ਗੱਲਾਂ ਸੁਣ ਲਈਆਂ, ਦੁਨੀਆ ਭਰ ਦਾ ਗਿਆਨ ਇਕੱਠਾ ਕਰੀ ਜਾਂਦੇ। ਉਹਦੇ ਨਾਲ ਤੇਰੀ ਕਹਿੰਦੇ ਦੁਬਦਾ ਨਹੀਂ ਖਤਮ ਹੋਣੀ। ਇੱਕ ਜਗ੍ਹਾ ਬਹਿ ਕੇ ਸ਼ਾਂਤੀ ਨਾਲ ਟੋਆ ਪੁੱਟੀ ਜਾ, ਇੱਕ ਸਮਾਂ ਆਊਗਾ ਤੈਨੂੰ ਪਾਣੀ ਦੀ ਧਾਰਾ ਮਿਲ ਜਾਏਗੀ, ਪ੍ਰਾਪਤੀ ਹੋ ਜਾਏਗੀ।
ਇਸ ਲਈ ਕਹਿੰਦੇ ਇੱਕ ਦੇ ਨਾਲ ਹੀ ਦੋਸਤੀ ਕਰੋ। ਇੱਕ ਦਾ ਮਤਲਬ ਇਕੱਲਾ ਪਰਮਾਤਮਾ। ਠੀਕ ਹੈ ਜੀ। ਹੁਣ ਅਗਲੇ ਬੰਨੇ ਫੇਰ ਸਮਝਾ ਰਹੇ ਨੇ, ਕਹਿੰਦੇ ਭਾਵੇਂ ਕੇਸ ਕਰ ਲਾਂਬੇ ਕੇਸ ਕਰ ਭਾਵੇਂ ਕਰੜ ਮਨ। ਭਾਵੇਂ ਕਰ। ਹੁਣ ਆੜੇ ਜਿਹੜੇ ਜੈਨੀ ਲੋਕ ਇਹਨਾਂ ਨੇ ਵਾਲ ਪੁੱਟ ਦਿੰਦੇ, ਜੜਾਂ ਸਮੇਤ ਪੁੱਟ ਦਿੰਦੇ, ਸਵਾਹ ਮਲ ਕੇ ਨਾ ਸਿਰ 'ਚ। ਜਿਹੜੇ ਇਹਨਾਂ ਦੇ ਦਿਗੰਬਰ ਹੁੰਦੇ ਨਾ, ਸਤੰਬਰ ਤੇ ਦਿਗੰਬਰ ਇਹਨਾਂ ਦੇ ਹੈਗੇ, ਇਹਨਾਂ ਦੇ ਵਾਲ ਇਹਨਾਂ ਜੜੋਂ ਪੁੱਟ ਲੈਣੇ ਸਵਾਹ ਮਲ ਮਲ ਕੇ ਜੜਾਂ ਸਮੇਤ। ਤੋ ਕਈ ਹੁੰਦੇ ਨੇ ਲੰਬੇ ਵਾਲ ਕਰਦੇ। ਉਹ ਕਹਿੰਦੇ ਦੋਨੋਂ ਕੇਸਾਂ ਦੇ ਵਿੱਚ ਨਾ ਸਮਝਾਇਆ ਵਾ ਕਿ ਨਾ ਤੇ ਲੰਬੇ ਕਰਨ ਦੇ ਨਾਲ ਜੜਾਂ ਪੁੱਟਣ ਦੇ ਨਾਲ ਇਹ ਅਧਿਆਤਮਿਕ ਜੀਵਨ ਦਾ ਇੱਕ ਅਲੱਗ ਵਿਸ਼ਾ ਹੈ। ਪਰ ਕਈ ਲੋਕ ਇਸ ਕੇਸ 'ਚ ਹੈਗੇ ਨੇ। ਤੁਸੀਂ ਜਾਓਗੇ ਨਾ ਭਿਕਸ਼ੂ ਵੇਖ ਲਓ, ਉਹ ਵੀ ਛੋਟੇ ਛੋਟੇ ਵਾਲ ਕਰਾ ਕੇ ਰੱਖਦੇ। ਉਹ ਇੱਕ ਠੀਕ ਆ, ਉਹ ਇੱਕ ਆਊਟਲੁੱਕ ਹੈਗੀ ਆ। ਬਾਕੀ ਚਲੋ ਬੰਦੇ ਦਾ ਜਿੱਦਾਂ ਦਾ ਰੂਪ ਇਹਨੂੰ ਉਦਾਂ ਰੱਖਣਾ ਚਾਹੀਦਾ, ਸੋਹਣਾ ਲੱਗਦਾ, ਮਾੜੀ ਚੀਜ਼ ਨਹੀਂ ਹੈ। ਪਰ ਉਹ ਦੋਨਾਂ ਨੂੰ ਕਹਿ ਰਹੇ ਨੇ ਕਿ ਲੰਮੇ ਕੇਸ ਰੱਖਣ ਦੇ ਨਾਲ, ਛੋਟੇ ਕਰਨ ਦੇ ਨਾਲ ਇੱਥੇ ਉਹ ਗੱਲ ਕਹੀ ਆ ਕਿ ਅਧਿਆਤਮਿਕ ਤੁਹਾਨੂੰ ਕੋਈ ਤਰੱਕੀ ਹੋ ਜਾਊਗੀ। ਇਹ ਅਲੱਗ ਚੀਜ਼। ਹਾਂ ਇਹ ਆ ਕਿ ਜਿੱਦਾਂ ਮਤਲਬ ਇਹ ਬੈਨੀਫੀਸ਼ੀਅਲ ਨਹੀਂ ਉਹਨੇ ਹੈਗੇ ਜੇ ਤੁਸੀਂ ਇਕੱਲਾ ਬਾਹਰਲੀ ਆਊਟਲੁੱਕ ਨੂੰ ਦੇਖਦੇ ਪਏ ਜੋ। ਔਰ ਬਹੁਤ ਸਾਰੀ ਦੁਨੀਆ ਜਿਹੜੀ ਆ ਮੇਕਅਪ ਚ ਤੌਰ ਤੇ ਧਾਰਮਿਕ ਦਿਖਾਈ ਦੇਣਾ ਚਾਹੁੰਦੀ ਆ। ਧਾਰਮਿਕ ਕੋਈ ਨਹੀਂ ਬਣਨਾ ਚਾਹੁੰਦਾ। ਬਹੁਤ ਜ਼ਿਆਦਾ ਲੋਕ ਕਿਸੇ ਵੀ ਧਰਮ 'ਚ ਜਾ ਕੇ ਵੇਖ ਲਓ, ਹਿੰਦੂ ਚੱਲ ਜਾਓ, ਮੁਸਲਮਾਨ 'ਚ ਚੱਲ ਜਾਓ, ਮੁਸਲਿਮ ਧਰਮ 'ਚ ਵੇਖ ਲਓ, ਉਹਨਾਂ ਮੁੱਛਾਂ ਵੱਢ ਦੇਣੀਆਂ, ਦਾੜੀ ਰੱਖ ਲੈਣੀਆਂ। ਉਸ ਤੋਂ ਬਾਅਦ ਹਿੰਦੂ ਧਰਮ 'ਚ ਵੇਖ ਲਓ, ਮਗਰਬ ਨੇ ਚੋਟੀ ਰੱਖ ਲੈਂਦੇ ਨੇ। ਇਸੇ ਹੀ ਤਰ੍ਹਾਂ ਕਈ ਨੇ। ਜ਼ਿਆਦਾਤਰ ਜੇ ਧਾਰਮਿਕ ਜਿਹੜੇ ਨੇ ਬਾਹਰੀ ਪਹਿਰਾਵੇ ਤੇ ਜ਼ਿਆਦਾ ਧਿਆਨ ਦਿੰਦੇ ਨੇ। ਪਰ ਬਾਹਰੀ ਪਹਿਰਾਵਾ ਜਿਹੜਾ ਹੈ ਨਾ, ਉਹ ਸੰਸਾਰ ਨੂੰ ਅਟਰੈਕਟ ਜ਼ਰੂਰ ਕਰ ਸਕਦਾ ਹੈ। ਅਧਿਆਤਮਿਕ ਦਾ ਮਤਲਬ ਹੈਗਾ ਤੁਹਾਡੀ ਅੰਦਰ ਦੀ ਸਥਿਤੀ ਕੀ ਹੈ। ਤੇ ਜਿਹੜਾ ਅੰਦਰਲਾ ਧਾਰਮਿਕ ਮਨੁੱਖ ਹੁੰਦਾ ਨਾ, ਉਹ ਬਾਹਰੀ ਉਹਨੂੰ ਉਹਦੀ ਮਤਲਬ ਉਨੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਧਾਰਮਿਕ ਮਨੁੱਖ ਹੈ। ਪ੍ਰੋਬਲਮ ਇਹ ਹੈ। ਇਸ ਕਰਕੇ ਜਿਹੜੇ ਬਹੁਤੇ ਧਾਰਮਿਕ ਹੋਣਾ ਚਾਹੁੰਦੇ ਨੇ, ਕੇਵਲ ਦਿਖਾਵਾ ਹੀ ਕਰਨਾ ਚਾਹੁੰਦੇ। ਅਸਲੀ ਧਾਰਮਿਕ ਹੋਣਾ ਹੈ ਤੁਹਾਡੇ ਮਨ ਨੇ ਆਉਣਾ ਹੈ। ਜਦ ਤੱਕ ਦੇਖੋ ਮਨ ਮੈਲਾ ਤੇ ਸਭ ਕੁਝ ਮੈਲਾ। ਮਨ ਜੇਕਰ ਤੁਹਾਡਾ ਅਸ਼ਾਂਤ ਹੈ, ਤੁਸੀਂ ਜੋ ਮਰਜ਼ੀ ਕਰਕੇ ਦੇਖ ਲਓ, ਉੱਥੇ ਅਸ਼ਾਂਤੀ ਤੁਹਾਡੇ ਨਾਲ ਹੈ। ਮਨ ਮਤਲਬ ਜਿਹੜਾ ਹੈਗਾ ਵਾ, ਉਹਦੀ ਮਲੀਨਤਾ ਦੂਰ ਹੋਣ ਦਾ ਇੱਕੋ ਹੀ ਤਰੀਕਾ ਹੈ ਭਗਤੀ। ਜਦੋਂ ਤੁਸੀਂ ਭਗਤੀ ਕਰੋਗੇ, ਮਨ ਤੁਹਾਡਾ ਸ਼ਾਂਤ ਹੋ ਜਾਏ। ਇਹੋ ਹੀ ਨਿਰਮਲ ਮਨ ਆ। ਅਸ਼ਾਂਤ ਮਨ ਜਿਹੜਾ ਹੈ ਉਹ ਮੈਲਾ ਹੈ। ਮਨ ਜਦੋਂ ਸ਼ਾਂਤ ਹੋ ਗਿਆ, ਫਿਰ ਤੇ ਆਤਮਾ ਹੀ ਰਹਿ ਗਈ। ਫਿਰ ਤਾਂ ਉੱਥੇ ਤਾਂ ਜ਼ਿਆਦਾ ਤੇ ਹੈ ਹੀ ਨਹੀਂ, ਮਤਲਬ ਏਦਾਂ ਦੀ ਗੱਲਬਾਤ ਨਹੀਂ ਹੈਗੀ। ਮਨ ਦੀ ਸ਼ਾਂਤੀ ਦੇ ਲਈ ਹਰ ਕੋਈ ਬੰਦਾ ਭਟਕ ਰਿਹਾ। ਚਾਹੇ ਤੁਸੀਂ ਬਾਹਰੀ ਭੇਸ ਵੀ ਬਦਲਦੇ ਪਏ ਜੋ ਨਾ, ਉਹਦੇ ਪਿੱਛੇ ਵੀ ਜਿਹੜਾ ਵਾ ਉਹ ਤੁਹਾਡੇ ਮਨ ਦੀ ਸ਼ਾਂਤੀ ਹੈ। ਜਦ ਤੱਕ ਤੁਹਾਡਾ ਮਨ ਸ਼ਾਂਤ ਨਹੀਂ ਹੁੰਦਾ, ਇਸ ਮਰਨ ਜੰਮਣ ਦੇ ਗੇੜ ਚੋਂ ਕੋਈ ਖਤਮ ਨਹੀਂ ਹੋ ਸਕਦਾ, ਮੁੱਕੇਗਾ ਹੀ ਨਹੀਂ। ਇੱਕੋ ਹੀ ਤਰੀਕਾ ਹੈ। ਜਦੋਂ ਤੁਸੀਂ ਮੌਤ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਉਸ ਟਾਈਮ ਤੁਹਾਡਾ ਮਨ ਸ਼ਾਂਤ ਹੋਣਾ ਬਹੁਤ ਜ਼ਰੂਰੀ। ਜੇ ਮਨ ਸ਼ਾਂਤ ਨਹੀਂ ਹੈ, ਸਮਝ ਲਓ ਖੇਡ ਨਹੀਂ ਖੇਡੀ ਗਈ, ਉਲਟਾ ਪੁਲਟਾ ਖੇਡਿਆ ਗਿਆ ਹੈ। ਅੱਜ ਕੱਲ ਆਪਾਂ ਜੋ ਵੀ ਜ਼ਿਆਦਾ ਕੋਸ਼ਿਸ਼ ਕਰਦੇ ਹਾਂ, ਸਾਰੇ ਉਹ ਚੀਜ਼ਾਂ ਦੇ ਨਾਲ ਸਾਡੇ ਅੰਦਰ ਅਸ਼ਾਂਤੀ ਵੱਧ ਰਹੀ ਹੈ। ਇਨਸਾਨ ਦੇ ਇੰਨੇ ਪਾਗਲਖਾਨੇ, ਇੰਨੇ ਹਸਪੀਟਲ, ਮਾਨਸਿਕ ਬਿਮਾਰੀਆਂ ਦੇ ਡਾਕਟਰ ਕਿਉਂ ਨੇ? ਬਸ ਮਨ ਅਸ਼ਾਂਤ ਹੈ। ਬਾਹਰ ਕੀ ਹੋਇਆ? ਬਾਹਰ ਦੇ ਮੁਲਕਾਂ 'ਚ ਉਹਨਾਂ ਨੇ ਕੇਵਲ ਬਾਹਰੀ ਤਨ ਦਾ ਹੀ ਖਿਆਲ ਕੀਤਾ ਹੈ। ਵੱਡੇ ਵੱਡੇ ਘਰ ਨੇ, ਕਾਰਾਂ ਮਿਲ ਗਈਆਂ, ਲੋਨ ਤੇ ਸਭ ਕੁਝ ਮਿਲ ਜਾਂਦਾ ਹੈ। ਸਾਰਿਆਂ ਦੇ ਘਰ ਲੋਨ ਦੇ ਉੱਤੇ ਹੈਗੇ ਨੇ, ਹਰ ਚੀਜ਼ ਉਹਨਾਂ ਕੋਲ ਹੈਗੀ ਹੈ। ਤੇ ਫਿਰ ਤੇ ਬੰਦਾ ਖੁਸ਼ ਹੋਣਾ ਚਾਹੀਦਾ ਨਾ, ਉੱਥੇ ਸੁਖੀ ਹੋਣਾ ਚਾਹੀਦਾ। ਨਹੀਂ, ਤੁਸੀਂ ਦੇਖੋ ਆਪਣੀ ਸੰਗਤ 'ਚ ਕਈ ਅਮਰੀਕਨ ਹੋਣੇ, ਅਮਰੀਕਨ ਨੂੰ ਛੱਡੋ ਕਿ ਆਪਣੇ ਬੰਦੇ ਵੇਖੋ, ਆਪਣੇ ਬੰਦੇ ਵੀ ਅੱਜਕੱਲ ਨੀਂਦ ਦੀ ਦਵਾਈ ਖਾ ਕੇ ਸੌਂਦੇ ਨੇ। ਕਿਉਂਕਿ ਉੱਥੇ ਹੁਣ ਭੀੜ ਦੇ ਵਿੱਚ ਜਦੋਂ ਬੰਦਾ ਚੱਲ ਜਾਂਦਾ, ਤੇ ਹੁਣ ਜਦੋਂ ਭੀੜ ਭੱਜ ਰਹੀ ਹੈ, ਤੁਸੀਂ ਭੱਜਣਾ ਹੀ ਭੱਜਣਾ, ਕਿਉਂਕਿ ਤੁਹਾਡੇ ਕੋਲ ਸ਼ਕਤੀ ਨਹੀਂ ਹੈਗੀ, ਤੁਸੀਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਦੇ। ਫਿਰ ਜਦੋਂ ਮਨ ਅਸ਼ਾਂਤ ਹੋ ਜਾਂਦਾ ਤੇ ਫਿਰ ਉਹਨੂੰ ਸ਼ਾਂਤੀ ਚਾਹੀਦੀ ਹੈ। ਔਰ ਸ਼ਾਂਤੀ ਕਿੱਥੋਂ ਚਾਹੀਦੀ? ਉਹ ਕਹਿੰਦੇ ਭਰਾ ਨੀਂਦ ਨਹੀਂ ਆਉਂਦੀ, ਇੰਨਾ ਜ਼ਿਆਦਾ ਅਸ਼ਾਂਤ ਕਰ ਲਿਆ, ਰਾਤ ਨੂੰ ਮਨ ਹੀ ਨਹੀਂ ਸੌਂ ਰਿਹਾ, ਇੰਨੀ ਜ਼ਿਆਦਾ ਗੱਡੀ ਭਜਾਲੀ ਹੈ, ਬ੍ਰੇਕ ਨਹੀਂ ਵੱਜ ਰਹੀ। ਧਿਆਨ ਸਿਮਰਨ ਦਾ ਮਤਲਬ ਇਹੋ ਆ ਕਿ ਮਨ ਨੂੰ ਸ਼ਾਂਤ ਕਰਨਾ। ਮਨ ਨੂੰ ਸ਼ਾਂਤ ਕਰਨਾ ਬਹੁਤ ਇੰਪੋਰਟੈਂਟ ਹੈ। ਔਰ ਬੰਦਾ ਸੋਚਦਾ ਕਿ ਮਨ ਨੂੰ ਕੀ ਸ਼ਾਂਤ ਕਰਨਾ ਹੈ। ਗੋਰਿਆਂ ਨੂੰ ਤਾਂ ਪਤਾ ਹੋਇਆ ਕਿ ਮਨ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਹੁਣ ਜਦੋਂ ਮਨ ਨੂੰ ਛੱਡਤਾ ਉਹਨਾਂ ਨੇ, ਉਹਨਾਂ ਤਨ ਦਾ ਧਿਆਨ ਰੱਖਿਆ, ਤਨ ਨੂੰ ਕੱਪੜੇ ਦੇਤੇ, ਸਾਬਣ ਦੇਤਾ, ਦੁਨੀਆ ਭਰ ਦੇ ਸ਼ੈਂਪੂ ਦੇਤੇ, ਦੁਨੀਆ ਭਰ ਦੇ ਕਰੀਮਾਂ ਦੇਤੀਆਂ, ਬੂਟ ਦੇਤੇ, ਕੱਪੜੇ ਦੇਤੇ।
ਪਰ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਕਿ ਅੰਦਰ ਜਿਹੜਾ ਮਨ ਹੈ ਉਹ ਮੇਨ ਤੇ ਕੰਟਰੋਲਰ ਆ, ਉਹ ਵਿਚਾਰਾ ਅਸ਼ਾਂਤ ਬੈਠਾ ਹੈ। ਤੁਸੀਂ ਆਪਣੇ ਤਨ ਨੂੰ ਸੁੱਖ ਦੇ ਦਿਓ, ਇਹਨੂੰ ਏਸੀ 'ਚ ਪਾ ਦਿਓ, ਜਿੱਥੇ ਮਰਜ਼ੀ ਲੈ ਜਾਓ। ਜਦੋਂ ਤੁਸੀਂ ਅੰਦਰੋਂ ਅਸ਼ਾਂਤ ਜੋ ਤੇ ਤੁਹਾਨੂੰ ਕੁਝ ਵੀ ਚੰਗਾ ਨਹੀਂ ਲੱਗਣਾ। ਮਨ ਨੂੰ ਸ਼ਾਂਤ ਕਰਨਾ ਬੜਾ ਜ਼ਰੂਰੀ ਹੈ, ਔਰ ਮਨ ਨੂੰ ਸ਼ਾਂਤ ਕਰਨ ਦੇ ਲਈ ਭਗਤੀ ਕਰਨੀ ਪਊਗੀ, ਧਿਆਨ ਤੇ ਸਿਮਰਨ। ਧਿਆਨ ਦਾ ਮਤਲਬ ਹੀ ਇਹੋ ਹੈ ਕਿ ਜਿਹੜੀ ਮਨ ਦੇ ਅੰਦਰ ਕੋਈ ਜਿਹੜੀ ਅਸ਼ਾਂਤੀ ਚਿੰਬੜ ਗਈ ਉਹਨੂੰ ਦੂਰ ਕੀਤਾ ਜਾਵੇ। ਵਿਚਾਰਾਂ ਰੂਪੀ ਨਰਿੰਦਰਪਾਲ ਜੀ ਹਾਂ ਨਹੀਂ ਨਿੱਜਰ ਸਾਹਿਬ ਉਹਨਾਂ ਨੂੰ ਪਤਾ ਨਹੀਂ ਲੱਗਾ। ਨਰਿੰਦਰਪਾਲ ਜੀ ਮਾਈਕ ਪਰ ਬੰਦ ਕਰੋ। ਸੋ ਜਿੰਨੀ ਵੀ ਆਪਣੀ ਗਤੀ ਹੈ, ਭਗਤੀ ਦਾ ਮਤਲਬ ਕੀ ਆ? ਮਨ ਨੂੰ ਸ਼ਾਂਤ ਕਰਨਾ। ਮਨ ਨੂੰ ਸ਼ਾਂਤ ਕਰੋਗੇ ਤੇ ਬਾਕੀ ਆਪਣੇ ਆਪ ਹੀ ਸਭ ਕੁਝ ਹੋ ਜਾਏਗਾ। ਜਿਸ ਮਰਨੀ ਤੇ ਜੱਗ ਡਰੇ, ਜਿਹੜਾ ਮਰਨ ਦੀ ਤੇ ਗੱਲ ਕਰਦੇ ਨਾ, ਉਹ ਤੇ ਉਹਨਾਂ ਚੀਜ਼ਾਂ ਦਾ ਮਰ ਜਾਣਾ ਹੈ ਕਿਉਂਕਿ ਅਸ਼ਾਂਤੀ ਉਹਨਾਂ ਦੇ ਕਰਕੇ ਹੈ। ਜਦੋਂ ਤੁਹਾਡੇ ਤੋਂ ਦੂਰ ਹੋ ਗਏ ਤੇ ਸ਼ਾਂਤੀ ਆਪਣੇ ਆਪ ਹੀ ਆ ਜਾਣੀ। ਠੀਕ ਹੈ ਨਿੱਜਰ ਸਾਹਿਬ? ਹਾਂਜੀ ਗੁਰਕੀ ਸਾਹਿਬ, ਇਹਦੇ ਵਿੱਚ ਨਾ ਦੇਖੋ ਇੱਕ ਚੀਜ਼ ਹੈਗੀ ਆ ਬਈ ਇਹ ਜਿਹੜਾ ਨਾ ਫੈਸ਼ਨ ਹੁੰਦਾ ਹੈ, ਇਹ ਜਿਹੜਾ ਹੈਗਾ ਦੇਖੋ ਪਹਿਲਾਂ ਜਿਹੜੇ ਹੈਗੇ ਦੇਖ ਲਓ, ਅੱਜ ਤੋਂ ਜਿਹੜਾ ਹੈਗਾ ਤੁਸੀਂ ਦੇਖ ਲਓ ਜ਼ਿਆਦਾ ਤੋਂ ਜ਼ਿਆਦਾ 500 600 700 ਸਾਲ ਪਹਿਲੋਂ ਜਿਹੜੇ ਸਾਰੇ ਦੇ ਸਾਰੇ ਕੇਸਾਧਾਰੀ ਹੁੰਦੇ ਸੀ। ਕੀ ਗੋਰੇ ਤੇ ਕੀ ਕਾਲੇ ਤੇ ਕੀ ਹਿੰਦੂ ਤੇ ਕੀ ਮੁਸਲਮਾਨ, ਸਾਰੇ ਦੇ ਸਾਰੇ ਕੇਸ ਵਾਲੇ ਹੁੰਦੇ ਸੀਗੇ। ਔਰ ਜਿਹੜਾ ਹੈਗਾ ਹੌਲੀ ਹੌਲੀ ਜਿਹੜਾ ਹੈਗਾ ਫਿਰ ਉਹ ਜਿਹੜਾ ਇਹ ਕਰਜਨ ਫੈਸ਼ਨ ਸ਼ੁਰੂ ਹੋ ਗਿਆ, ਲਾਰਡ ਕਰਜਨ ਵਾਲਾ। ਅਤੇ ਜਿਹੜੇ ਹੈਗੇ ਹੁਣ ਜਿਹੜੇ ਹੈਗੇ ਆ ਉਹ ਕੇਸ ਮਨਾਉਣੇ ਸ਼ੁਰੂ ਕਰਤੇ। ਆਹ ਜਿਹੜਾ ਹੈਗਾ ਫੈਸ਼ਨ ਆ ਗਿਆ ਇਹ ਜਿਹੜਾ ਹੈਗਾ। ਔਰ ਐਕਚੁਅਲੀ ਜਿਹੜਾ ਗੁਰਕੀ ਸਾਹਿਬ ਇਹ ਤਾਂ ਦੇਖੋ ਹੈ ਤਾਂ ਜਿਹੜਾ ਹੈਗਾ ਉਹ ਮਾਲਕ ਇੰਜੀਨੀਅਰ ਜਿਹੜਾ ਹੈਗਾ ਉਹਦੇ ਵਿੱਚ ਕਮੀ ਕੱਢਣ ਦੀ ਗੱਲ ਹੈਗੀ ਆ। ਬਈ ਤੂੰ ਜਿਹੜਾ ਹੈਗਾ ਗਲਤ ਕੀਤਾ ਹੈ, ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਸਾਨੂੰ ਇਹ ਕੇਸ ਤਾਂ ਨਹੀਂ ਚਾਹੀਦੇ ਸੀ ਇਸ ਜਗ੍ਹਾ ਦੇ ਉੱਤੇ। ਆਪਾਂ ਇਹ ਉਹਦੀ ਕਮੀ ਨਹੀਂ ਕੱਢ ਰਹੇ। ਮਤਲਬ ਤੁਸੀਂ ਆਪਣੀ ਰਾਏ ਕੀ ਦੇ ਸਕਦੇ ਹੋ, ਦੱਸੋ ਸਾਨੂੰ ਬਈ ਇਹਦੇ ਵਿੱਚ ਮਾਲਕ ਦੀ ਤਾਂ ਕਮੀ ਹੈਗੀ ਹੈ, ਆਪਾਂ ਉਹਦੀ ਕਮੀ ਕੱਢ ਰਹੇ ਹਾਂ। ਨਿੱਜਰ ਸਾਹਿਬ ਦੇਖੋ ਇਹਦੇ ਵਿੱਚ ਨਾ ਕਮੀ ਨਹੀਂ ਕੱਢ ਰਹੇ ਆਪਾਂ। ਇੱਕ ਚੀਜ਼ ਨੂੰ ਦੇਖੋ, ਉੱਪਰ ਤੁਕ ਦੇ ਵਿੱਚ ਉਹਨਾਂ ਨੇ ਦੇਖੋ ਕਲੀਅਰ ਕਰਤਾ, ਭਾਵੇਂ ਤੂੰ ਛੋਟੇ ਕਰ ਲਾ ਤੇ ਭਾਵੇਂ ਤੂੰ ਵੱਡੇ ਕਰ ਲਾ। ਜੇ ਤੇ ਤੂੰ ਇਹ ਸੋਚਦਾ ਕਿ ਇਹਨਾਂ ਦੇ ਕਰਨ ਦੇ ਪਿੱਛੇ ਤੂੰ ਧਾਰਮਿਕ ਹੋ ਜਾਏਗਾ, ਇਹ ਤੇਰੀ ਮਨ ਦੀ ਇੱਕ ਸੋਚ ਹੈ। ਇਹ ਚੀਜ਼ ਨੂੰ ਤੁਸੀਂ ਤੁਕ ਪੜ੍ਹ ਲਓ, ਮੇਰੇ ਹਿਸਾਬ ਨਾਲ ਇਹੋ ਮਤਲਬ ਨਿਕਲਦਾ। ਨਹੀਂ ਛੋਟਾ ਭਾਵੇਂ ਤੂੰ ਬਿਲਕੁਲ ਛੋਟੇ ਕਰ ਲਾ। ਇਹਦੇ ਉੱਪਰਲੀ ਤੁਕ ਚ ਵੇਖੋ ਨਾਲ ਹੀ ਕਿਤੇ ਕਬੀਰ ਪ੍ਰੀਤ ਇੱਕ ਸਿਉ ਕੀਜੀਏ ਆਨ ਦੁਬਦਾ ਜਾਏ। ਨਹੀਂ ਇਹਦੇ ਵਿੱਚ ਦੇਖੋ ਗੁਰਕੀ ਸਾਹਿਬ ਮੇਰੀ ਗੱਲ ਸੁਣੋ, ਪਰਮਾਤਮਾ ਨੇ ਡਿਜ਼ਾਈਨ ਕੀਤਾ ਹੈ ਆਪਾਂ ਨੂੰ, ਕੇਸ ਪਰਮਾਤਮਾ ਨੇ ਦਿੱਤੇ ਆ। ਆਪਾਂ ਜਿਹੜੇ ਹੈਗੇ ਆ ਠੀਕ ਹੈ, ਮੈਂ ਕਹਿੰਦਾ ਮੰਨਦਾ ਮੈਂ ਤੁਹਾਡੀ ਗੱਲ ਠੀਕ, ਪਰਮਾਤਮਾ ਨੇ ਦਿੱਤੇ ਆ। ਕਬੀਰ ਸਾਹਿਬ ਜੀ ਦੇ ਟਾਈਮ ਤੇ ਜਦੋਂ ਨਾ ਨਿੱਜਰ ਸਾਹਿਬ ਅੱਜ ਦੀ ਡੇਟ 'ਚ ਵੀ ਵਾਲਾਂ ਦਾ ਬੜਾ ਵੱਡਾ ਇਸ਼ੂ ਆ। ਮਾਸ ਕਰ ਮੂਰਖ ਝਗੜੇ। ਆਪਾਂ ਲੋਕ ਇਹ ਤੇ ਕਹਿੰਦੇ ਆ ਕਿ ਮਾਸ ਇਹਨੇ ਛੱਡਤਾ ਹੈ, ਪਰ ਉਹਨੇ ਆਪਣੇ ਕਰਮ ਤੇ ਨਾ ਸੁਧਾਰੇ। ਨਹੀਂ ਉਹ ਠੀਕ ਹੈ ਗੁਰਕੀ ਸਾਹਿਬ, ਮੈਂ ਤਾਂ ਕਹਿੰਦਾ ਹੈ ਕਿ ਉਹ ਡਿਜ਼ਾਈਨਰ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਡਿਜ਼ਾਈਨ ਦੇ ਵਿੱਚ ਜਿਹੜਾ ਹੈਗਾ ਕਮੀ ਨਹੀਂ ਹੈਗੀ, ਆਪਾਂ ਉਹਦੀ ਕਮੀ ਕੱਢ ਰਹੇ ਹਾਂ। ਮੈਂ ਤਾਂ ਇਹ ਗੱਲ ਕਰ ਰਿਹਾ। ਮੈਂ ਕਮੀ ਦੀ ਨਹੀਂ ਗੱਲ ਕਰਦਾ ਨਿੱਜਰ ਸਾਹਿਬ, ਮੈਂ ਇਹ ਗੱਲ ਕਰਦਾ ਕਿ ਜਦੋਂ ਕੋਈ ਚੀਜ਼ ਹੈ, ਦੇਖੋ ਵਾਲ ਰੱਖ ਲਿਆ ਠੀਕ ਹੈ, ਆਪਾਂ ਨਾ ਰੱਖਣ ਬਾਰੇ ਕਹਿੰਦੇ ਨਾ ਵੱਢਣ ਬਾਰੇ ਕਹਿੰਦੇ। ਇਹ ਮੈਂ ਕਹਿੰਦਾ ਕਿ ਬੰਦੇ ਦਾ ਆਪਣਾ ਇੱਕ ਫੈਸਲਾ ਹੈ ਠੀਕ ਹੈ। ਜੋ ਉਹ ਬੰਦੇ ਨੂੰ ਹਰ ਕੋਈ ਨੂੰ ਜੇ ਕੋਈ ਨਹੀਂ ਚੀਜ਼ ਉਹਨੂੰ, ਹੁਣ ਦੇਖੋ ਕਈ ਔਰਤਾਂ ਨੂੰ ਵਿਚਾਰੀਆਂ ਨੂੰ ਕਿੱਡੀਆਂ ਮੁੱਛਾਂ ਆ ਜਾਂਦੀਆਂ, ਆਪ ਚੀਜ਼ ਨੂੰ ਸਮਝਦੇ ਜੇ ਨਾ। ਨਹੀਂ ਤੁਸੀਂ ਦੇਖੋ ਆਪਣੇ ਗੁਰੂ ਸਾਹਿਬ ਜਿਹੜੇ ਹੈਗੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਸਾਰਿਆਂ ਨੇ ਕੇਸ ਰੱਖੇ ਆ। ਇਹਦਾ ਕੀ ਮਤਲਬ ਹੈ? ਨਿੱਜਰ ਸਾਹਿਬ ਤੁਹਾਨੂੰ ਤੁਸੀਂ ਹੁਣ ਗੱਲ ਕਰੀਏ, ਬਹਿਸ ਨਾ ਕਰੋ। ਵੀਰ ਜੀ ਇੱਕ ਮਿੰਟ ਜਸਟ ਮੈਂ ਬੇਨਤੀ ਕਰਨ ਲੱਗਾ। ਇਹ ਨਾਜ਼ੁਕ ਜਿਹਾ ਮਸਲਾ ਹੈਗਾ, ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹਨੂੰ ਕਲੋਜ਼ ਕਰਕੇ ਅੱਗੇ ਚੱਲੀਏ। ਵਾਹਿਗੁਰੂ ਜੀ। ਨਿੱਜਰ ਸਾਹਿਬ ਇੱਕ ਚਲੋ ਮੈਂ ਗੱਲ ਕਰ ਲੈਂਦਾ, ਚਲੋ ਆਪਾਂ ਇਹ ਮੈਂ ਜਨਰਲ ਟੌਪਿਕ ਆ। ਆਪਾਂ ਲੋਕ ਕਹਿ ਤੇ ਦਿੰਦੇ ਆ ਕਿ ਉਹਨਾਂ ਵਾਲ ਰੱਖੇ ਆ, ਵਾਲ ਕਿਹਨੇ ਰੱਖੇ ਜਾਂ ਨਹੀਂ ਰੱਖੇ, ਕੋਈ ਸਾਇੰਟੀਫਿਕਲੀ ਕਿੰਨੇ ਕੁ ਪ੍ਰੂਫ ਹੈਗੇ ਆਪਣੇ ਕੋਲ? ਨਹੀਂ ਹੈਗੇ। ਇਹ ਟੌਪਿਕ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ, ਇਹ ਟੌਪਿਕ ਤੇ ਨਾ ਤੁਸੀਂ ਕੋਸ਼ਿਸ਼ ਕਰਿਆ ਕਰੋ, ਇਹਨੂੰ ਅਵਾਇਡ ਕਰਿਆ ਕਰੋ। ਨਾ ਤੇ ਮੀਟ ਖਾਣ ਬਾਰੇ ਆਪਾਂ ਕਹਿੰਦੇ ਖਾਓ ਤੇ ਨਾ ਹੀ ਕਹਿੰਦੇ ਛੱਡੋ। ਵਾਲਾਂ ਦੀ ਵੀ ਇੱਛਾ ਜਿਹੜਾ ਹੈਗਾ ਹਰ ਇੱਕ ਬੰਦੇ ਦਾ ਇੱਕ ਨਿਊਟਰਲ ਹੈਗਾ, ਉਹ ਬੰਦਾ ਰੱਖ ਵੀ ਸਕਦਾ ਤੇ ਉਹ ਆਪਣੀ ਦੀ ਜ਼ਿੰਦਗੀ ਹੈ। ਆਪਾਂ ਦੇਖੀਏ ਇਹ ਪਤਾ ਕੀ ਹੁੰਦਾ ਵਾ, ਇਹ ਇੱਕ ਬਾਣੀ ਦੇ ਵਿੱਚ ਜੇ ਕਬੀਰ ਜੀ ਲਿਖ ਰਹੇ ਨਾ ਤੇ ਇਹਦੇ ਪਿੱਛੇ ਬੜਾ ਉਦੋਂ ਹੈ ਸੀ
ਜਿਹੜੇ ਗੋਰਖਨਾਥ ਦੇ ਹੈਗੇ ਸੀ ਨਾ, ਦੇਖੋ ਜੋਗੀ ਲੋਕ, ਇਹਨਾਂ ਦੇ ਵੇਖੋ ਬੜੇ ਬੜੇ ਇਹਨਾਂ ਨੇ ਵਾਲ ਰੱਖੇ ਹੋਏ ਨੇ। ਤੁਸੀਂ ਉੱਥੇ ਜਾ ਕੇ ਦੇਖੋ ਕੀ ਕਹਿੰਦੇ ਉਹਨੂੰ, ਕੁੰਭ ਦਾ ਮੇਲਾ ਲੱਗਦਾ, ਉੱਥੇ ਦੇਖੋ ਕਿੰਨੇ ਕਿੰਨੇ ਲੋਕਾਂ ਨੇ ਜਟਾ ਵਧਾਈਆਂ ਨੇ, 8-9 ਫੁੱਟ ਲੋਕਾਂ ਨੇ ਜਟਾ ਵਧਾਈਆਂ ਨੇ। ਮੈਂ ਨਹੀਂ ਕਹਿੰਦਾ ਕਿ ਗਲਤ ਹੈ ਜਾਂ ਸਹੀ ਹੈ, ਮੈਂ ਕਹਿੰਦਾ ਕਿ ਜੇ ਆਪਾਂ ਅਧਿਆਤਮਿਕ ਤੌਰ ਤੇ ਅਧਿਆਤਮਿਕ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਵਾਲ ਰੱਖਣ ਦਾ ਵਿਸ਼ਾ ਆਇਆ ਸੀ ਨਿੱਜਰ ਸਾਹਿਬ, ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਚੱਲਿਆ ਹੈ। ਉਹ ਜਦੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ। ਨਹੀਂ, ਜਿਹੜਾ ਇਹ ਤਾਂ ਜੀ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਹੀ ਉਹ ਕੇਸਾਧਾਰੀ, ਸਾਰੇ ਤਾਂ ਕੇਸਾਧਾਰੀ ਹੋਏ ਆ। ਚਲੋ ਮੈਂ ਇੱਕ ਗੱਲ ਕਹਿਣਾ ਗੁਰੂ ਸਾਹਿਬ, ਮੈਂ ਤਾਂ ਇਹ ਕਹਿ ਪਰਮਾਤਮਾ ਨੇ ਦਿੱਤੇ ਆ ਨਾ, ਮਾਲਕ ਨੇ, ਤੇ ਉਹਦੇ ਵਿੱਚ ਮਾਲਕ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਭਾਈ। ਉਹ ਆਪਾਂ ਜਿਹੜੇ ਹੈਗੇ ਆ ਉਹਨੂੰ ਵੱਢਦੇ ਆ ਜਾਂ ਉਹਨੂੰ ਜੋ ਵੀ ਕਰਦੇ ਆ, ਉਹ ਕਮੀ ਆਪਣੀ ਚ, ਉਹਦੀ ਡਿਜ਼ਾਈਨਿੰਗ ਚ ਕੋਈ ਕਮੀ ਨਹੀਂ। ਮੇਰੀ ਗੱਲ ਸੁਣੋ, ਮਾਲਕ ਨੇ ਤੇ ਬੜਾ ਕੁਝ ਬਣਾਇਆ, ਰੁੱਖ ਵੀ ਬਣਾਏ ਆ, ਫਿਰ ਨਾ ਵੱਢੋ, ਫਿਰ ਬੈਠੇ ਰਹੋ, ਫਿਰ ਲੱਕੜਾਂ ਬਣਾ ਵੱਢ ਕੇ ਲਿਆਓ। ਨਹੀਂ ਉਹ ਤਾਂ ਚਲੋ ਦੇਖੋ, ਇਹ ਤਾਂ ਨਹੀਂ ਮੈਂ ਤੁਹਾਨੂੰ ਕਹਿਣਾ ਕਿਉਂ ਨਹੀਂ ਲੌਜੀਕਲੀ ਕਿਉਂ ਨਹੀਂ? ਤੁਸੀਂ ਦਾਲਾਂ ਨੂੰ ਸੋਚਦੇ ਦਾਲਾਂ ਮਰੀਆਂ ਨੇ, ਦਾਲਾਂ ਜਿੰਦਾ ਨੇ ਸਾਰੀਆਂ, ਘਾਹ ਜਿੰਦਾ ਹੈ। ਤੁਸੀਂ ਚਾਹੋ ਹਾਂਜੀ ਇਹ ਦੇਖੋ ਜੀ, ਇਹ ਪੁਰਾਤਨ ਸਮੇਂ ਦੇ ਤੋਂ ਸਿੱਖੀ ਚੱਲਿਆ। ਜਦੋਂ ਕ੍ਰਿਸ਼ਨ ਜੀ ਮਹਾਰਾਜ ਹੋਏ ਨੇ, ਉਹਨਾਂ ਨੂੰ ਵੀ ਕੇਸਵ ਕਹਿੰਦੇ ਹੁੰਦੇ ਸੀਗੇ। ਉਹ ਵੀ ਕੇਸ ਰੱਖੇ ਹੋਣ ਕਰਕੇ ਉਹਨਾਂ ਨੂੰ ਕੇਸਵ ਕਹਿੰਦੇ ਸੀਗੇ। ਪਰਮਾਤਮਾ ਨੂੰ ਹੀ ਕੇਸਵ ਕਹਿੰਦੇ। ਵੀ ਦੇਵੀ ਦੇਵਤੇ ਹੋਏ ਨੇ, ਸਾਰਿਆਂ ਦੇ ਬਾਲ ਹਾਰਾਂ ਦੇ ਹੈਗੇ ਸੀਗੇ। ਜਿਵੇਂ ਦਿਖਾਤੇ ਤਾਂ ਵੱਖਰੀ ਗੱਲ ਹੈ। ਚਲੋ ਤੇ ਜਾਨੀ ਜਿੰਨੇ ਵੀ ਆਪਾਂ ਪੀਰ ਪਗੰਬਰ ਲਾ ਲਓ, ਜਿਹੜੇ ਪੁਰਾਣੇ ਪੁਰਾਤਨ ਜਿਹੜੇ ਦੇਵੀ ਦੇਵਤੇ ਹੋਏ ਨੇ, ਸਭ ਦੇ ਬਾਲ ਸੀ ਰੱਖੇ ਹੋਏ, ਕੇਸਾਂ ਦਾ ਸੀਗੇ। ਮੈਂ ਨਾ ਭਾਜੀ, ਤੁਸੀਂ ਜਿਹੜਾ ਜੈਨ ਧਰਮ ਆ, ਬੁੱਧ ਧਰਮ ਆ, ਇਹਨਾਂ ਤੋਂ ਪੁਰਾਣਾ ਕਿੰਨੇ ਪੁਰਾਣੇ ਧਰਮ ਆ ਭਾਜੀ, 4-4, 5-5 ਸਾਲ ਪੁਰਾਣੇ ਧਰਮ ਆ। ਹੁਣ ਇਹਨਾਂ ਦੇ ਦਿਗੰਬਰ ਵੇਖ ਲਓ। ਬੇਨਤੀ ਵੀਰ ਜੀ, ਆਪਾਂ ਗਾਹ ਚੱਲੀਏ, ਮੈਨੂੰ ਪਤਾ ਆਪਣੇ ਆਪਣੇ ਵਿਚਾਰ ਨੇ, ਪਲੀਜ਼। ਨਹੀਂ ਚਲੋ ਠੀਕ ਹੈ। ਇਹ ਚੀਜ਼ ਨੂੰ ਦੇਖੋ, ਮੈਂ ਪਤਾ ਕੀ ਕਹਿਣਾ ਵਾ, ਆਪਾਂ ਵੇਖੋ ਇੱਕ ਚੀਜ਼ ਨੂੰ ਦੇਖੋ, ਮੈਂ ਨਹੀਂ ਕਹਿੰਦਾ ਬਹਿਸ ਨਹੀਂ ਕਰਨ ਦਾ, ਇਹ ਟੌਪਿਕ ਬੜਾ ਨਾਜ਼ੁਕ ਆ। ਇੱਥੇ ਨਾ ਆਪਾਂ ਨਿੱਜਰ ਸਾਹਿਬ ਇਸ ਚੀਜ਼ ਨੂੰ ਨਾ, ਕੌਨਫਲਿਕਟ ਨੂੰ ਹਮੇਸ਼ਾ ਹੀ ਮੈਂ ਅਵਾਇਡ ਹੀ ਕਰਦਾ। ਮੈਂ ਇਹ ਚੀਜ਼ ਨੂੰ ਜ਼ਿਆਦਾ ਨਹੀਂ ਚਾਹੁੰਦਾ ਕਿ ਇੱਥੇ ਆਪਾਂ ਡਿਸਕਸ ਕੀਤੀ ਜਾਵੇ, ਕਿਉਂਕਿ ਇਹ ਟੌਪਿਕ ਹੋਰ ਇੱਦਾਂ ਦਾ ਟੌਪਿਕ ਹੈ। ਇਹ ਦੇਖੋ, ਇੱਕ ਚੀਜ਼ ਨੂੰ ਆਪ ਸਮਝੋ, ਮੁਸਲਮਾਨ ਧਰਮ ਦੇ ਵਿੱਚ ਨਾ ਇੱਕ ਵਾਰੀ ਬੜੀ ਸੋਹਣੀ ਗੱਲ ਚੱਲੀ। ਉਹਨਾਂ ਨੇ ਕੁਛ ਉਹ ਬਾਹਰੀ ਰੂਪ ਦੀ ਗੱਲ ਕੀਤੀ, ਤੇ ਉਸ ਫਕੀਰ ਨੇ ਗੱਲ ਕੀਤੀ। ਉਹ ਕਹਿੰਦਾ, ਦੇਖ ਮੇਰੀ ਗੱਲ ਸੁਣੋ ਮੇਰੀ। ਉਹ ਕਹਿੰਦਾ ਇੱਕ ਛੋਟਾ ਬੱਚਾ ਹੈ, ਉਹ ਪਹਿਲੀ ਕਲਾਸ ਚ ਚੱਲਿਆ, ਤੁਸੀਂ ਡਾਇਰੈਕਟਲੀ ਉਹਨੂੰ MA ਦੀ ਕਿਤਾਬ ਕੱਢ ਕੇ ਫੜਾ ਦੋ ਕਿ ਵੀ ਤੂੰ ਏਦਾਂ ਕਰ, ਉਹ ਪੋਸੀਬਲ ਹੈਗਾ? ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਦੇਖੋ ਕਿ ਜਿਹੜਾ ਬੰਦਾ ਜਿੰਨੀ ਕੁ ਅਵਸਥਾ ਦਾ ਮਾਲਕ ਹੈ ਨਿੱਜਰ ਸਾਹਿਬ, ਉਹ ਤੁਸੀਂ ਉਹਨਾਂ ਕੀ ਹੀ ਉਹਦੇ ਤੇ ਪ੍ਰੈਸ਼ਰ ਪਾਓ। ਹੁਣ ਤੁਸੀਂ ਇੱਕ ਚੀਜ਼ ਨੂੰ ਸਿੱਖੋ, ਸਿੱਖ ਧਰਮ ਬਹੁਤ ਵਧੀਆ ਧਰਮ ਹੈ, ਤੇ ਇੱਕ ਸਰਟਨ ਟਾਈਮ ਆਉਂਦਾ ਬੰਦਾ ਫਿਰ ਸਿੱਖੀ ਸਰੂਪ ਚ ਆ ਜਾਂਦਾ। 35-40 ਸਾਲ ਤੋਂ ਬਾਅਦ ਬੰਦਾ ਨੈਚੁਰਲੀ ਆ ਹੀ ਜਾਂਦਾ। ਪਰ ਇਹ ਦੇਖੋ ਚੀਜ਼ ਨੂੰ, ਆਪਾਂ ਜਦੋਂ ਪਹਿਲੀ ਕੰਡੀਸ਼ਨ ਰੱਖ ਦਿੰਦੇ ਆ ਵੀ ਤੂੰ ਇਹ 10ਵੀਂ ਡੰਡੇ ਤੇ ਚੜ ਜਾ, ਇੱਕ ਚੀਜ਼ ਨੂੰ ਦੇਖੋ, ਆਪਾਂ ਇਹ ਵੀ ਤੇ ਕਹਿ ਸਕਦੇ ਹਾਂ ਵੀ ਤੂੰ ਭਗਤੀ ਕਰ ਸਕਦਾ, ਪਾਠ ਕਰ ਸਕਦਾ ਵਾ। ਇੱਕ ਸਮਾਂ ਆਊਗਾ ਜਦੋਂ ਬੰਦਾ ਮੈਚੁਰ ਹੋ ਜਾਂਦਾ, ਜਦੋਂ ਬੰਦਾ ਅਧਿਆਤਮਿਕ ਤੇ ਚੱਲਦਾ, ਤੇ ਆਟੋਮੈਟਿਕਲੀ ਉਹ ਚੀਜ਼ ਨੇ ਸਭ ਉੱਥੇ ਨੇ ਆ ਜਾਣਾ। ਮੁਸਲਮਾਨ ਧਰਮ ਚ ਵੀ ਇਹੋ ਚੀਜ਼ ਆ ਕਿ 5 ਟਾਈਮ ਨਮਾਜ਼ ਜਾਓ, ਆ ਜਿਹੜੀਆਂ ਸਟਰਨ ਚੀਜ਼ਾਂ ਉਹਨਾਂ ਦੀ ਜਿਹੜੀਆਂ ਸ਼ਰੀਅਤ ਹੈਗੀ ਆ, ਤੁਸੀਂ ਉਹਨੂੰ ਫੋਲੋ ਕਰੋ, ਤਾਂ ਤੁਸੀਂ ਮੁਸਲਮਾਨ ਬਣਦੇ। ਜਦੋਂ ਆਪਾਂ ਸ਼ੁਰੂ ਚ ਥੋੜਾ ਕਰਦੇ ਹਾਂ, ਉਸ ਤੋਂ ਬਾਅਦ ਉਹ ਆਟੋਮੈਟਿਕਲੀ ਹੀ ਬੰਦਾ ਉਸ ਲਾਈਨ ਤੇ ਆ ਜਾਂਦਾ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਗੋਰਖ ਸਾਹਿਬ। ਮੈਂ ਨਹੀਂ ਕਹਿੰਦਾ, ਮੈਂ ਤਾਂ ਕਹਿੰਦਾ ਇੰਡੀਵਿਜੂਅਲ ਹੈ, ਇਨਸਾਨ ਦੀ ਆਪਣੀ ਮਰਜ਼ੀ ਹੈਗੀ। ਮੈਂ ਤਾਂ ਇਹ ਕਹਿੰਦਾ ਮਾਲਕ ਨਿੱਜਰ ਸਾਹਿਬ ਨੇ ਆਪਣੀ ਥਾਂ ਸੱਚਾ, ਤੂੰ ਆਪਣੀ ਥਾਂ ਸੱਚਾ ਵਾ। ਜਦੋਂ ਸਾਡੀ ਵੀ ਜ਼ਿੰਦਗੀ ਜੰਮੇ ਪੜ੍ਹਾਈ ਦੀਆਂ ਸਾਡਾ ਅਸੀਂ ਕਿਸੇ ਦਾ ਮੂੰਹ ਸਿਰ ਨਹੀਂ ਕੱਟਿਆ, ਦਾੜੀਆਂ ਵੇਖੀਆਂ। ਆਪ ਹੁਣ 30-35 ਸਾਲਾਂ ਚ ਕਰ ਜੋ ਹੈਗਾ ਕਿ ਲੋਕ ਜਿਹੜਾ ਸਿਰ ਮਨਾਈ ਜਾਂਦੇ ਜਾਂ ਦਾੜੀਆਂ ਮਨਾਈ। ਸਾਡੇ ਨੇ ਬਜ਼ੁਰਗ ਲੋਕਾਂ ਮਰਨਾ, ਦਾੜੀਆਂ ਐਡੀਆਂ ਉਹਨਾਂ ਦੀਆਂ ਹੁੰਦੀਆਂ ਹੈਗੀਆਂ। ਇਹ ਜਿਹੜਾ ਵਾ ਟਾਈਮ ਜਿਹੜਾ ਉਹ ਤਾਂ ਬਦਲ ਗਿਆ ਵਾ। ਉਹ ਆਪਣੀ ਥਾਂ ਸੱਚਾ, ਤੂੰ ਆਪਣੀ ਥਾਂ ਸੱਚਾ। ਆਪੇ ਪਰਮੇਸ਼ਰ ਜਿਹੜਾ ਵਾ ਨਾ, ਉਹਨੇ ਬੀਜ ਦੇਣਾ ਵਾ ਜਦੋਂ ਤੁਸੀਂ ਪਰਮੇਸ਼ਰ ਦਾ ਨਾਮ ਲਓਗੇ। ਬਸ ਮੈਂ ਤਾਂ ਇਹ ਕਹਿਣਾ ਜੀ, ਮਾਲਕ ਦੇ ਵਿੱਚ ਕੋਈ ਕਮੀ ਨਹੀਂ ਹੈਗੀ। ਮੇਰਾ ਕਹਿਣ ਦਾ ਭਾਵ ਇੰਨਾ ਹੀ ਹੈਗਾ। ਉਹ ਇਹ ਆਪਣੀ ਇੰਡੀਵਿਜੂਅਲ ਆਪਣੀ ਮਰਜ਼ੀ ਹੈਗੀ। ਨਿੱਜਰ ਸਾਹਿਬ, ਇਹ ਬਾਣੀ ਦੇ ਵਿੱਚ ਨਾ ਤੁਸੀਂ ਦੇਖੋ ਕਿ ਬਾਣੀ ਦੇ ਵਿੱਚ ਖਾਸ ਕਰਕੇ ਕਿਹਾ ਵਾ ਕਿ ਕਈਆਂ ਦੇ ਸੁਰ ਬੜੇ ਵਧੀਆ ਨੇ, ਕਈਆਂ ਦੇ ਵਾਲ ਬੜੇ ਵੱਡੇ ਨੇ। ਇਹ ਬਾਣੀ ਚ ਖਾਸ ਕਰਕੇ ਇਹ ਚੀਜ਼ਾਂ ਦੀ ਗੱਲ ਚੱਲੀ ਹੈ ਕਿ ਕਿਉਂ ਬਾਣੀ ਚ ਬਾਰ-ਬਾਰ ਇਹ ਚੀਜ਼ਾਂ ਆਉਂਦੀਆਂ ਨੇ, ਕਿਉਂਕਿ ਇਹ ਚੀਜ਼ਾਂ ਇਤਿਹਾਸ ਦੇ ਵਿੱਚ ਬਹੁਤ ਚੱਲੀਆਂ ਨੇ।
ਤੇ ਹੁਣ ਵੀ ਹੈਗੀਆਂ ਨੇ। ਚਲੋ ਇਹ ਵੀ ਇੱਕ ਟੌਪਿਕ ਹੈਗਾ। ਫਿਲਹਾਲ ਇਸ ਟੌਪਿਕ ਨੂੰ ਆਪਾਂ ਸਾਈਡ ਤੇ ਰੱਖਦੇ ਹਾਂ। ਸਮਾਂ ਆਊਗਾ ਤੇ ਕੋਈ ਗੱਲ ਨਹੀਂ, ਇਹਦੇ ਅਨੁਸਾਰ ਤੇ ਬੰਦੇ ਨੇ ਆਪਣਾ ਜੀਵਨ ਤੇ ਬਤੀਤ ਕਰਨਾ ਹੀ ਕਰਨਾ। ਬਿਲਕੁਲ ਠੀਕ ਹੈ ਜੀ। ਆਪੇ ਟਾਲ ਲੈਣਾ। ਹਾਂਜੀ ਹਾਂਜੀ ਇੱਕ ਰਿਕੁਐਸਟ ਹੈਗੀ ਆ, ਇਹ ਸੈਂਸਿਟਿਵ ਟੌਪਿਕ ਆ, ਲੈਟਸ ਮੂਵ ਔਨ ਪਲੀਜ਼। ਹਾਂ ਠੀਕ ਹੈ ਜੀ। ਹਾਂ ਕੋਈ ਗੱਲ ਨਹੀਂ। ਮੈਂ ਤੇ ਪਹਿਲਾਂ ਵੀ ਨਿੱਜਰ ਸਾਹਿਬ ਨੂੰ ਕਈ ਵਾਰੀ ਕਿਹਾ ਵਾ ਕਿ ਨਿੱਜਰ ਸਾਹਿਬ ਇਹ ਟੌਪਿਕ ਤੇ ਨਾ ਪੰਗਾ ਲੈ ਕੋ। ਨਿੱਜਰ ਸਾਹਿਬ ਨੇ ਤੇ ਤੁਕ ਲਾਉਣੀ ਹੁੰਦੀ ਹੈ ਬਾਅਦ। ਨਹੀਂ ਐਸੀ ਗੱਲ ਨਹੀਂ ਹੈ ਗੋਰਖੀ ਸਾਹਿਬ, ਮੇਰਾ ਸਿਰਫ ਜਿਹੜਾ ਮਾਲਕ ਪਰਮਾਤਮਾ ਦੇ ਵਿੱਚ ਕੋਈ ਕਮੀ ਨਹੀਂ ਹੈ, ਮਾਲਕ ਦੇ ਜਿਹੜਾ ਡਿਜ਼ਾਈਨ ਦੇ ਵਿੱਚ ਕਮੀ ਨਹੀਂ ਹੈ। ਮੇਰਾ ਕਹਿਣ ਦਾ ਭਾਵ ਉਹੀ ਸੀਗਾ, ਬਸ ਸਿਰਫ ਇੰਨਾ ਹੀ ਸੀਗਾ। ਨਿੱਜਰ ਸਾਹਿਬ ਇੱਕ ਚੀਜ਼ ਨੂੰ ਆਪ ਦੇਖੀਏ ਨਾ, ਜੇਕਰ ਵੈਸੇ ਚਲੋ ਇਹ ਟੌਪਿਕ ਨੂੰ ਮੈਂ ਸਾਈਡ ਤੇ ਕਰ ਦਿੰਦਾ, ਤੁਸੀਂ ਚੀਜ਼ ਨੂੰ ਦੇਖੋ। ਹਾਂ ਆਪਾਂ ਹਰ ਚੀਜ਼ ਨੂੰ ਦੇਖੀਏ ਨਾ, ਇੱਥੇ ਸੰਸਾਰ ਤੇ ਜਿਹੜਾ ਸਾਡਾ ਜੀਣਾ ਹੈ ਨਾ, ਉਹਦੇ ਪਿੱਛੇ ਬਹੁਤ ਕੁਛ ਹੈਗਾ ਹੈ। ਸਭ એનર્ਜੀ ਹੈ, ਕਿਉਂਕਿ ਮਰੀ ਚੀਜ਼ ਤੋਂ ਤੁਹਾਨੂੰ ਕਿਤੇ એનર્ਜੀ ਪ੍ਰਾਪਤ ਨਹੀਂ ਹੋ ਸਕਦੀ। ਹਮੇਸ਼ਾ ਹੀ ਜਿਹੜੀ ਸਾਡੇ ਅੰਦਰ એનર્ਜੀ ਜੇ ਫਲੋ ਕਰਦੀ ਹੈ, ਤੇ એનર્ਜੀ ਕਿਥੋਂ ਆਈ ਆ? ਚਾਹੇ ਉਹ ਬਨਸਪਤੀ ਤੋਂ ਆਈ ਹੈ, ਚਾਹੇ ਫਰੂਟ ਤੋਂ ਆਈ ਆ, ਜਾਂ ਕਿਸੇ ਵੀ ਚੀਜ਼ ਤੋਂ ਆਈ ਆ, ਕਿਸੇ ਤਰਲ ਪਦਾਰਥ ਤੋਂ ਆਈ ਆ। ਹੈ ਹਰ ਇੱਕ ਚੀਜ਼ ਜਿੰਦਾ ਜੇ। ਇੱਥੋਂ ਤੱਕ ਪਾਣੀ ਵੀ ਜਿੰਦਾ। ਇੱਕ ਸਮਾਂ ਆਉਂਦਾ ਹੈ ਪਾਣੀ ਨੂੰ ਸਾਈਡ ਤੇ ਰੱਖੋ 2-4 ਮਹੀਨੇ, ਮਰ ਜਾਏਗਾ, ਉਹ ਡੈਡ ਹੋ ਜਾਂਦਾ। ਕਿਉਂਕਿ ਪਾਣੀ ਤਾਜ਼ਾ ਜਿਹੜਾ ਆਪਾਂ ਪੀਂਦੇ ਹਾਂ ਉਹ 'ਚ ਸਰੋਤ ਹੁੰਦਾ, ਉਹ 'ਚ એનર્ਜੀ ਦਾ ਫਲੋ ਹੁੰਦਾ। ਤੁਸੀਂ ਹਵਾ ਵੀ ਲੈਂਦੇ ਜੇ, ਇਹ ਵੀ ਜਿੰਦਾ ਹਵਾ ਹੈ। ਇੱਕ ਸਮਾਂ ਆਊਗਾ ਤੁਸੀਂ ਵੇਖ ਲਓ, ਹਵਾ ਨੂੰ ਸਟੋਰ ਕਰਕੇ ਰੱਖੋ, ਉਹ 'ਚ ਜਿਹੜਾ ਜਿੰਦਾ ਤੱਤ ਮਰ ਜਾਂਦਾ। ਜੋ ਵੀ ਬ੍ਰਹਿਮੰਡ ਹੈਗਾ ਹੈ, ਇਹ ਸਭ એનર્ਜੀ ਹੀ ਹੈ, ਸ਼ਕਤੀ ਹੈ। ਔਰ ਸ਼ਕਤੀ ਤੋਂ ਸ਼ਕਤੀ ਮਿਲ ਸਕਦੀ ਆ, ਮਰੀ ਚੀਜ਼ ਤੋਂ ਕਿਤੇ ਵੀ ਸਾਨੂੰ ਸ਼ਕਤੀ ਪ੍ਰਾਪਤ ਨਹੀਂ ਹੋ ਸਕਦੀ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹੋਂ ਬਲਿਹਾਰੀ ਤਿਨਹ ਕੋ ਪੈਸ ਜੋ ਨੀਕਸ ਜਾਹੇ। ਕਬੀਰ ਜੀ ਕਹਿੰਦੇ ਸੰਸਾਰ ਜਿਹੜਾ ਹੈਗਾ ਇਹ ਕੱਜਲ ਦੀ ਕੋਠੜੀ ਹੈ ਭਾਈ। ਇੱਥੋਂ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਔਗੁਣ ਜਿਹੜੇ ਹੈਗੇ ਆਪਾਂ ਨੂੰ ਸਹਿਜ ਸਵਾਏ, ਔਗੁਣਾਂ ਦਾ ਭੰਡਾਰ ਹੈਗਾ ਇਹ ਜੱਗ, ਮੈਲ ਦਾ ਭੰਡਾਰ ਹੈਗਾ। ਇਹਦੇ ਵਿੱਚ ਜਿਹੜਾ ਹੈਗਾ ਆਪਾਂ ਸੰਸਾਰ ਦੇ ਵਿੱਚ ਹੈਗੇ ਆ। ਮਾਲਕ ਨੇ ਆਪਾਂ ਨੂੰ ਆਹੀ ਗੇਮ ਪਾਈ ਹੋਈ ਆ। ਉਹ ਕਹਿੰਦਾ ਭਾਈ ਨਿਕਲ ਜਾ ਬਾਹਰ ਇਹਦੇ ਤੋਂ। ਕਹਿੰਦੇ ਕਬੀਰ ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਿਸ ਮਾਹੇ। ਔਰ ਜਿਹੜੇ ਆਪਾਂ ਇਨਸਾਨ ਦੀ ਗੱਲ ਕਰੀਏ, ਜਿਹੜੇ ਵੀ ਹੈਗੇ ਉਹ ਜਿਹੜੇ ਹੈਗੇ ਆ ਉਹਨਾਂ ਦੀਆਂ ਅੱਖਾਂ ਹੈ ਨਹੀਂ ਗੀਆਂ, ਅੰਨੇ ਹੈਗੇ। ਜੇ ਕਿਤੇ ਬ੍ਰਹਮ ਗਿਆਨ ਲੈ ਲੈਣ ਤੇ ਅੱਖਾਂ ਮਿਲ ਜਾਂਦੀਆਂ ਹੈ ਭਾਈ। ਹੋਂ ਬਲਿਹਾਰੀ ਤਿਨਹ ਕੋ ਪੈਸ ਜੋ ਨੀਕਸ ਜਾਏ। ਕਹਿੰਦੇ ਮੈਂ ਤਾਂ ਉਹਨਾਂ ਤੋਂ ਬਲਿਹਾਰ ਹੈਗਾ ਜਿਹੜੇ ਕਿ ਗਿਆਨ ਬ੍ਰਹਮ ਗਿਆਨੀਆਂ ਤੋਂ ਗਿਆਨ ਲੈ ਕੇ ਔਰ ਇਹ ਕੱਜਲ ਦੀ ਕੋਠੜੀ ਚੋਂ ਜਿਹੜੇ ਹੈਗੇ ਬਾਹਰ ਨਿਕਲ ਆਉਂਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਵੇਖੋ ਤੁਕ ਦੇ ਉੱਪਰ ਲਿਖਿਆ ਕਬੀਰ ਜਗ ਕਾਲਕ ਕੀ ਕੋਠੜੀ। ਪਹਿਲੀ ਗੱਲ ਤੇ ਕਹਿੰਦੇ ਕਿ ਕਾਲਕ ਦੀ ਕੋਠੜੀ ਹੈ, ਕਹਿਣ ਤੋਂ ਭਾਵ ਇਹ ਮਾਇਆ ਹੈ। ਇੱਥੇ ਜਦੋਂ ਬੰਦਾ ਪੈਦਾ ਹੁੰਦਾ, ਤੁਸੀਂ ਵੇਖੋ ਤੁਹਾਡੀਆਂ ਇੰਦਰੀਆਂ ਜਿਹੜੀਆਂ ਨੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹਨਾਂ ਦੇ ਵਿਸ਼ੇ ਨੇ, ਵਿਕਾਰ ਨੇ, ਭੋਗਣਾ ਚਾਹੁੰਦੀਆਂ ਨੇ। ਤੁਸੀਂ ਭੋਗ ਕੇ ਵੇਖ ਲਓ। ਜਿੱਦਾਂ ਜਿੱਦਾਂ ਅੱਗ 'ਚ ਲੱਕੜ ਪਾਉਂਦੇ ਆ ਨਾ, ਤੇ ਵੇਖੋ ਉਹ ਲੱਕੜ ਦੀ ਅੱਗ ਤ੍ਰਿਪਤ ਨਹੀਂ ਹੁੰਦੀ, ਭਾਵੇਂ ਜਿੰਨੀ ਮਰਜ਼ੀ ਲੱਕੜ ਪਾ ਲਓ। ਇਸੇ ਹੀ ਤਰ੍ਹਾਂ ਇਹ ਸੰਸਾਰ ਜਿਹੜਾ ਹੈ, ਇਹ ਸੰਸਾਰ ਤੋਂ ਤੁਸੀਂ ਜਿੰਨੇ ਮਰਜ਼ੀ ਵਿਸ਼ੇ ਵਿਕਾਰਾਂ ਨੂੰ ਭੋਗ ਕੇ ਵੇਖ ਲਓ, ਆਖਰ ਤੇ ਬੰਦੇ ਦਾ ਸਰੀਰ ਨਸ਼ਟ ਹੋ ਜਾਂਦਾ ਹੈ, ਪਰ ਉਹਦੀ ਤ੍ਰਿਪਤੀ ਨਹੀਂ ਹੁੰਦੀ। ਕਿਉਂਕਿ ਇਹ ਸੰਸਾਰ ਹੀ ਏਦਾਂ ਦਾ ਬਣਿਆ ਹੈ, ਔਰ ਸਾਡੀਆਂ ਇੰਦਰੀਆਂ ਦਾ ਵਿਸ਼ਾ ਹੈਗਾ, ਔਰ ਇਹ ਨੈਚੁਰਲੀ ਸਾਨੂੰ ਇਹ ਚੀਜ਼ ਅਟਰੈਕਟ ਕਰਦੀ ਹੈ। ਕੋਈ ਵੀ ਚੀਜ਼ ਭੋਗ ਹੋਵੇ, ਉਹਨੇ ਭੋਗ ਨੇ ਸਾਨੂੰ ਖਿੱਚਣਾ ਹੁੰਦਾ। ਫਿਰ ਉਹ ਕਹਿੰਦੇ ਕਿ ਅਗਲੇ ਬੰਨੇ ਕੋਈ ਏਦਾਂ ਦੇ ਮਨੁੱਖ ਵੀ ਹੈਗੇ ਨੇ ਜਿਨ੍ਹਾਂ ਦੇ ਕੋਲ ਤੁਸੀਂ ਜਾਓ, ਜਿਨ੍ਹਾਂ ਦੀ ਸੰਗਤ ਕਰੋ, ਜਾਂ ਜਿਨ੍ਹਾਂ ਦੀ ਬਾਣੀ ਪੜ੍ਹੋ, ਤੇ ਫਿਰ ਤੁਸੀਂ ਇਸ ਕਾਲਖ ਦੀ ਕੋਠੜੀ ਚੋਂ ਬਿਨਾਂ ਕਿਸੇ ਪ੍ਰੋਬਲਮ ਦੇ ਨਿਕਲ ਸਕਦੇ ਹੋ। ਪਰ ਨਿਕਲੂਗਾ ਉਹੀ ਜਿਹੜਾ ਉਸ ਮਾਰਗ ਤੇ ਚੱਲਣਾ ਚਾਹੁੰਦਾ ਹੈ। ਪਰ ਆਪ ਜਸਟ ਦੇਖੋ, ਤੁਹਾਡੇ ਤੋਂ ਇਲਾਵਾ ਕੋਈ ਜ਼ਿਆਦਾ ਬੰਦੇ ਤੇ ਹੈ ਨਹੀਂ ਇਸ ਮਾਰਗ ਤੇ ਚੱਲਣ ਨੂੰ ਤਿਆਰ, ਕਿਉਂਕਿ ਇਹ ਕੰਮ ਜਿਹੜਾ ਆਸਾਨ ਨਹੀਂ ਆ। ਕਬੀਰ ਜੀ ਫਿਰ ਤਾਈਓ ਤੇ ਕਹਿ ਕੇ ਗਏ ਕਿ ਇੱਕ ਔਕੜ ਘਾਟੀ ਰਾਮ ਕੀ ਤੈ ਚੜ੍ਹ ਰਿਓ। ਕਬੀਰ ਜੀ ਆਸਾਨ ਗੱਲ ਹੁੰਦੀ ਤਾਂ ਕਬੀਰ ਜੀ ਕਹਿ ਦਿੰਦੇ ਕਿ ਬੜੀ ਆਸਾਨ ਘਾਟੀ ਆ, ਮੈਂ ਚੜ੍ਹਨ ਆ, ਮੇਰੇ ਨਾਲ ਹੋਰ ਵੀ ਬੜੇ। ਕਹਿੰਦੇ ਤੈ ਚੜ੍ਹ ਰਿਓ ਕਬੀਰ। ਕਬੀਰ ਸਿੰਗਲ ਵਚਨ ਦਾ ਨਾਂ ਲੈ ਰਹੇ ਨੇ, ਜ਼ਿਆਦਾ ਭੀੜ ਨਹੀਂ ਉੱਥੇ ਨਾਲ। ਹੁਣ ਵੀ ਇਸੇ ਬਾਣੀ ਦੇ ਵਿੱਚ ਜਿਹੜਾ ਖਾਸ ਕਰਕੇ ਗੱਲ ਕਹੀ ਗਈ ਹੈ, ਸੰਸਾਰ ਜਿਹੜਾ ਹੈ ਕਾਲਕ ਦੀ ਕੋਠੜੀ ਹੈ। ਤੁਸੀਂ ਸਵੇਰ ਤੋਂ ਨਿਕਲ ਜਾਓ,
ਸ਼ਾਮ ਤੱਕ ਵੇਖੋ ਤੁਸੀਂ 1 ਕੁਇੰਟਲ ਕਾਲਖ ਆਪਣੇ ਨਾਲ ਇਕੱਠੀ ਕਰ ਸਕਦੇ। ਨਿੱਜਾ ਸਾਹਿਬ ਕਰ ਸਕਦੇ ਨਾ ਆਪਾਂ? ਬਿਲਕੁਲ ਕਰ ਸਕਦੇ ਹਾਂ। ਤੁਸੀਂ 1 ਮਿੰਟ 'ਚ ਜੋ ਮਰਜ਼ੀ ਇਕੱਠਾ ਕਰੀ ਜਾਓ, ਕਾਲਖ ਹੀ ਆ। ਕਾਲਖ ਦਾ ਮਤਲਬ ਇਹੋ ਹੀ ਆ ਕਿ ਜੋ ਧਰਮ ਤੋਂ ਪਰੇ ਤੁਸੀਂ ਹੋ ਕੇ ਕੰਮ ਕਰਨਾ ਵਾ ਉਹ ਸਭ ਕਾਲਖ ਆ। ਧਰਮ ਦੇ ਵਿੱਚ ਜੇ ਰਹਿਣਾ ਔਖਾ ਕਿਉਂ ਆ? ਕਿਉਂਕਿ ਸੱਚ ਤੇ ਚੱਲਣਾ ਪੈਣਾ। ਉਹ ਬਾਣੀ ਤੇ ਕਈ ਕਿਹਾ ਖੰਡਿਓ ਤਿੱਖੀ ਵਾਲੋਂ ਨਿੱਕੀ, ਕਿਉਂਕਿ ਖੰਡਿਓ ਤਿੱਖੀ ਇਸ ਕਰਕੇ ਕਿਹਾ ਵਾ ਕਿ ਉਹ ਉੱਥੇ ਜਦੋਂ ਤੁਸੀਂ ਸੱਚ ਤੇ ਚੱਲੋਗੇ ਤੇ ਫਿਰ ਉੱਥੇ ਸੱਚ ਦੇ ਵਿੱਚ ਫਿਰ ਕਈ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣੀਆਂ। ਧਰਮ ਦੇ ਹਿਸਾਬ ਨਾਲ ਤੁਸੀਂ ਕਿਸੇ ਨਾਲ ਵਾਧਾ ਨਹੀਂ ਕਰ ਸਕਦੇ, ਕਿਸੇ ਨੂੰ ਘੱਟ ਦੇ ਨਹੀਂ ਸਕਦੇ। ਸੱਚ ਤੇ ਚੱਲਣਾ ਤਾਂਹੀਓ ਹੀ ਹੈ। ਸੰਸਾਰ ਕਿਉਂ ਡੁੱਬ ਰਿਹਾ? ਇੱਥੇ ਪੂਰਾਂ ਦੇ ਪੂਰ ਬਾਣੀ 'ਚ ਕਿਹਾ ਵਾ, ਕਬੀਰ ਜੀ ਦੀ ਬਾਣੀ ਪਤਾ ਨਹੀਂ ਹੋਰ ਕੇ ਸੰਤ ਦੀ ਬਾਣੀ, ਕਹਿੰਦੇ ਮੈਂ ਵੇਖਣ ਪੂਰਾਂ ਦੇ ਪੂਰ ਡੁੱਬ ਰਿਹਾ। ਆਪ ਜਸਟ ਦੇਖੋ ਪੂਰਾਂ ਦੇ ਪੂਰ ਹੀ ਜਾ ਰਹੇ ਨੇ। ਪੂਰ ਦਾ ਮਤਲਬ ਕੋਈ 2-4 ਨਹੀਂ, ਪਤਾ ਹੀ ਨਹੀਂ, ਅਣਗਿਣਤ ਲੋਕ। ਜਦੋਂ ਪੂਰ ਨਹੀਂ ਲਾਉਂਦੀ ਉਹ ਜਦੋਂ ਭੱਠੀ ਵਾਲਿਆਂ ਕੋਲ ਜਾਂਦੇ ਆਪਾਂ ਕਹਿੰਦੇ ਵੀ ਦਾਣੇ ਕੱਢ ਦੇ, ਹੁਣ ਉਹਨੇ 1.5 ਕਿਲੋ ਦਾਣੇ ਇਕੱਠੇ ਪੈ ਜਾਂਦੇ ਆ, ਪੂਰ ਦੇ ਪੂਰ ਪਰਾਗੇ ਲਈ ਜਾਂਦੀ ਅਗਲੀ। ਬਿਲਕੁਲ ਅਣਗਿਣਤ ਦਾਣੇ। ਇਸੇ ਹੀ ਤਰ੍ਹਾਂ ਪਤਾ ਹੀ ਨਹੀਂ ਕਿੰਨੇ ਕੁ ਲੋਕ ਜਿਹੜੇ ਉਹ ਜਾ ਰਹੇ ਨੇ ਸੰਸਾਰ 'ਚ। ਕਾਲੀ ਕੋਖੜੀ ਆ ਤੇ ਕੋਠੜੀ ਦੇ ਵਿੱਚ ਜਦੋਂ ਅੱਖਾਂ ਹੀ ਨਹੀਂ ਹੈਗੀਆਂ। ਹੁਣ ਦੇਖੋ ਇੱਥੇ ਸੰਗਤ ਤੁਹਾਡੇ ਅੰਦਰ ਇੱਕ ਨੇਤਰ ਪੈਦਾ ਕਰਦੀ ਹੈ, ਉਹਨੂੰ ਕਹਿੰਦੇ ਗਿਆਨ ਦਾ ਨੇਤਰ। ਜਦ ਤੱਕ ਤੁਹਾਡੇ ਅੰਦਰ ਗਿਆਨ ਦਾ ਨੇਤਰ ਪੈਦਾ ਨਹੀਂ ਹੁੰਦਾ ਤੁਹਾਨੂੰ ਸੰਸਾਰ 'ਚੋਂ ਕੁਛ ਵੀ ਨਹੀਂ ਲੱਭਣਾ। ਇੱਥੇ ਕਾਲਖ ਹੀ ਮਿਲਣੀ ਆ। ਆਖਰ ਤੇ ਇਨਸਾਨ ਕਾਲਖ ਇਕੱਠੀ ਕਰਕੇ ਲੈ ਜਾਂਦਾ। ਜਦੋਂ ਆਪਾਂ ਭਗਤੀ ਕਰਦੇ ਹਾਂ ਤਾਂ ਫਿਰ ਸਾਡੇ ਅੰਦਰ ਇੱਕ ਨੇਤਰ ਪੈਦਾ ਹੁੰਦਾ, ਉਹਨੂੰ ਤੀਜਾ ਨੇਤਰ ਕਹਿੰਦੇ ਆਪਾਂ। ਉਹ ਨੇਤਰ ਹੈ ਤੁਹਾਡੀ ਚੇਤਨਾ। ਜਦੋਂ ਚੇਤਨਾ ਦੇ ਉੱਤੋਂ ਗੰਦਮੰਦ ਸਾਫ਼ ਹੋ ਜਾਂਦਾ ਹੈ, ਮਨ ਰੂਪੀ ਮੈਲ ਉਤਰ ਜਾਂਦੀ ਹੈ ਤੇ ਚੇਤਨਾ ਸ਼ੁੱਧ ਰੂਪ 'ਚ ਪ੍ਰਗਟ ਹੋ ਜਾਂਦੀ, ਫਿਰ ਬੜਾ ਔਖਾ ਹੈ ਤੁਹਾਨੂੰ ਕਾਲਖ ਲੱਗਣੀ। ਔਰ ਇਹਦਾ ਸਬੂਤ ਮੈਂ ਨਹੀਂ, ਆਪਣੇ ਸਾਰੇ ਗੁਰੂ ਨੇ। ਉਹਨਾਂ ਦਾ ਜੀਵਨ ਵੇਖੋ, ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ ਉਹਨਾਂ ਦਾ ਜੀਵਨ ਤੁਹਾਨੂੰ ਦੱਸੇਗਾ ਕਿ ਉਹਨਾਂ ਨੇ ਆਪੇ ਨੂੰ ਕਬੀਰ ਜੀ ਨੇ ਨਹੀਂ ਪਤਾ ਲੱਗਣ ਦਿਆ ਕਿ ਕਿੰਨੇ ਰਾਜੇ ਉਹਨਾਂ ਦੇ ਦੋਸਤ ਬਣ ਨੂੰ ਫਿਰਦੇ ਸੀ। ਉਹ ਕਹਿੰਦੇ ਨਹੀਂ, ਮੇਰੇ ਦੋਸਤ ਕੇਵਲ ਉਹ ਲੋਕ ਹੀ ਜਿਹੜੇ ਕੇਵਲ ਪਰਮਾਤਮਾ ਨੂੰ ਹੀ ਜਾਣਦੇ ਸੀ, ਉਹਦੀ ਭਗਤੀ ਕਰਦੇ ਸੀ। ਇਹ ਤਾਂ ਮਤਲਬ ਕਬੀਰ ਸਾਹਿਬ ਕੋ ਲੋਕਾਂ ਨੇ ਆਫਰ ਕੀਤੀ ਹੋਊਗੀ। ਮੇਜਰ ਸਾਹਿਬ ਉਹ ਲੋਕ ਉਹਨਾਂ ਦੇ ਨਿਕਟ ਆਉਣ ਲੱਗੇ ਹੋਣੇ। ਜਿੱਦਾਂ ਗੁਰੂ ਨਾਨਕ ਪਾਤਸ਼ਾਹ ਜੀ ਕੋ ਆਏ ਸੀ, ਉਹ ਕਹਿੰਦਾ ਮੇਰੇ ਘਰ ਰੋਟੀ ਖਾਓ ਆ ਕੇ। ਅਮੀਰ ਬੰਦਾ, ਪਰ ਉਹਨਾਂ ਉਧਰ ਨਹੀਂ ਗਏ, ਉਹਨਾਂ ਇੱਕ ਗਰੀਬ ਦੇ ਘਰ ਰੋਟੀ ਖਾਧੀ ਆ। ਬਿਲਕੁਲ ਇਹੋ ਹੀ ਆ। ਉਹਨਾਂ ਨੇ ਕੇਵਲ ਗੱਲਾਂ ਨਹੀਂ ਕੀਤੀਆਂ, ਪ੍ਰੈਕਟੀਕਲ ਕਰਕੇ ਦਿਖਾਇਆ ਉਹਨੂੰ। ਹੁਣ ਸਾਡੇ 'ਚ ਦੱਸੋ ਮੈਨੂੰ, ਤੁਸੀਂ ਸਾਰੇ ਬੈਠੇ ਜੋ ਇੱਥੇ ਕਿੰਨੇ ਬੰਦੇ ਆਪਾਂ ਹੈਗੇ? 95 ਆ, ਮੇਰੇ ਨੂੰ ਪਾ ਕੇ 96 ਲਾ ਲਓ। ਹੁਣ ਸਾਨੂੰ ਕੋਈ ਤਕੜਾ ਬੰਦਾ ਸੱਦੇ, MLA ਸੱਦ ਲੈ। ਮੈਂ ਤੁਹਾਡੀ ਗੱਲ ਕਰਦਾ, ਮੈਂ ਸਾਰਿਆਂ ਦੀ ਗੱਲ, ਮੈਂ ਆਪਣੀ ਵਿੱਚ ਲੈਂਦਾ। ਇੱਕ MLA ਕਹਿੰਦਾ ਉਹ ਸਾਡੇ ਘਰ ਭੋਜਨ ਕਰੋ, ਤੇ ਇੱਕ ਬੰਦਾ ਗਰੀਬ ਹੈ ਜਿਹਦੇ ਘਰ ਸੁੱਕੀਆਂ ਰੋਟੀਆਂ 2 ਮਿਲਣੀਆਂ ਕਿ ਨਹੀਂ ਮਿਲਣੀਆਂ, ਉਹ ਤੁਹਾਨੂੰ ਕਹੇ ਕਿ ਮੇਰੇ ਘਰ ਆ ਕੇ ਰੋਟੀ ਖਾਓ। ਦੱਸੋ ਤੁਸੀਂ ਕਿੱਧਰ ਜਾਓਗੇ? ਹੈ ਕੋਈ ਜਵਾਬ? MLA ਦੇ ਕੋਲ ਹੀ ਜਾਵਾਂਗੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤੇ MLA ਕੋਲ ਗਏ ਹੀ ਨਹੀਂ। ਗੱਲਾਂ ਹੀ ਪੜ੍ਹਨੀਆਂ ਸੌਖੀਆਂ, ਬਾਣੀ ਤੇ ਕਹਿੰਦੀ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ। ਬਿਲਕੁਲ ਮਾੜੇ ਬੰਦਾ ਸਾਡੇ ਘਰ ਆ ਜੇ, ਸਾਡੇ ਮੱਥੇ ਤੇ ਚੂੜੀਆਂ ਪੈ ਜਾਣੀਆਂ, 10 ਰੁਪਏ ਮੰਗਣ ਆ ਗਿਆ। ਤਗੜਾ ਬੰਦਾ ਤੁਹਾਨੂੰ ਕਹਿੰਦਾ ਬਈ ਆਓ ਜੀ ਥੱਲੇ ਫਲਾਣੇ ਗੁਰਦੁਆਰੇ ਤੇ ਉੱਥੇ ਕੰਧ ਕਰਨੀ ਆ, ਲਿਆਓ ਲੱਖ ਰੁਪਇਆ ਦਓ। ਤੁਸੀਂ ਕਹਿੰਦੇ ਲਓ ਬਾਬਾ ਜੀ ਚੁੱਕੋ। ਆਪਣੇ ਗੁਰਕੀ ਸਾਹਿਬ, ਜੇ ਕੋਈ ਤੁਹਾਡਾ ਭੈਣ ਭਰਾ ਜਾਂ ਫੈਮਿਲੀ ਦਾ ਮੈਂਬਰ ਚੰਗੀ ਪੋਜੀਸ਼ਨ ਤੇ ਆ, ਸਾਰੇ ਉਹਦੇ ਨਾਲ ਰਿਸ਼ਤੇਦਾਰੀਆਂ ਕੱਢਦੇ ਆ। ਜੇ ਕੋਈ ਵਿਚਾਰਾ ਛੋਟੇ ਲੈਵਲ ਤੇ ਹੋਵੇ, ਉਹ ਕਹਿਣਗੇ ਹੈਗਾ ਆਪਣਾ ਭਰਾ ਲੱਗਦਾ ਰਿਸ਼ਤੇਦਾਰੀ 'ਚ। ਬਿਲਕੁਲ ਉਹਦਾ ਕਾਰਨ ਇਹੋ ਹੀ ਆ ਕਿ ਉਹ ਵਿਚਾਰਾ ਹੁਣ ਪਹਿਲੇ ਜ਼ਮਾਨੇ 'ਚ ਪਤਾ ਕੀ ਸੀ, ਪਹਿਲੇ ਜ਼ਮਾਨੇ 'ਚ ਬੰਦੇ ਦੇ ਕਿਰਦਾਰ ਦੀ ਕੀਮਤ ਹੁੰਦੀ ਸੀ। ਹੁਣ ਅੱਜ ਕੱਲ ਲੋਕ ਹੈਗੇ ਫੁਕਰੇ, ਲੋਕ ਕਿਰਦਾਰ ਨੂੰ ਨਹੀਂ ਵੇਂਦੇ ਕਿ ਕਿੰਨਾ ਇਮਾਨਦਾਰ ਹੈ, ਕਿੰਨਾ ਸੰਤੁਸ਼ਟ ਬੰਦਾ ਹੈ, ਕਿੰਨਾ ਵਫਾਦਾਰ ਬੰਦਾ ਹੈ, ਉਹ ਨਹੀਂ ਵੇਂਦੇ। ਉਹ ਕਹਿੰਦੇ ਕਿ ਇਹਦੇ ਕੋਲ ਕਿੰਨਾ ਪਦਾਰਥ ਹੈ, ਪਰ ਉਹ ਵੇਂਦੇ ਨਹੀਂ ਕਿ ਇਹ ਪਦਾਰਥ ਇਹ ਤੇ ਗੰਦਮੰਦ ਲਈ ਫਿਰਦਾ ਹੈ, ਇਹਨੇ ਕਿਹੜਾ ਖੁਦ ਕਮਾਇਆ। ਪਰ ਬਾਣੀ 'ਚ ਇੱਕ ਵਾਰੀ ਤੁਕ ਆਈ ਸੀ, ਪਹਿਲਾਂ ਵੀ ਤੁਕ ਆਈ ਸੀ ਕਿ ਤੂੰ ਪੰਡਿਤ, ਤੂੰ ਕਹਿੰਦਾ ਤੇ ਹੈ ਆਪ ਸਹੀ ਨਹੀਂ ਤੇ ਆ ਗਲਤ ਆ ਜਾਂ ਆ ਸਹੀ ਆ। ਫਿਰ ਇਹਨਾਂ ਘਰ ਤੋਂ ਫਿਰ ਇਹ ਪੂਜਾ ਕਰਨ ਕਿਉਂ ਜਾਂਦਾ? ਤੂੰ ਗਲਤ ਲੋਕਾਂ ਦੇ ਘਰ ਤੋਂ ਪੈਸਾ ਲੈਣ ਜਾਂਦਾ ਹੈ, ਉਦੋਂ ਤੂੰ ਕਿਉਂ ਨਹੀਂ ਵਿਚਾਰ ਕਰਦਾ? ਕਿਉਂਕਿ ਤੂੰ ਗਲਤ ਘਰੋਂ ਜੇ ਚੀਜ਼ ਗ੍ਰਹਿਣ ਕਰਦਾ ਹੈ ਤੇ ਉਹਦਾ ਮਤਲਬ ਇਹ ਕਿ ਕੁਦਰਤ ਦੀ ਨਜ਼ਰ 'ਚ ਤੂੰ ਹੈਗਾ ਹੈ, ਕਿਉਂਕਿ ਤੈਨੂੰ ਗਿਆਨ ਹੈਗਾ ਇਹ ਬੰਦਾ ਸਹੀ ਨਹੀਂ ਹੈ। ਨਿੱਜਰ ਸਾਹਿਬ ਬਿਲਕੁਲ
ਇਹ ਚੀਜ਼ ਦੇਖੋ ਸਾਧ ਸੰਗਤ ਜੀ, ਗੱਲ ਬੜੀ ਪ੍ਰੈਕਟੀਕਲ ਜੇ। ਪ੍ਰਕਿਰਤੀ ਇਹ ਵੀ ਨਹੀਂ ਚਾਹੁੰਦੀ ਕਿ ਮੈਂ ਕਿਸੇ ਠੱਗ ਘਰੋਂ ਪੈਸਾ ਮੰਗ ਕੇ ਲਿਆਵਾਂ। ਇਹ ਸੱਚ ਹੈਗਾ, ਕਿਉਂਕਿ ਉਹ ਤੁਸੀਂ ਤੇ ਅਨਾਜ ਲੈ ਰਹੇ ਜੋ, ਕਹਿੰਦੇ ਜੈਸਾ ਅੰਨ ਤੈਸਾ ਮਨ। ਤੁਸੀਂ ਅੰਨ ਲੈ ਆਓ ਚੁੱਕ ਕੇ। ਹੁਣ ਕੀਤਾ ਕਿਹੜੇ ਬੰਦੇ ਦਾ ਚੁੱਕ ਲਿਆ? ਉਹ ਗੱਲ ਯਾਦ ਜੋ ਮੇਰੀ ਉਹ ਕਹਾਣੀ ਸੁਣਾਈ ਸੀ, ਇੱਕ ਸੰਤ ਸੀ ਬੜਾ ਮਸ਼ਹੂਰ, ਤੇ ਲੋਕੀ ਉਹ ਤੋਂ ਆਪਣੇ ਫੈਸਲੇ ਕੋਈ ਸਲਾਹ ਲੈਣ ਜਾਂਦੇ ਸੀ, ਮਸ਼ਵਰੇ ਕਰਨ ਜਾਂਦੇ ਸੀ। ਤੇ ਫਿਰ ਇੱਕ ਦਿਨ ਉਹਨੇ ਕੀ ਕੀਤਾ ਕਿ ਉਹਦਾ ਚਰਚਾ ਹੋ ਗਿਆ, ਪਿੰਡ ਤੋਂ ਪਤਾ ਦੂਜੇ ਪਿੰਡ ਨੂੰ, 4 ਪਿੰਡ ਨੂੰ ਪਤਾ ਲੱਗ ਗਿਆ, ਟਾਈਮ ਵੀ ਹੋ ਗਿਆ ਨਿੱਜਰ ਸਾਹਿਬ। ਚਲੋ ਆਹ ਲਾਸਟ ਛੋਟੀ ਜਿਹੀ ਕਹਾਣੀ ਸੁਣਾ ਕੇ ਗੱਲ ਖਤਮ ਕਰਦੇ ਹਾਂ। ਹਾਂਜੀ ਹਾਂਜੀ। ਫਿਰ ਇੱਕ ਸਮਾਂ ਆਇਆ, ਰਾਜੇ ਨੂੰ ਪਤਾ ਲੱਗ ਗਿਆ। ਰਾਜਾ ਕਹਿੰਦਾ ਬੰਦਾ ਬੜਾ ਕੀਮਤੀ, ਇਹਨੂੰ ਲਿਆਓ ਇੱਥੇ ਫੜ ਕੇ। ਉਹਨੂੰ ਗਏ ਲੈਣ। ਉਹ ਕਹਿੰਦਾ ਰਾਜਨ ਮੇਰਾ ਕੰਮ ਬਹੁਤ ਵਧੀਆ ਚੱਲਦਾ ਵਾ, ਇੱਥੇ ਬੈਠਾ ਲੋਕਾਂ ਦੀ ਹੈਲਪ ਕਰਦਾ, ਜੰਗਲ ਚ ਰਹਿਣਾ। ਰਾਜ ਨੇ ਕਿਹਾ ਨਹੀਂ ਨਹੀਂ, ਤੈਨੂੰ ਆਉਣਾ ਹੀ ਪਊਗਾ, ਸਾਡੇ ਰਾਜ ਮਹਿਲ ਚ ਰਹਿਣਾ ਪਊ। ਠੀਕ ਹੈ ਜੀ। ਇਹ ਕਹਾਣੀਆਂ ਚ ਬਹੁਤ ਸਾਰ ਨੇ, ਪਰ ਉਹ ਗੱਲ ਤੇ ਆਪਾਂ ਦਾ ਸਵਾਦ ਲਈ ਸੁਣਨੇ। ਫਿਰ ਉਹ ਰਾਜੇ ਕੋਲ ਰਹਿਣਾ ਸ਼ੁਰੂ ਕੀਤਾ। ਇੱਕ ਸਮਾਂ ਆਇਆ, ਰਾਜੇ ਦਾ ਖਾਣਾ ਖਾਧਾ ਉਹਨੇ, ਉਹਦੇ ਦਿਮਾਗ ਤੇ ਅਸਰ ਹੋਇਆ। ਗੁਰੂ ਨਾਨਕ ਪਾਤਸ਼ਾਹ ਜੀ ਐਵੇਂ ਨਹੀਂ ਉੱਥੇ ਗਏ ਖਾਣ, ਉਹਨਾਂ ਨੂੰ ਪਤਾ ਸੀ ਕਿ ਉਹਦਾ ਅੰਨ ਚੰਗਾ ਨਹੀਂ ਆ, ਮੈਂ ਖਾਵਾਂਗਾ ਮੇਰੀ ਬੁੱਧੀ ਭ੍ਰਿਸ਼ਟ ਹੋ ਜਾਏਗੀ। ਫਿਰ ਉਹਨਾਂ ਨੇ ਫਿਰ ਉਹਨੂੰ ਵੇਖਿਆ ਕਿ ਉਹ ਬੰਦੇ ਦਾ ਜਿਹੜਾ ਸੰਤ ਹੀ ਹੌਲੀ ਹੌਲੀ ਕਰਕੇ ਉਹਦੀ ਸ਼ਕਤੀ ਘਟਦੀ ਗਈ। ਹੁਣ ਅੰਨ ਖਾਣਾ ਰਾਜੇ ਨੇ ਕੰਮ ਤੇ ਕੀਤਾ ਨਹੀਂ ਕਿਤੇ। ਰਾਜੇ ਦਾ ਜਿੰਨਾ ਵੀ ਸੁੱਖ ਸਹੂਲਤਾਂ ਸੀ, ਮਹਿਲ ਦੇ ਵਿੱਚ ਰਹਿਣਾ ਸੀ, ਕੱਪੜੇ ਮਖਮਲੀ ਕੱਪੜੇ ਸਨ, ਉਹ ਤੇ ਲੋਕਾਂ ਦੇ ਪੈਸੇ ਦੇ ਸੀ। ਰਾਜਾ ਤੇ ਤਾਂ ਕੰਮ ਹੀ ਕੋਈ ਨਹੀਂ ਸੀ। ਰਾਜਾ ਤੇ ਧੱਕੇ ਨਾਲ ਹੀ ਲੋਕਾਂ ਕੋਲ ਟੈਕਸ ਗਰਾਹ ਕਰਦਾ ਸੀ, ਤੇ ਪੈਲੀ ਵੀ ਲੋਕਾਂ ਦੀ ਇਕੱਠੀ ਕੀਤੀ ਸੀ। ਫਿਰ ਇੱਕ ਸਮਾਂ ਆਇਆ, ਉਹਦਾ ਸਾਰਾ ਤਪ ਖਤਮ ਹੋ ਗਿਆ, ਉਹਦੀ ਬੁੱਧੀ ਹੋ ਗਈ ਭ੍ਰਸ਼ਟ। ਹੁਣ ਉਹਦੀ ਬੁੱਧੀ ਭ੍ਰਸ਼ਟ ਹੋ ਗਈ। ਉਹਨੇ ਰਾਣੀ ਦਾ ਸੋਨਾ ਸਾਨਾ ਚੋਰੀ ਕਰ ਲਿਆ, ਲੈ ਕੇ ਹੀਰੇ ਹੋਰੇ, ਤੇ ਭੱਜ ਗਿਆ ਜੰਗਲ ਚ। ਹੁਣ ਜੰਗਲ ਚ ਭੱਜ ਗਿਆ, ਬੜਾ ਭੱਜੀ ਗਿਆ। ਕੋਈ ਜੰਗਲ ਚ ਰਹਿੰਦਾ ਸੀ, ਭੇਦ ਬੜਾ ਇਹਨੂੰ ਜੰਗਲ ਦਾ। ਇਹ ਫੌਜੀ ਲੈਣ ਗਏ ਇਹਨੂੰ ਫੜਨ, ਪਰ ਫੜਿਆ ਨਹੀਂ ਗਿਆ। ਰਾਜੇ ਨੇ ਵੀ ਕਿਹਾ ਕਿ ਉਹਨੂੰ ਮਾਰਿਓ ਨਾ, ਕੁਛ ਨਾ ਕਿਹਾ, ਉਹਨੂੰ ਫੜ ਕੇ ਮੇਰੇ ਕੋਲ ਲਿਆਓ। ਉਹਨੂੰ ਪਤਾ ਹੈ ਕਿ ਉਹ ਬੰਦਾ ਤੇ ਬਹੁਤ ਇੰਟੈਲੀਜੈਂਟ ਹੈ। ਚਲੋ ਜੀ, ਕੋ ਸਮਾਂ ਹੋ ਗਿਆ, ਉਹ ਅੰਦਰ ਗਿਆ ਜੰਗਲ ਚ। ਉਹਨੇ ਕਹਿੰਦੇ ਕੋਈ ਫਰੂਟ ਫਰਾਟ ਖਾ ਲਿਆ, ਉਹ ਬੰਦਾ ਹੋ ਗਿਆ ਬਿਮਾਰ ਹੋਇਆ। ਜਿੰਨਾ ਖਾਧਾ ਸੀ ਨਾ, ਸਰੀਰ ਬੜਾ ਮੋਟਾ ਹੋ ਗਿਆ ਸੀ। ਉਹ ਸਾਰਾ ਨਿੱਜਰ ਸਾਹਿਬ ਕਹਿੰਦੇ ਸੁੱਕ ਗਿਆ। ਸਾਰੀ ਬਿਮਾਰੀ ਨੇ ਉਹਦਾ ਸਰੀਰ ਖਤਮ ਕਰਤਾ। ਫਿਰ ਹੌਲੀ ਹੌਲੀ ਕਰਕੇ ਉਹ ਆਪਣੇ ਰੂਪ ਚ ਆ ਗਿਆ, ਜਿਹੜਾ ਸਰੀਰ ਉਹਦਾ ਪਹਿਲਾਂ ਸੀ, ਪਤਲਾ ਜਿਹਾ। ਫਿਰ ਉਹਨੂੰ ਇਹ ਹੋਸ਼ ਆਈ, ਉਹਨੇ ਵੇਖਿਆ ਸੋਨਾ ਸਾਨਾ ਹੀਰੇ ਹੋਰੇ। ਉਹਨੇ ਕਿਹਾ ਮੈਂ ਸਿਰ ਚ ਮਾਰਨੇ ਆ, ਇਹ ਤੇ ਮੈਂ ਪਹਿਲਾਂ ਤਿਆਗ ਕੀਤਾ ਸੀ। ਫਿਰ ਉਹੀ ਸੋਨੇ ਦੀ ਪੋਟਲੀ ਚੁੱਕੀ, ਹੀਰਿਆਂ ਦੀ ਪੋਟਲੀ ਚੁੱਕੀ, ਮਹਿਲ ਚ ਆ ਗਿਆ ਵਾਪਸ। ਮਹਿਲ ਚ ਆ ਕੇ ਫਿਰ ਰਾਜੇ ਨੂੰ ਤਾਂ ਪਤਾ ਸੀ, ਇਹ ਦਰਬਾਨ ਵੀ ਸਾਰੇ ਜਾਣਦੇ ਸੀ, ਇਹ ਤੇ ਸੰਤ ਹੈਗਾ, ਪੁਰਾਣਾ ਸੰਤ ਤੇ ਰਹਿੰਦਾ ਗਿਆ। ਉਹਨਾਂ ਕੁਛ ਨਹੀਂ ਕਿਹਾ, ਰਾਜੇ ਕੋ ਗਿਆ। ਰਾਜੇ ਨੂੰ ਕਹਿੰਦਾ ਸੋਨਾ ਸਾਨਾ ਚੁੱਕੋ ਆਪਣਾ। ਤੇ ਉਹ ਕਹਿੰਦੇ ਤੂੰ ਓਦਾਂ ਹੀ ਲੈ ਜਾਂਦਾ, ਮਤਲਬ ਇੱਕ ਹੀ ਚੀਜ਼ ਸਾਡੇ ਕੋਲ ਮੰਗ ਕੇ ਲੈ ਜਾਂਦਾ। ਉਹ ਕਹਿੰਦਾ ਮਤਲਬ ਰਾਜਨ, ਮੈਂ ਮੰਗਣ ਲਈ ਤਾਂ ਮੰਗਦਾ ਜੇ ਮੇਰੀ ਬੁੱਧੀ ਸਹੀ ਤਰ੍ਹਾਂ ਰਹਿੰਦੀ। ਮੇਰੀ ਬੁੱਧੀ ਖਤਮ ਹੋ ਗਈ ਕਿਉਂਕਿ ਮੈਂ ਤੁਹਾਡਾ ਰਾਸ਼ਨ ਖਾਂਦਾ ਰਿਹਾ। ਤੁਹਾਡੇ ਰਾਸ਼ਨ ਨੇ ਕੀਤਾ, ਮੇਰੀ ਬੁੱਧੀ ਭ੍ਰਿਸ਼ਟ ਕਰਤੀ ਆ। ਹੁਣ ਮੈਂ ਕਿਉਂ ਵਾਪਸ ਲੈ ਕੇ ਆ ਗਿਆ? ਮੈਨੂੰ ਪਤਾ ਲੱਗਾ ਇਹਦੀ ਤੇ ਲੋੜ ਹੀ ਨਹੀਂ ਮੈਨੂੰ, ਮੈਂ ਸਿਰ ਚ ਮਾਰਨਾ, ਮੈਂ ਕਿੱਥੇ ਖੜਨਾ? ਨਾ ਮੇਰੇ ਬੱਚੇ ਆ, ਨਾ ਮੇਰੀ ਘਰ ਦੀ ਆ, ਮੇਰਾ ਤੇ ਗੁਮੋਹ ਨਹੀਂ, ਰੋਟੀ ਪਾਣੀ ਦੀ ਗੱਲ ਹੈ ਉਹ ਤੇ ਮੈਨੂੰ ਮਿਲੀ ਜਾਂਦੀ। ਸੋ ਇਹ ਸਾਧ ਸੰਗਤ ਜੀ ਫੈਕਟ ਹੈਗਾ। ਜਦੋਂ ਆਪਾਂ ਗਲਤ ਅੰਨ ਘਰੇ ਖੜਦੇ ਆ, ਅੱਜ ਨਹੀਂ ਕੱਲ ਨਹੀਂ, ਉਸ ਚੀਜ਼ ਨੇ ਫਲੀਭੂਤ ਹੋਣਾ ਹੈ। ਇਤਿਹਾਸ ਐਸੀਆਂ ਕਹਾਣੀਆਂ ਦੇ ਨਾਲ ਪੂਰਾ ਭਰਿਆ ਹੋਇਆ। ਜਿਹੜੀ ਵੀ ਚੀਜ਼ ਆਪਾਂ ਇਲੀਗਲੀ ਬਿਨਾਂ ਉਹਦੇ, ਜਦ ਮੈਂ ਉਹਦਾ ਅਸਲੀ ਮਾਲਕ ਨਹੀਂ ਆ, ਕਿਸੇ ਹੋਰ ਦੀ ਚੀਜ਼ ਆ, ਆਪ ਜਸਟ ਸੋਚੋ ਉਸ ਚੀਜ਼ ਦੇ ਨਾਲ ਸਾਨੂੰ ਸੁੱਖ ਮਿਲ ਸਕਦਾ ਨਹੀਂ? ਕਿੰਨਾ ਔਖਾ ਕੰਮ ਹੈ। ਤੇ ਜੇ ਇਹ ਤਾਂ ਸੁੱਖ ਮਿਲ ਜੇ ਤੇ ਫਿਰ ਪ੍ਰਮਾਤਮਾ ਦਾ ਕੀ ਕੰਮ ਹੋਇਆ ਧਰਤੀ ਤੇ? ਫਿਰ ਧਰਮ ਦਾ ਕੀ ਕੰਮ ਹੋਇਆ? ਆਪ ਜਸਟ ਦੇਖੋ, ਤੁਸੀਂ ਕਿਹੜੇ ਰੱਬ ਹੈਗੇ ਜੋ ਤੁਸੀਂ ਫੈਸਲਾ ਕਰ ਦੋ ਕਿ ਹਾਂ ਵੀ ਬੜਾ ਵਧੀਆ ਜੀ, ਲੋਕਾਂ ਦੀ ਚੀਜ਼ਾਂ ਖੋਹ ਕੇ ਲੈ ਆਈਏ ਆਪਾਂ ਤੇ ਅਸੀਂ ਸੁਖੀ ਹੋ ਜਾਈਏ। ਤੇ ਸੁਖੀ ਹੋ ਸਕਦਾ? ਤੁਸੀਂ ਮੈਨੂੰ ਕਹਦੇ ਚਰਨਜੀਤ ਤੂੰ ਸੁਖੀ ਹੋ ਜਾਏਗਾ, ਜਾਂ ਲੋਕਾਂ ਦੀਆਂ ਚੀਜ਼ਾਂ ਖੋਹ ਕੇ ਲੈ। ਤੁਹਾਡੀ ਅੰਦਰ ਆਤਮਾ ਕਹਿੰਦੀ ਇਹ ਕੰਮ ਸਹੀ ਆ? ਨਹੀਂ, ਕਦੇ ਨਹੀਂ ਕਹੂਗੀ ਉਹ। ਜੇ ਸਾਡੀ ਇੱਕ ਛੋਟੇ ਜਿਹੇ ਇਨਸਾਨ ਦੀ ਆਤਮਾ ਨਹੀਂ ਮੰਨਣ ਦੀ, ਤੇ ਕੀ ਪ੍ਰਮਾਤਮਾ ਏਦਾਂ ਦਾ ਕਾਨੂੰਨ ਬਣਾ ਕੇ ਬੈਠਾ? 98% ਲੋਕ ਨਹੀਂ ਫੜੇ ਜਾਂਦੇ। ਮਾੜਾ ਕੰਮ ਕਰਦੇ ਆ, ਰਿਸ਼ਵਤ ਕਰਦੇ ਆ, ਚਲੋ ਕਿਸੇ ਵੀ ਤਰੀਕੇ ਨਾਲ ਕੰਮ ਕਰਦੇ।
ਲੋਕਾਂ ਨੂੰ ਨਹੀਂ ਪਤਾ ਲੱਗਦਾ, ਨਾ ਕਾਨੂੰਨ ਨੂੰ ਪਤਾ ਲੱਗਦਾ। 98% ਲੋਕ ਛੁੱਟ ਜਾਂਦੇ, ਕੇਵਲ 2% ਲੋਕ ਫੜੇ ਜਾਂਦੇ ਆ ਨਿਜਰ ਸਾਹਿਬ। ਤੇ ਕੀ ਆਪ ਜਸਟ ਸੋਚੋ ਕਿ ਉਹ ਏਦਾਂ ਹੀ ਬਚ ਜਾਣਗੇ? ਕੋਈ ਧਰਮ ਨਹੀਂ ਹੈਗਾ ਜਿੱਥੇ ਇੰਨਾ ਸਿਸਟਮ ਚੱਲਣ ਦਿਆ, ਇੱਥੇ ਇੰਨੀ ਪ੍ਰਕਿਰਤੀ ਕੰਟਰੋਲ 'ਚ ਚੱਲਣ ਦੀ, ਅਨੁਸ਼ਾਸਨ 'ਚ ਚੱਲਣ ਦੀ ਆ, ਤੇ ਉਹੀ ਆ ਬੰਦਾ ਜਿੱਦਾਂ ਬਚਣਗੇ? ਨਹੀਂ ਬਚਣਗੇ। ਪੱਕਾ ਉਹ ਧਰਮ ਦੇ ਲਾਅ ਦੇ ਵਿੱਚ ਜਦੋਂ ਆਉਂਦੇ ਆ, ਧਰਮ ਰਾਜ ਦਾ ਮਤਲਬ ਇਹੋ ਆ, ਧਰਮ ਰਾਜ ਨਿਜਰ ਸਾਹਿਬ, ਧਰਮ ਦਾ ਰਾਜ ਹੈ ਉਹਦਾ। ਬਿਲਕੁਲ ਧਰਮ ਰਾਜ। ਫਿਰ ਉੱਥੇ ਤਕੜੀ ਆ, ਤਕੜੀ ਚ ਉੱਥੇ ਜੋਖਦਾ ਹੈ ਅਗਲਾ, ਫਿਰ ਤਕੜੀ ਧਰਮ ਰਾਜ ਉੱਥੇ ਉਹਦਾ। ਇਸੇ ਕਰਕੇ ਜੀਵ ਮਰਦਾ, ਫਿਰ ਜੰਮਦਾ, ਫਿਰ ਮਰਦਾ, ਫਿਰ ਜੰਮਦਾ। ਇਸੇ ਤਰ੍ਹਾਂ ਅਨੰਤ ਜਨਮਾਂ ਤੋਂ ਸਿਲਸਿਲਾ ਚੱਲਦਾ ਹੈ। ਔਰ ਇਸ ਨੂੰ ਚੰਗਾ ਕੰਮ ਕਰਨਾ ਹੈ ਜਾਂ ਬੁਰਾ ਕਰਨਾ ਹੈ, ਇਨਸਾਨ ਦਾ ਆਪਣਾ ਫੈਸਲਾ ਹੈ। ਪਰ ਜਦੋਂ ਸੰਗਤ ਕਰਦਾ ਹੈ, ਤੁਸੀਂ ਦੇਖੋਗੇ ਤੁਹਾਡੇ ਅੰਦਰੋਂ ਹੌਲੀ 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 ਕਰਕੇ ਬੁਰਾਈ ਖਤਮ ਹੋ ਜਾਏਗੀ। ਗਰੰਟੀ ਹੈ। ਤੁਸੀਂ ਸੰਗਤ ਕਰਨੀ ਹੈ, ਪਰ ਸੰਗਤ ਸਹੀ ਹੋਣੀ ਚਾਹੀਦੀ। ਨਕਲੀ ਸੰਗਤ 'ਚ ਨਹੀਂ ਅਸਰ ਹੋਣਾ। ਜਿੱਦਾਂ ਟੂਟੀ ਦੇ ਵਿੱਚ ਸਾਫ਼ ਪਾਣੀ ਹੋਵੇ ਨਾ, ਤੁਸੀਂ ਬਾਲਟੀ 'ਚ ਚਾਲੂ ਕਰ ਦਿਓ ਉਹਨੂੰ, ਹਰ ਦਿਨ ਉਹਦੇ ਅੰਦਰ ਬੂੰਦ ਬੂੰਦ ਪਾਣੀ ਜਾਵੇਗਾ, ਗੰਦਾ ਪਾਣੀ ਨਿਕਲਦਾ ਜਾਵੇਗਾ। ਨਵਾਂ ਪਾਣੀ ਪੈਣ ਦੇ ਨਾਲ ਪੁਰਾਣਾ ਪਾਣੀ ਹੌਲੀ ਹੌਲੀ ਕਰਕੇ ਨਿਕਲੇਗਾ। ਇੱਕ ਸਮਾਂ ਆਵੇਗਾ ਬਾਲਟੀ ਦਾ ਪਾਣੀ ਨਿਜਰ ਸਾਹਿਬ ਨਿਰਮਲ ਹੋ ਜਾਂਦਾ। ਬਿਲਕੁਲ ਇਸੇ ਤਰ੍ਹਾਂ ਸਾਡੇ ਚਿੱਤ ਦੇ ਵਿੱਚ ਹਰ ਦਿਨ ਜੇ ਤੁਸੀਂ ਕਥਾ ਕਰ ਸੁਣਦੇ ਜੋ, ਇਸ ਕਥਾ ਨੇ ਹੌਲੀ 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 ਕਰਕੇ ਅੰਦਰ ਚਿੱਤ ਦੀ ਮਲੀਨਤਾ ਤੇ ਜ਼ਰੂਰ ਪ੍ਰਭਾਵ ਪਾਉਣਾ। ਇਸੇ ਕਰਕੇ ਬਾਣੀ 'ਚ ਸੰਗਤ ਨੂੰ ਬਹੁਤ ਉੱਚਾ ਮਹਾਨਤਾ ਦਿੱਤੀ ਗਈ ਆ, ਕਿਉਂਕਿ ਜਦੋਂ ਸੱਚ ਦੀ ਕਥਾ ਚੱਲਦੀ ਆ, ਉੱਥੇ ਜਿਹੜਾ ਵੀ ਬੰਦਾ ਆਪਣਾ ਚਿੱਤ ਗੰਦਾ ਚਿੱਤ ਮਲੀਨ ਚਿੱਤ ਲੈ ਕੇ ਜਾਊਗਾ, ਉਸ ਨਿਰਮਲ ਧਾਰਾ ਨੇ ਕੀ ਕਰਨਾ ਹੈ? ਮਲੀਨਤਾ ਨੂੰ ਦੂਰ ਕਰ ਦੇਣਾ। ਨਿਜਰ ਸਾਹਿਬ ਇਹੋ ਹੀ ਤਰੀਕਾ ਹੈ। ਹਾਂ ਬਿਲਕੁਲ ਸਹੀ ਹੈ ਜੀ। ਬਾਰ ਕਥਾ 'ਚ ਇੱਥੋਂ ਮੈਂ ਵੀ ਕੁਝ ਸਿੱਖ ਰਿਹਾ। ਇਹ ਨਹੀਂ ਕਿ ਤੁਹਾਡੇ ਲਈ ਗੱਲ ਹੋ ਰਹੀ ਹੈ, ਇਹ ਸਾਡੇ ਸਾਰਿਆਂ ਲਈ ਗੱਲ ਹੋ ਰਹੀ ਹੈ। ਹੁਣ ਬਾਣੀ ਇੱਕ ਨਿਰਮਲ ਧਾਰਾ ਹੈ, ਇਹ ਚੱਲਦੀ ਪਈ ਆ। ਇਹਦੇ ਵਿੱਚ ਹੁਣ ਆਪਾਂ ਗੱਲਾਂ ਕਰਦੇ ਹਾਂ, ਆਪਾਂ ਕੋਈ ਵੀ ਡਿਸਕਸ ਕਰਦੇ ਹਾਂ, ਹਰ ਇੱਕ ਬੰਦੇ ਦਾ ਇੱਕ ਨਜ਼ਰੀਆ ਆਪਾਂ ਉੱਥੇ ਵੇਖਦੇ ਪਏ ਹਾਂ। ਹੁਣ ਤੁਸੀਂ ਵੀ ਵਿਚਾਰ ਆਪਣੀ ਸਾਂਝੀ ਕਰਦੇ ਜੋ, ਇਹਦੇ ਨਾਲ ਆਟੋਮੈਟਿਕਲੀ ਹੀ ਸਾਡੇ ਅੰਦਰ ਚੰਗਿਆਈ ਆਉਣੀ। ਆਪ ਜੀ ਜਸਟ ਨਜ਼ਰ ਮਾਰੋ, ਜਿਹੜਾ ਵੀ ਬੰਦਾ ਕਥਾ ਸੁਣਦਾ, ਆਪ 8-9 ਮਹੀਨੇ ਸਾਲ ਪਹਿਲਾਂ ਆਪਣੇ ਜੀਵਨ ਨੂੰ ਦੇਖੋ, ਤੁਹਾਨੂੰ ਪਤਾ ਲੱਗ ਜੂਗਾ ਤੁਹਾਡਾ ਜੀਵਨ ਸੱਚੀ ਉਦਾਂ ਦਾ ਵਾ। ਨਹੀਂ, ਜੀਵਨ ਬਦਲਿਆ ਹੋਊਗਾ 5-10%, 20%, 30%। ਠੀਕ ਹੈ ਨਿਜਾ ਸਾਹਿਬ? ਬਿਲਕੁਲ ਬਹੁਤ ਜ਼ਿਆਦਾ ਬਦਲ ਗਿਆ ਜੀ, ਬਹੁਤ ਜ਼ਿਆਦਾ ਬਦਲ ਗਿਆ। ਇਹ ਤਾਂ ਜੇ ਕੋਈ ਨਹੀਂ ਬਦਲਿਆ ਤੇ ਉਹ ਮੇਰੇ ਵਰਗਾ ਧੱਕੇ ਨਾ ਪਵੇ, ਜੋ ਮਰਜੀ ਕਹੀ ਜਾਵੇ, ਵੱਖਰੀ ਗੱਲ ਆ। ਬਦਲਣਾ ਜ਼ਰੂਰੀ ਹੈ, ਇਹੋ ਹੀ ਹੋਰ ਕੀ। ਔਰ ਕਿਸੇ ਨੇ ਜੋ ਬਦਲਣਾ, ਅਸੀਂ ਬਦਲਣਾ। ਮੈਂ ਆਪਣੇ ਲਈ ਬਦਲਣਾ, ਤੁਸੀਂ ਆਪਣੇ ਲਈ ਬਦਲਣਾ। ਔਰ ਕੋਈ ਮੇਰੇ ਤੇ ਆਸਾਨ ਨਹੀਂ ਕਰਨਾ, ਨਾ ਮੈਂ ਤੁਹਾਡੇ ਤੇ ਆਸਾਨ ਕਰਨਾ। ਠੀਕ ਹੈ ਨਿਜਾ ਸਾਹਿਬ? ਬਿਲਕੁਲ ਠੀਕ ਹੈ ਜੀ। ਇੱਕ ਨਾ ਆਪਣੇ ਬਾਣੀ ਚ ਇੱਕ ਤੁਕ ਆਉਂਦੀ, ਆਪਣਾ ਕਾਰਜ ਆਪਣੇ ਹੱਥੀਂ ਸਵਾਰੀਏ। ਇਹਦਾ ਹੀ ਤੁਕ ਆ, ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ। ਹਾਂ, ਕਿਸੇ ਦਾ ਕਾਰਜ ਨਹੀਂ ਸਵਾਰਨਾ। ਲੋਕੀ ਕਹਿੰਦੇ ਮੈਂ ਤੇਰੇ ਲਈ ਕਰਦਾ ਫਿਰਦਾ, ਕੋਈ ਕਿਸੇ ਲਈ ਨਹੀਂ। ਆਪਣੇ ਹੱਥੀਂ ਆਪਣਾ ਹੀ ਕਾਰਜ ਤੁਹਾਨੂੰ ਸਵਾਰਨਾ ਪੈਣਾ। ਹਾਂਜੀ ਨਿਜਰ ਸਾਹਿਬ ਕੀ ਕਹਿ ਰਹੇ ਸੀ? ਕੁਛ ਮੈਂ ਕਹਿ ਰਿਹਾ ਸੀਗਾ, ਇੱਕ ਨਾ ਆਪਣੇ ਬਲਵਿੰਦਰ ਹੈ, ਕੀ ਨਾਂ ਹੈ ਉਹਦਾ ਮੁੰਡੇ ਦਾ, ਆਪਣੇ ਉਹਨਾਂ ਦੇ ਅਰਦਾਸ ਕਰਨੀ। ਉਹਨਾਂ ਦਵਿੰਦਰ ਦੀ, ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਸ ਪਾਸੇ ਆ ਗਿਆ, ਤੇ ਉਹਨਾਂ ਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਧਿਆਨ ਸਿਮਰਨ ਦੇ ਵਿੱਚ ਤਰੱਕੀ ਦੇ, ਵਾਧਾ ਦੇ, ਤੇ ਬਹੁਤ ਮਾਲਕ ਦੀ ਮਿਹਰ ਆ। ਇਹ ਅਰਦਾਸ ਕਰ ਦਿਓ ਜੀ। ਠੀਕ ਹੈ ਜੀ, ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਜਾਂਦੀਆਂ ਨੇ। ਅਣਜਾਣ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਘਰਾਂ ਵਿੱਚ ਸੁੱਖ ਸ਼ਾਂਤੀ ਅਤੇ ਦੁੱਖ ਦਰਿਦਰ ਦੂਰ ਕਰਨਾ। ਮਿਹਰ ਕਰੋ ਮੇਰੇ ਮਾਲਿਕ। ਮੇਰੇ ਪਿਤਾ ਜੀ ਇੱਕ ਅਰਦਾਸ ਆਈ ਹੈ, ਇੱਕ ਪਰਿਵਾਰ ਹੈ, ਉਹ ਪੂਰਾ ਆਪ ਜੀ ਦੇ ਚਰਨਾਂ ਵਿੱਚ ਆਇਆ। ਮਿਹਰ ਕਰੋ, ਉਹਨਾਂ ਨੂੰ ਸਮੱਤ ਬਖਸ਼ੋ, ਆਪਣਾ ਨਾਮਦਾਨ ਬਖਸ਼ੋ, ਤਾਂ ਜੋ ਆਪਣਾ ਜੀਵਨ ਸਫਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। 'ਚ 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 'ਚ
ਵਾਹਿਗੁਰੂ 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 ਹੁਣ ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।